ने संजोग बनाने हैं गां वो भी जड़ा बगैर पौध तो भी खंडे बाटी तो भी भावें वो मोहना है भावें कुछ है जे जपदा है ਉਹਦਾ ਭਲਾ ਇਸ ਤਰ੍ਹਾਂ ਹੋਣਾ ਉਹਦੇ ਸੰਜੋਗ ਬਣਨੇ ਆ ਉਹਨੇ ਆਪੇ ਡਿੰਗ ਦੇ ਨਾਲ ਆਣ ਕੇ ਪੌੜ ਲੈ ਲਈ ਇਹਦਾ ਤੇ ਬੜਾ ਫਾਇਦਾ ਪੌੜ ਲੈ ਕੇ ਜਪਣ ਦਾ ਇਸ ਤਰ੍ਹਾਂ ਬਾਣੀ ਝੁੱਟੋਆਂ ਮਿਲ ਕੇ ਉਹ ਵੀ ਨਾਲ ਰਲ ਜਾਂਦੇ ਨੇ ਤੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ ਕੋਈ ਵੀ ਰੱਬ ਦੇ ਰਾਹ 'ਚ ਕਿਸੇ ਮਜ਼ਹਬ ਦਾ ਕਿਸੇ ਥਾਂ ਕਿਸੇ ਕੋਈ ਘਾਲਦਾ ਹੈ ਤੇ ਉਹਦਾ ਭਲਾ ਹੁੰਦਾ ਹੈ ਰੱਬ ਨਹੀਂ ਗਵਾਉਂਦਾ ਉਹ ਬੜਾ ਦਿਆਲ ਹੈ ਉਹਨੂੰ ਵੀ ਨਾਲ ਮਿਲਾ ਲੂਗਾ ਪਰ ਉਹਦੇ ਸੰਜੋਗ ਕਰਕੇ ਉਪਦੇਸ਼ ਦੇ ਕੇ ਉਹਨੂੰ ਫਿਰ ਗੁਰੂ ਗੁਰੂ ਜਪਾਊ ਔਰ ਫਿਰ ਉਹ ਚੜ੍ਹਦੀਆਂ ਉਹਦੇ ਵੀ ਪਾਪ ਲੱਥਣਗੇ ਇੱਥੇ ਠੇਕਾ ਲੈ ਲਿਆ ਮਹਾਰਾਜ ਨਾ ਅਸੀਂ ਸਾਰੇ ਹੀ ਸਿੱਖ ਦਾ ਮਤਲਬ ਵਿੱਚੇ ਬੀਬੀਆਂ ਅਸੀਂ ਸਾਰੇ ਇਨਸ਼ੋਰਡ ਹੋ ਗਏ ਹਾਂ ਸਾਡੀ ਇੰਸ਼ੋਰੈਂਸ ਹੋ ਗਈ ਹੈ ਉਪਦੇਸੇ ਗੁਰੂ ਹਰ ਹਰ ਜਪੇ ਜਾਪੇ ਸਭ ਕੇ ਲਵਿਖ ਪਾਪ ਦੋਖ ਲੈ ਜਾਵੇ ਇਸ ਕਰਕੇ ਅਗਲੀ ਤੁਕ ਬੜੀ ਮਹੱਤਵਪੂਰਨ ਹੈ ਫਿਰ ਇਹ ਚੜ੍ਹੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ ਉਹ ਗੁਰਬਾਣੀ ਗਾਉਣ ਵਾਲੀ ਨਹੀਂ ਹੈ ਉਹ ਵੀ ਗੁਰਮੰਤਰ ਵਾਲੀ ਇਸ਼ਾਰਾ ਹੈ ਉਹ ਅਸੀਂ ਅਗਲੀ ਬੈਠਕ 'ਚ ਕਰਾਂਗੇ ਅੱਜ ਅਸੀਂ ਇੰਨੀਆਂ ਤਿੰਨੇ ਲਾਈਨਾਂ ਦਾ ਤੱਤ ਕੱਢੀਏ ਵੀ ਦੇਖੋ ਜਪਣ ਦਾ ਕਿੰਨਾ ਫਾਇਦਾ ਹੈ ਅੰਮ੍ਰਿਤਸਰ ਕਿਹੜਾ ਹੈ ਕਿਹਦੇ 'ਚ ਅਸੀਂ ਨਹਾਉਣਾ ਹੈ ਬਾਹਰਲੇ ਅੰਮ੍ਰਿਤਸਰ ਤਲਾਵਾਂ 'ਚ ਨਹੀਂ ਡੁੱਬਣਾ ਅਸੀਂ ਡੱਡੂਆਂ ਵਾਂਗੂ ਅਸੀਂ ਨਹੀਂ ਜੂਨ 'ਚ ਪੈਣਾ ਮੁੜ ਕੇ ਕਿਉਂਕਿ ਇਹਨਾਂ ਤਲਾਵਾਂ 'ਚ ਜੇ ਨਹਾਓਗੇ ਜਿਹੜੇ ਸਰੋਵਰ ਬਣੇ ਆ ਅਤੇ ਕਬੀਰ ਜੀ ਦੀ ਚੌਕੇ ਸਦਾ ਹੀ ਯਾਦ ਰੱਖਿਓ ਇਹ ਨਹੀਂ ਹੈ ਵੀ ਤੁਹਾਨੂੰ ਫਾਇਦਾ ਕੁਛ ਨਹੀਂ ਹੋਣਾ ਬਲਕਿ ਤੁਸੀਂ ਜੂਨਾਂ 'ਚ ਜਾਓਗੇ ਇਹ ਤਾਂ ਕਹਿੰਦੇ ਨਾ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਉਹ ਕਿਉਂ ਨਹਾਈ ਜਾ ਰਹੇ ਹੋ ਜਿੰਨੇ ਡੱਡੂ ਬਣਦੇ ਹੈ ਨਾ ਇਹੋ ਹੀ ਲੋਕ ਬਣਦੇ ਆ ਬਾਣੀ ਦੇ ਲਿਹਾਜ਼ ਨਾਲ ਜਲ ਕੇ ਮਜਨੇ ਜੇ ਗੱਤ ਹੋਵੇ ਨਿਤ ਨਿਤ ਮੈਂਡਕ ਨਹਾਵੇ ਜੈਸੇ ਮੈਂਡਕ ਤੈਸੇ ਉਹ ਨਰ ਫਿਰ ਜੂਨੀ ਪਾਵੇ ਇਹ ਕਦੀ ਨਹੀਂ ਬਚ ਸਕਣਗੇ ਸਿੱਖ ਜਿਹੜੇ ਨਹਾਈ ਜਾਂਦੇ ਆ ਤਲਾਵਾਂ 'ਚ ਜਾਂ ਇਹ ਜਿੰਨੇ ਸਰੋਵਰ ਬਣਦੇ ਆ ਭਾਵੇਂ ਨਾਨਕਸਰ ਬਣਾ ਲਓ ਜਿੰਨੇ ਮਰਜ਼ੀ ਬਣਾਈ ਜਾਣੇ ਸਰੋਵਰ ਇਹਨਾਂ ਨੂੰ ਜੂਨ ਮਿਲੇਗੀ ਅੱਗੇ ਡੱਡੂ ਦੀ ਜੂਨ ਮਿਲੂਗੀ ਨਿਤ ਨਿਤ ਮੈਂਡਕ ਨਹਾਵੇ ਜੈਸੇ ਮੈਂਡਕ ਤੈਸੇ ਉਹ ਨਰ ਇਹ ਹਿੰਦੂ ਨਹਾਉਂਦੇ ਸੀ ਆਪਣੇ ਤੀਰਥਾਂ 'ਤੇ ਉਹ ਤੈਸੇ ਨਿਤ ਫਿਰ ਇੱਕ ਵਾਰੀ ਨਹੀਂ ਕਈ ਵਾਰੀ ਡੱਡੂ ਦੀ ਜੂਨ ਮਿਲੂ ਮੈਨੂੰ ਕੋਈ ਆਣ ਕੇ ਸਾਬਤ ਕਰਦੇ ਤੁਕ ਝੂਠੀ ਕਰਦੇ ਸਾਡੀ ਬਾਣੀ ਦੀ ਇਸ ਕਰਕੇ ਸਿੱਖੀ ਨੂੰ ਜਾਗਣਾ ਪੈਣਾ ਹੈ ਅਸੀਂ ਜੂਨ 'ਚ ਨਹੀਂ ਪੈਣਾ ਅਸੀਂ ਨਹੀਂ ਨਹਾਉਣਾ ਤਲਾਵਾਂ 'ਚ ਮਨਾ ਹੈ ਬਾਣੀ ਦੇ ਹਿਸਾਬ ਨਾਲ ਅੰਮ੍ਰਿਤਸਰ ਸਾਡਾ ਹੋਰ ਹੈ ਸਾਡਾ ਤਲਾਅ ਅੰਦਰ ਸਰਵਰ ਹੋਰ ਹੈ ਰਾਮਦਾਸ ਦਾ ਸਰੋਵਰ ਅੰਦਰ ਹੈ ਰਾਮ ਦੇ ਦਾਸ ਦਾ ਉਸ ਵੇਲੇ ਕੋਈ ਜਿਸ ਵੇਲੇ ਦੀ ਤੋਕ ਹੈ ਉਸ ਵੇਲੇ ਕੋਈ ਸਰੋਵਰ ਨਹੀਂ ਸੀਗੇ ਇਹਨਾਂ ਨੇ ਆਪ ਸਾਰੇ ਬਣਾਏ ਔਰ ਸਾਰੀ ਸਿੱਖ ਹੀ ਜੂਨਾਂ 'ਚ ਪੈਣਗੇ ਜਿਹੜੇ ਨਹਾ ਰਹੇ ਨੇ ਜਲ ਕੇ ਨਹਾਤੇ ਜੇ ਜਲ ਕੇ ਮਜਨੇ ਜੇ ਗੱਤ ਹੋਵੇ ਨਿਤ ਨਿਤ ਮੈਂਡਕ ਨਹਾਵੇ ਜੈਸੇ ਮੈਂ ਤਦੇ ਬਾਬਾ ਨਾਨਕ ਕਹਿ ਰਿਹਾ ਹੈ ਬਾਹਰ ਨਹਾਵੋ ਕਾਹੀਂ ਜੀਓ ਉਹ ਕਹਿੰਦੇ ਚੋਰ ਸੇ ਚੋਰਾਂ ਚੋਰ ਇੱਕ ਪਲਥੀ ਨਹਾਤਿਆਂ ਦੂਸਰੀ ਚੜ੍ਹ ਕੇ ਬਾਬਾ ਨਾਨਕ ਕਹਿੰਦਾ ਤੀਰ ਜਾ ਰਿਹਾ ਕਹਿੰਦੇ ਉੱਥੇ ਤੇ ਚੋਰ ਜਾਂਦੇ ਆ ਬਾਬੇ ਨਾਨਕ ਦੀ ਤੋਕ ਅਸੀਂ ਡਿਸਕਸ ਕੀਤੀ ਹੈ ਅਸੀਂ ਫੇਰ ਡਿਸਕਸ ਕਰਾਂਗੇ ਸਾਰੀ ਚੀਜ਼ ਓਏ ਨਹਾਉਣਾ ਬੰਦ ਕਰੋ ਕਿਉਂ ਡੱਡੂ ਬਣਦੇ ਹੋ ਕਦੀ ਨਹੀਂ ਬਚ ਸਕਦਾ ਬੰਦਾ ਆ ਜਿੰਨੇ ਦਰਿਆਵਾਂ ਦੇ ਤਲਾਅ ਆ ਜਿੰਨੇ ਗੁਰਦੁਆਰਿਆਂ ਦੇ ਨਾਂ ਹੁਣ ਤਲਾਅ ਬਣਾਈ ਜਾ ਰਿਹਾ ਨਾਨਕ ਸਰ ਜਿਹਨੂੰ ਕਹਿ ਉਹ ਨਾਨਕ ਦਾ ਸਾਰੇ ਹੈ ਤੁਸੀਂ ਤਾਂ ਨਾਨਕ ਨੂੰ ਪਿੱਠ ਦੇ ਕੇ ਨਾ ਸਰ ਬਣਾ ਰਹੇ ਨਾਨਕ ਜੀ ਕਹਿ ਰਿਹਾ ਬਾਹਰ ਨਹਾਵੋ ਕਾਹੀਂ ਜੀਓ ਨਾਨਕ ਦੀ ਬਾਣੀ 'ਚ ਕਹਿ ਰਹੀ ਹੈ ਨਿਤ ਨਿਤ ਮੈਂਡਕ ਨਹਾਵੇ ਜੈਸੇ ਮੈਂਡਕ ਤੈਸੇ ਉਹ ਨਰ ਫਿਰ ਜੂਨੀ ਪਾਵੇ ਇਸ ਕਰਕੇ ਇਹ ਸਿੱਖੀ ਨੂੰ ਗਿਆਨ ਦਾ ਖੜਗ ਲੈ ਕੇ ਤਕੜੇ ਹੋ ਕੇ ਜੁਟਣਾ ਪੈਣਾ ਤਾਂ ਇਹ ਪੁਜਾਰੀ ਹਟਣੇ ਇਹਨਾਂ ਦੇ ਅੱਡੇ ਜਿਹੜੇ ਗਰਮ ਹੋਏ ਆ ਨਹਾਉਣ ਧੋਣ ਦੇ ਇਹ ਸਾਰੇ ਹੀ ਇਸੇ ਚੀਜ਼ ਕਿਉਂਕਿ ਜਿੰਨੇ ਦੁਨੀਆ ਆ ਸਕਰਾਂਤ ਤੇ ਮੱਸਿਆ ਤੇ ਉਹ ਸਿੱਖ ਕਿਹੜੇ ਲੈ ਅਸੀਂ ਡੱਡੂ ਬਣਨਾ ਹੈ ਅਸੀਂ ਹਰ ਮਹੀਨੇ ਸਕਰਾਂਤ ਤੇ ਨਹਾਉਣਾ ਮੱਸਿਆ ਤੇ ਨਹਾਉਣਾ ਉਸ ਮਹਾਰਾਜ ਕਹਿੰਦਾ ਅੱਛਾ ਠੀਕ ਹੈ ਫਿਰ ਅਸੀਂ ਇਹ ਬੜੀਆਂ ਤੁਕਾਂ ਫੱਟੇ ਲੱਗਣੇ ਚਾਹੀਦੇ ਉੱਥੇ ਵੀ ਜਲ ਕੇ ਮਜਨੇ ਜੇ ਗੱਤ ਹੋਵੇ ਤੇ ਨਿਤ ਨਿਤ ਮੈਂਡਕ ਨਹਾਵੇ ਜੈਸੇ ਮੈਂਡਕ ਤੈਸੇ ਉਹ ਨਾਰ ਫਿਰ ਜੂਨੀ ਪਾਵੇ ਧਰਮਰਾਜ ਨੂੰ ਹੁਕਮ ਹੈ ਕਿ ਜਿਹੜਾ ਲੇਟੈਸਟ ਬ੍ਰਹਮ ਗਿਆਨ ਆ ਉਹਦੇ ਮੁਤਾਬਕ ਜੂਨਾਂ ਦੇ ਜਿਹੜਾ ਆਏ ਨੇ ਉਹ ਕਹਿੰਦੀ ਜੀ ਇਹਨੂੰ ਕਿਹੜੀ ਜੂਨ ਦੇਈਏ ਕਹਿੰਦੀ ਜੀ ਇਹ ਬਹੁਤ ਇਸ਼ਨਾਨ ਕਰਦਾ ਸੀ ਅੰਮ੍ਰਿਤਸਰ ਦੇ ਸਾਰੇ ਹੇਮਕੁੰਟ 'ਤੇ ਜਾ ਕੇ ਵੀ ਉੱਥੇ ਵੀ ਠੰਡੇ ਪਾਣੀ 'ਚ ਨਹਾਉਂਦਾ ਸੀ ਉਹ ਕਹਿੰਦਾ ਧਰਮਰਾਜ ਨੇ ਕਹਿਣਾ ਬ੍ਰਹਮ ਗਿਆਨ ਫੋਲੋ ਉਹ 'ਚ ਕੀ ਲਿਖਿਆ ਕਹਿੰਦੀ ਉਹ 'ਤੇ ਲਿਖਿਆ ਇਹਨੂੰ ਡੱਡੂ ਦੀ ਜੂਨ ਦੇ ਦਿਓ ਫਿਰ
क्योंकि बरसात जदों पैर छल्ला पैंदा है इन्ने डड्डू बोलते हैं ना पिंडी ताई वो सारे इहो ही बनते हैं लोग। इस करके कन्ना नूं हत्थ लाइए ये नड़े नानकसरां दे तलावां च ना नहाइए ना बनाइए होर तलाऽ ते घर घर टूटियां लगियां आराम नाल गुसलखाना बंद करके नहाइए और महाराज दा नाम जपिए। इस करके जिहड़ी तुक है अमृतसर नाव है यह बड़ा ऐसा सिक्खी दे ब्रेन वाश आउट कीते आ सानू 300 साल च नड़ा ही साडे हड्ड पैर बुढ़े कर दिते। कहेंगे ना ਉਂਗਲੀ ਪਾਣੀ 'ਚ ਬਹੁਤ ਚਿਕਰ ਰਹੇ ਤੇ ਉਹਦਾ ਬੁੱਢੀ ਹੋ ਜਾਂਦੀ ਹੈ। ਸਾਡਾ ਨੜਾ ਸਾਡਾ ਘਾਣ ਕੀਤਾ ਜਿਹੜਾ ਕੋਈ ਸਿੱਖ ਉੱਠਦਾ ਸਵੇਰ ਵੇਲੇ ਉਹ ਕੇਸੀ ਇਸ਼ਨਾਨ ਉਹ ਸਾਰੇ ਉਹ ਕਰੀਏ ਕਿ ਬੜੇ ਬੜੇ ਧਨੰਤਰ ਤੇ ਜਿਹੜੇ ਮਹਾਰਥੀ ਆ ਆਪਣੀ ਕਿਤਾਬਾਂ 'ਚ ਲਿਖਦੇ ਭਾਈ ਸਾਹਿਬ ਰਣਧੀਰ ਸਿੰਘ ਜੀ ਕਿ ਜੇ ਅੰਮ੍ਰਿਤਸਰ ਦਾ ਸਰੋਵਰ ਲਾਗੇ ਹੋਵੇ ਉਹਦਾ ਬੜਾ ਮਹੱਤਵ ਹੈ ਉੱਥੇ ਨਹਾਵੇ ਜੇ ਨਾ ਨਹਾ ਸਕੇ ਤੇ ਬਸੰਤ ਦੀ ਬਾਰ ਦਾ ਪਾਠ ਕਰਦਾ ਕਰਦਾ ਸ਼ਾਵਰ ਲੈ ਲਏ ਉਹ ਮਹਾਤਮ ਮਿਲ ਜਾਂਦਾ। ਉਹ ਅਸੀਂ ਉਹਦਾ ਮਹਾਤਮ ਲੈਣਾ ਹੀ ਕਿਉਂ ਹੈ? ਉਹ ਸਰੋਵਰ ਦਾ ਤੇ ਮਹਾਤਮ ਇਹ ਆ ਵੀ ਤੁਸੀਂ ਜੂਨਾਂ 'ਚ ਜਾਓਗੇ ਡੱਡੂ ਬਣੋਗੇ। ਇਸ ਕਰਕੇ ਅਸੀਂ ਕੋਈ ਬੜਾ ਮਹਾਤਮ ਨਹੀਂ ਲੈਣਾ। ਇਸ ਕਰਕੇ ਨਾ ਅਸੀਂ ਇਹ ਨਹਾਉਣਾ ਧੋਣਾ ਸਵੇਰ ਵੇਲੇ ਕਰਨਾ ਚਾਹੀਦਾ ਹੈ ਜਿਸ ਵੇਲੇ ਟਾਈਮ ਮਿਲੇ। ਜਿਹੜਾ ਅੰਦਰਲਾ ਨਹਾਉਣਾ ਹੈ ਉਹ ਹੈ ਅੰਮ੍ਰਿਤਸਰ ਅੰਦਰ ਹੈ ਉਹਦੇ 'ਚ ਨਹਾਉਣਾ। ਇਸ ਕਰਕੇ ਪਹਿਲੀਆਂ ਤੁਕਾਂ ਉਹ ਆਪਣੇ ਉਪਦੇਸ਼ ਸੇ ਗੁਰੂ ਜਿਹੜਾ ਜਪਣਾ ਹੈ ਉਹੀ ਨਹਾਉਣਾ ਹੈ। ਸਾਡਾ ਸ਼ਬਦ ਦੇ ਵਿੱਚ ਹੀ ਜਪ ਕੇ ਉਹ ਬਹੁਤ ਉੱਚੀਆਂ 3 ਚੋਟੀਆਂ ਗੁਰੂ ਕਾਲ ਵੇਲੇ ਰੀਤ ਨਹੀਂ ਸੀ ਤਾਂ ਉਸ ਵੇਲੇ ਦੇ ਸ਼ਬਦ ਹੈ। ਉਸ ਵੇਲੇ ਅੰਮ੍ਰਿਤਸਰ ਦਾ ਨਾਮੋ ਨਿਸ਼ਾਨ ਨਹੀਂ ਸੀ ਇਹ ਉਦੋਂ ਦਾ ਸ਼ਬਦ ਹੈ। ਇਸ ਕਰਕੇ ਪਹਿਲੀਆਂ ਤੁਕਾਂ ਅੱਜ 3 ਵਾਚੀਆਂ ਤੇ ਡਰੀਏ ਮਹਾਰਾਜ ਦੀ ਬਾਣੀ 'ਚੋਂ ਇਹ ਨਹਾਉਣਾ ਧੋਣਾ ਬੰਦ ਕਰੀਏ ਤੇ ਇਹ ਸਰੋਵਰਾਂ 'ਚ ਖਾਸ ਕਰਕੇ ਕਿਉਂਕਿ ਡੱਡੂ ਦੀ ਜੂਨ 'ਚ ਪਾਂਗੇ। ਇਸ ਕਰਕੇ ਬੜੇ ਪਿਆਰ ਨਾਲ ਪਹਿਲੀਆਂ ਤੁਕਾਂ ਅਸੀਂ ਕਮਾਈ ਸ਼ੁਰੂ ਕਰ ਦਈਏ। ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ ਸੋ ਭਲ ਕੇ ਉਠੇ ਹਰੇ ਨਾਮ ਤੇ ਆਵੈ ਉਦਮ ਕਰੇ ਭਲ ਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰੇ ਨਹਾਵੈ ਉਪਦੇਸੇ ਗੁਰੂ ਹਰੇ ਹਰੇ ਜਪ ਜਾਪੈ ਸਭੇ ਕੇਲ ਵਿਖ ਪਾਪ ਦੋਖ ਲੈ ਜਾਵੈ ਜਨਮ ਜਨਮ के पाप करम को काटन हारा लीजै रे। इक्के आख आख है सबद पाख है आरध ओरध दिन राते। गुर सत्ते गुर साजो सिख आखाए सो भल के उठे हरे नाम पे आवै। गुर सो उठे हरे नाम पे आवै उद्दम करे भल के प्रभाती स्नान करे। अमृत सरे नहावै गुर सत्ते गुर का जो सिख आखाए। सिख कहना लफ्ज सिख नहीं कहना। सिख कखे नूं औंकड़ है उदां ही बुलाउणा।
ਲੰਮਾ ਨਹੀਂ ਕਰਨਾ ਸਿੱਖ ਨੂੰ, ਜਿੱਦਾਂ ਮੈਂ ਕਹਿਣਾ ਉੱਦਾਂ ਬੋਲੋ। ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ, ਸੋ ਭਰ ਕੇ ਉਠੇ ਹਰੇ ਨਾਮ ਤੇ ਆਵੈ। ਜਿਹੜਾ ਲਫ਼ਜ਼ ਹਾਰ ਕਿਤੇ ਲਫ਼ਜ਼ ਨਹੀਂ ਹੈ, ਰਾਰੇ ਨੂੰ ਸਿਹਾਰੀ ਹੈ, ਉਹਨੂੰ ਹਰੇ ਥੋੜ੍ਹਾ ਜਿਹਾ ਲਮਕਾਉਣਾ ਹੈ। ਜਿੱਦਾਂ ਅੱਖਰ ਲਿਖੇ ਸੇਈ ਗਾਵਾਂ, ਅਵਰ ਨਾ ਜਾਣਾ ਬਾਣੀ। ਇਹ ਅੱਖਰ ਬੜੇ ਅਜੀਬ ਨੇ। ਇਹ ਅਕਾਲ ਪੁਰਖ ਨੇ ਆਪ ਗੁਰੂ ਨਾਨਕ ਨੂੰ ਕਹਿਣੇ ਸ਼ੁਰੂ ਕੀਤੇ। ਇਹ ਅੱਖਰ ਉੱਤੋਂ ਆਏ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਬੜੀ ਅਜੀਬ ਚੀਜ਼ ਹੈ। ਜਿੰਨੇ ਅੱਖਰ ਹੈ ਇਹਨਾਂ 'ਚ ਗਿਆਨ ਹੈ ਸਾਰਾ। ਅੱਖਰੀ ਨਾਮ, ਅੱਖਰ ਜਿਹੜੇ ਨਾਮ ਜਪਣ ਵਾਲੇ ਆ, 4 ਅੱਖਰ ਉਹ ਵੀ ਅੱਖਰ ਨੇ, ਸਾਰੇ ਸ਼ਬਦਾਂ ਦੇ ਅੱਖਰ ਨੇ। ਇਹ ਅੱਖਰ ਅਖਿਓ ਆਪ। ਗੁਰੂ ਨਾਨਕ ਕਹਿੰਦਾ, ਗੁਰੂ ਬਾਬਾ ਨਾਨਕ ਵੀ ਜਿਹੜੇ ਮੈਨੂੰ ਅੱਖਰ ਸਾਰੇ ਆਏ ਹੈ ਬਾਣੀ ਦੇ ਤੇ ਗੁਰਮੰਤਰ ਦੇ, ਇਹ ਅਕਾਲ ਪੁਰਖ ਨੇ ਮੈਨੂੰ ਆਪ ਆਖੇ। ਅੱਖਰ ਅਖਿਓ ਆਪ। ਇਹ ਇੱਥੇ ਐਸੀਆਂ ਸਾਰੀਆਂ ਮਿਲਦੀਆਂ ਹੈ ਇਸ ਬਾਣੀ 'ਚੋਂ, ਜੇ ਖੋਜ ਕਰੀਏ ਤੇ ਬੜੇ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਜਿੱਦਾਂ ਕੋਈ ਇੱਕ ਬਹੁਤ ਵੱਡਾ ਰਤਨ ਹੁੰਦਾ ਕੀਮਤੀ, ਉਹਦੇ ਆਲੇ ਦੁਆਲੇ ਹੀਰੇ ਲੱਗੇ ਹੈ। ਇਹ ਜਿਹੜੇ ਹੀਰੇ ਲੱਗੇ ਹੈ ਨਾ, ਜੜਾਓ ਹੋਏ ਆ। ਐਸਾ ਵੱਡਾ ਰਤਨ, ਜਿਹੜਾ ਪੱਥਰ ਵੱਡਾ ਰਤਨ ਕਹਿੰਦੇ ਆ, ਉਹਦੇ ਆਲੇ ਦੁਆਲੇ ਫਿਰ ਹੀਰੇ ਜੜੇ ਹੁੰਦੇ ਆ। ਉਹ ਐਡਾ ਕੀਮਤੀ ਹੁੰਦਾ। ਇਹ ਜਿਹੜਾ ਇੱਕ ਗੁਰੂ ਦਾ ਸ਼ਬਦ ਹੈ, ਬਾਣੀ ਦਾ ਗਾਉਣ ਵਾਲਾ, ਪੜ੍ਹਨ ਵਾਲਾ, ਸਮਝਣ ਵਾਲਾ, ਇਹ ਵੀ ਸ਼ਬਦ ਨੇ ਸਾਰੇ। ਇਹ ਸਾਰਾ ਸ਼ਬਦ ਜਿੰਨੇ ਗੁਰਬਾਣੀ ਦੇ ਨੇ, ਉਹ ਗਾਂ ਫਿਰ ਇੱਕ ਸ਼ਬਦ ਦੇ ਜਪਣ ਨਾਲ ਲਾਉਂਦੇ ਨੇ। ਉਹ ਜਿਹੜਾ ਸਾਰੇ ਗੁਰਬਾਣੀ ਦੇ ਸ਼ਬਦ ਹੈ, ਇਹ ਹੀਰੇ ਤੇ ਜਿਤ ਜੜਾਓ, ਇਹਦੀਆਂ ਸਿਹਾਰੀਆਂ ਤੇ ਔਂਕੜ ਲੱਗੇ ਆ ਇਹਨਾਂ ਨੂੰ। ਹੋਰ ਇਹ ਹੀਰੇ ਜੜੇ ਪਏ ਇਹਨਾਂ 'ਚ। ਇਸ ਕਰਕੇ ਹਰ ਦੇ ਨਾਲ ਰਾਰੇ ਨਾਲ ਹਮੇਸ਼ਾ ਸਿਹਾਰੀ ਆਏਗੀ। ਇਹਨੂੰ ਹਰੇ ਬੁਲਾਉਣਾ, ਥੋੜ੍ਹਾ ਜਿਹਾ ਲੰਮਾ ਕਰਨਾ। ਇਸ ਕਰਕੇ ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ, ਸੋ ਭਰ ਕੇ ਉਠੇ ਹਰੇ ਨਾਮ ਤੇ ਆਵੈ। ਜਿਹੜਾ ਵੀ ਹੁਣ ਇੱਥੇ ਗੁਰ ਤੇ ਸੱਤੇ ਗੁਰ, ਅਸੀਂ ਸਤਿਗੁਰ ਨੂੰ ਇਕੱਠਾ ਲਫ਼ਜ਼ ਬਣਾਤਾ ਹੈ। ਇਹੋ ਹੀ ਸਭ ਤੋਂ ਵੱਡੀ ਭੁੱਲ ਹੋਈ ਹੈ, ਜਿਹੜਾ ਲੜੀ ਦਾ ਸਰੂਪ ਟੁੱਟਾ ਹੈ ਬਾਣੀ ਦਾ। ਸਤਿਗੁਰ ਕੀ ਬਾਣੀ ਸੱਤੇ ਸਰੂਪ ਹੈ। ਇਹ ਐਸਾ ਸੱਤ ਦਾ ਸਰੂਪ ਸੀ ਕਿ ਇਹ ਜੁੜਵੇਂ ਅੱਖਰਾਂ 'ਚ ਸੀ, ਗੁਰੂਆਂ ਨੇ ਲਿਖਿਆ। ਇਹਨਾਂ ਨਾਲ ਪਾਠ ਕਰਨ ਦੀ, ਇਹਨੂੰ ਸੌਖਾ ਪਾਠ ਕਰਨ ਲਈ ਇਹਨਾਂ ਨਾਲ ਹੁਣੇ ਜਿਹੇ ਹੀ ਬੀੜ ਤੋੜੀ ਔਰ ਇਹ ਸਾਰਾ ਸਰੂਪ ਤੋੜ ਸਿੱਟਿਆ, ਇਹਦੇ ਅੰਗ ਅੰਗ ਤੋੜ ਸਿੱਟੇ। ਇੱਕ ਲੜੀ 'ਚ ਲਿਖਿਆ ਜਾਂਦਾ ਸੀ, ਸਾਰੀ ਲੀਕ ਮਾਰ ਕੇ। ਇੱਕ ਜਿਹੜੀ ਤੁਕ ਹੁੰਦੀ ਸੀ, ਉਹ ਪੂਰੀ ਇੱਕ ਲੀਕ ਮਾਰ ਕੇ ਸਾਰੇ ਲਫ਼ਜ਼ ਜੁੜਵੇਂ ਸੀ। ਇਹਨਾਂ ਨਾਲ ਪਾਠ ਕਰਨ ਲਈ, ਆਪਣੇ ਖੰਡ ਪਾਠ ਦੀਆਂ ਸਪੀਡਾਂ ਵਧਾਉਣ ਲਈ, ਇਹਨਾਂ ਨਾਲ ਮਹਾਰਾਜ ਦੇ ਅੰਗ ਤੋੜੇ ਇਸ ਬਾਣੀ ਦੇ ਅਕਾਲ ਪੁਰਖ ਦੇ। ਔਰ ਇਹ ਬਾਣੀ ਗੁਰੂਆਂ ਨਾਲ ਲੜੀਦਾਰ ਸਰੂਪ 'ਚ ਲਿਖੀ ਸੀ। ਹੁਣ ਤੱਕ ਵੀ ਲੜੀਦਾਰ ਪੋਥੀਆਂ, 5 ਗ੍ਰੰਥੀਆਂ ਪਿੱਛੇ ਸਾਡੇ ਦਾਦੇ ਪੜਦਾਦੇ ਲੜੀਦਾਰ ਸਰੂਪ 'ਚ ਲਿਖਦੇ ਰਹੇ ਨੇ। ਲੇਕਿਨ ਐਸੀ ਅਵੱਗਿਆ ਹੋਈ ਆ, ਉਹਦੇ ਟੁੱਟਣ ਨਾਲ ਇਹਦੇ ਜਿਹੜੇ ਅਸਲ ਭਾਵ ਅਰਥ ਉਹ ਹੋਰ ਦੇ ਹੋਰ ਹੀ ਕਰਤੇ। ਕਿਉਂਕਿ ਕੋਈ ਅੱਖਰ ਸੱਜੇ ਖੱਬੇ ਜੋੜਦੇ ਹੀ ਤੁਰੇ ਗਏ, ਜਿਹਦਾ ਕਿ ਅਰਥਾਂ ਦੇ ਅਨਰਥ ਹੋ ਰਹੇ, ਔਰ ਹਜ਼ਾਰਾਂ ਹੀ ਸਿਹਾਰੀਆਂ ਤੇ ਔਂਕੜ ਗਾਇਬ ਕਰ ਦਿੱਤੇ ਇਹਨਾਂ ਨੇ। ਔਰ ਕਦੀ ਵੇਲਾ ਆਏਗਾ ਵੀ ਇਹ ਸਿੱਖੀ ਸਮਝੇਗੀ ਵੀ ਇਹ ਜਿਹੜੇ ਛਪ ਰਹੇ ਨੇ ਸਰੂਪ ਸਾਰੇ ਹੀ ਗੁਰਬਾਣੀ ਦੇ, ਸਾਰੇ ਹੀ ਗਲਤ ਹੀ ਪੂਜੀ ਜਾਂਦੇ ਹੈ। ਹਜ਼ਾਰਾਂ ਦੀ ਗਿਣਤੀਆਂ 'ਚ ਜਿਹੜੇ ਸਿਹਾਰੀ ਤੇ ਔਂਕੜ ਲਾਏ ਸੀ, ਇਹਦੇ ਨੇ ਗਾਇਬ ਕਰ ਦਿੱਤੇ ਹੈ। ਜਿਨ੍ਹਾਂ ਨੇ ਸਾਰੀ ਉਮਰ ਇਸ ਬਾਣੀ ਖੋਜਣ ਨੂੰ, ਸਿਹਾਰੀਆਂ, ਔਂਕੜ ਤੇ ਸਪੈਲਿੰਗ ਖੋਜਣ ਨੂੰ ਲਾਤੀ, ਉਹਨੇ
ਦਾਸ ਦੇ ਸਾਥੀ ਵੀਰ ਜੋਗਿੰਦਰ ਸਿੰਘ ਜੀ ਤਲਵਾੜਾ, ਉਹਨਾਂ ਨੇ ਸਾਰੀ ਉਮਰ ਆਪਣੀ ਲਾਤੀ ਗੁਜ਼ਾਰਿਆ ਨਾ ਵੀ ਇਹ ਸਰੂਪ ਸਮਝੀਏ। ਜਦੋਂ ਦਾ ਇਹ ਸਰੂਪ ਟੁੱਟਾ ਹੈ, ਇਹ ਅੱਖਰਾਂ ਦਾ ਉਧਰ ਅਧਰ ਲਾਉਣਾ ਐਸਾ ਇਹਨਾਂ ਨਾਲ ਜਿਹੜੇ ਪ੍ਰਿੰਟਰ ਹੈ, ਛਾਪਣ ਵਾਲੇ ਹੈ, ਵੀ ਸਾਡੇ ਗ੍ਰੰਥ ਛਪ ਜਾਣ, ਖੰਡ ਪਾਠ ਕਰਨ ਵਾਲੇ, ਪਾਠੀ ਵਧਾਉਣ ਲਈ, ਇਹਨਾਂ ਨਾਲ ਸਪੀਡਾਂ ਵਧਾਉਣ ਲਈ ਵੀ ਸੌਖਾ ਪੜ੍ਹਿਆ ਜਾਏ, ਆਮ ਬੰਦਾ ਵੀ ਖੰਡ ਪਾਠੀ ਬਣ ਸਕੇ। ਇਹ ਸਰੂਪ ਟੁੱਟਾ ਹੈ, ਐਡੀ ਵੱਡੀ ਵਗਿਆ ਹੋਈ ਹੈ। ਉਹਨਾਂ ਨੇ ਕਦੋਂ ਦਾ ਰੌਲਾ ਪਾਇਆ, ਭਾਈ ਇਹ ਸਾਂਭੋ ਆਪਣੇ ਸਤਿਗੁਰੂ ਨੂੰ, ਇਹ ਗੁਰੂ ਗਿਆਨ ਹੈ ਸਾਡਾ, ਗਿਆਨ ਗੁਰੂ ਆਤਮ ਉਪਦੇਸੋ। ਗੁਰੂ ਦਸਮ ਪਾਤਸ਼ਾਹ ਨਾ ਤੁਹਾਨੂੰ ਗ੍ਰੰਥ ਨੂੰ ਗੁਰਿਆਈ ਨਹੀਂ ਸੀ ਦਿੱਤੀ, ਉਹਨਾਂ ਨੇ ਗੁਰੂ ਗਿਆਨ ਨੂੰ ਗੁਰਿਆਈ ਦਿੱਤੀ ਸੀ। ਰੇ ਮਨੇ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਦੇ ਕਰ ਸਮਝੋ, ਮਨ ਮਾਇਆ ਉਦਾਸਾ। ਜਤ ਕੀ ਜਟਾ ਜੋਗ ਕੇ ਮਜਨ, ਨੇਮ ਕੇ ਨਖਨ बढ़ाओ। ਗਿਆਨ ਗੁਰੂ ਆਤਮ ਉਪਦੇਸੋ, ਨਾਮ ਭਪੂਤ ਲਗਾਓ। ਸਾਡਾ ਗਿਆਨ ਹੀ ਸਾਰਾ ਗਲਤ ਕਰ ਦਿੱਤਾ, ਔਰ ਗਲਤ ਗਿਆਨ ਨੂੰ ਵੀ ਪੂਜੀ ਜਾਂਦੇ ਹੈ। ਗਲਤ ਗਿਆਨ ਨੂੰ ਕਹੀ ਜਾਂਦੇ ਹੈ ਜਾਗਦੀ ਜੋਤ ਦਸਾਂ ਪਾਤਸ਼ਾਹੀਆਂ ਦੀ। ਕਿੱਦਾਂ ਉਹ ਜੋਤ ਜਿਹੜਾ ਕਰੈਕਟ ਹੀ ਨਹੀਂ ਤੁਹਾਡਾ ਗ੍ਰੰਥ, ਉਹਨੂੰ ਤੁਸੀਂ ਕਿੱਦਾਂ ਪੂਜ ਸਕਦੇ ਹੋ? ਕਿੱਦਾਂ ਦੁਨੀਆ ਦੇ ਬ੍ਰੇਨ ਵਾਸ਼ ਆਊਟ ਕਰੀ ਜਾ ਰਹੇ। ਉਹਨੇ ਰੌਲਾ ਪਾਇਆ ਪਰ ਕੋਈ ਨਹੀਂ ਸੁਣਦਾ। ਉਹ ਕਹਿੰਦਾ ਹਜ਼ਾਰਾਂ ਦੀ ਗਿਣਤੀ 'ਚ ਸਿਹਾਰੀਆਂ ਤੇ ਔਂਕੜ ਇਹਨਾਂ ਨੇ ਗਾਇਬ ਕਰ ਦਿੱਤੇ ਹੈ, ਜਿਹੜੇ ਅਸੀਂ ਲੱਭੀ ਆ ਰਹੇ ਹਾਂ ਔਰ ਦੱਸੀ ਆ ਰਹੇ ਹਾਂ ਸਿੱਖੀ ਨੂੰ। ਇਸ ਕਰਕੇ ਸੰਭਲਣਾ ਚਾਹੀਦਾ, ਜਿੱਦਾਂ ਬਾਣੀ ਲਿਖੀ ਉੱਦਾਂ ਹੀ ਇਹਨੂੰ ਬੋਲਣਾ, ਔਰ ਭਾਵ ਅਰਥਾਂ ਇਹਦੇ ਖੁੱਲ੍ਹਣੇ ਤਦੇ ਹੈ ਜਦ ਕਿ ਲੜੀਦਾਰ ਸਰੂਪ ਤੋਂ ਅਸੀਂ ਆਪਣੀ ਗੁਰੂ ਮਹਾਰਾਜ ਦੀ ਦਿੱਤੀ ਬੁੱਧੀ ਨਾਲ ਉਹਨੂੰ ਅਲੱਗ ਕਰਾਂਗੇ। ਆਪਣੇ ਭਾਵ ਜਿੰਨੀ ਕਿਸੇ ਦੀ ਅੰਦਰ ਦੀ ਚੜ੍ਹਾਈ ਹੋਏਗੀ, ਮਹਾਰਾਜ ਉਹਨੂੰ ਸੋਝੀ ਦੇਗਾ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ, ਫਿਰ ਉਹ ਸਹਿਜੇ ਹੀ ਸੱਚੇ ਸਮਾਇਆ। ਜਿਸ ਨੂੰ ਮਹਾਰਾਜ ਅੰਦਰ ਮਦਦ ਦੇਗਾ ਸਮਝਣ ਦੀ, ਉਹ ਜਿਹੜੇ ਇਹ ਅੱਖਰ ਹੈ ਉਹਨਾਂ ਦੀਆਂ ਸਿਹਾਰੀਆਂ ਔਂਕੜ ਉਧਰ ਅਧਰ ਇਹਨਾਂ ਦਾ ਤੋੜਨਾ, ਸਾਰਾ ਕੁਝ ਬੋਲਣ ਵੇਲੇ ਅਲੱਗ ਅੱਖਰ ਕਰਨੇ, ਉਹ ਆਪਣੇ ਆਪ ਹੀ ਭਾਵ ਅਰਥਾਂ 'ਚ ਉਹਦੇ ਹੋਣਗੇ, ਲੇਕਿਨ ਬਾਹਰ ਉਹ ਜੁੜੇ ਹੀ ਰਹਿਣਗੇ ਸਦਾ। ਜਿੰਨੀ ਕਿਸੇ ਦੀ ਚੜ੍ਹਾਈ ਹੋਊਗੀ ਉਨਾ ਹੀ ਉਹ ਇਸ ਬਾਣੀ ਨੂੰ ਸਮਝੇਗਾ। ਔਰ ਬਗੈਰ ਨਾਮ ਜਪਣ ਤੋਂ ਇਹਦੀ ਸਮਝ ਹੀ ਨਹੀਂ ਆ ਸਕਦੀ, ਕਿਉਂਕਿ ਸਾਰਾ ਬ੍ਰਹਮ ਗਿਆਨ ਹੀ ਨਾਮ ਜਪਣ ਵਾਲਿਆਂ ਨੇ ਲਿਖਿਆ ਹੈ। ਇਹ ਪੜ੍ਹਨ ਵਾਲਿਆਂ ਨਹੀਂ, ਪੂਜਣ ਵਾਲਿਆਂ ਨਹੀਂ, ਖੰਡ ਪਾਠ ਕਰਨ ਵਾਲਿਆਂ ਦੀ ਨਹੀਂ ਹੈ ਸਾਰੀ ਬਾਣੀ ਆਈ। ਇਹ ਬਾਣੀ ਐਸੀ ਹੈ ਕਿ ਇੱਕ ਇੱਕ ਸ਼ਬਦ ਅੰਦਰ ਦੀ ਜਿਹੜੀ ਅੜਿੱਕਣ ਹੱਲ ਤੁਹਾਨੂੰ ਆਉਣੀ ਹੈ, ਤਕਲੀਫ ਨਾਮ ਜਪਣ 'ਚ ਉਹਦਾ ਹੱਲ ਹੈ। ਇਸ ਕਰਕੇ ਜਿੰਨੀ ਬਾਣੀ ਪੜ੍ਹਨੀ ਹੈ ਸਾਰੀ ਇਹ ਨਾਮ ਜਪਣ ਵਾਲਿਆਂ ਨਹੀਂ, ਔਰ ਸਮਝ ਵੀ ਉਹਨਾਂ ਨੂੰ ਹੀ ਆਉਣੀ ਹੈ, ਕਿਉਂਕਿ ਮਹਾਰਾਜ ਦਾ ਹੁਕਮ ਹੈ। ਇਹਨੂੰ ਖੋਜਣਾ ਕਿੱਦਾਂ ਹੈ? ਰਾਮ ਰਾਮ ਬੋਲੇ ਬੋਲੇ ਖੋਜ ਤੇ ਵਡਭਾਗੀ। ਇਹਦੀ ਖੋਜ ਹੋ ਹੀ ਨਹੀਂ ਸਕਦੀ ਜਿੰਨ ਚਿਰ ਤੁਸੀਂ ਜਪ ਨਹੀਂ ਕਰੋਗੇ, ਅਭਿਆਸ ਨਹੀਂ ਕਰੋਗੇ ਸ਼ਬਦ ਦਾ। ਇਸ ਕਰਕੇ ਅੱਖਰ ਬੜੇ ਅਜੀਬ ਹੈ। ਫਤਿਹਗੁਰ ਲਫ਼ਜ਼ ਕੋਈ ਇਕੱਠਾ ਨਹੀਂ ਹੈ, ਕਿਉਂਕਿ ਜਿਹੜੇ ਹੁਕਮਨਾਮੇ ਆਉਂਦੇ ਹੈ ਗੁਰੂਆਂ ਦੇ ਸੰਗਤ ਤਾਈਂ ਜਾਂਦੇ ਹੈ, ਉੱਥੇ ਇੱਕ ਉਹ ਫਤਿਹ ਗੁਰਪ੍ਰਸਾਦ ਵੀ ਲਿਖਿਆ, ਇਹ ਵੀ ਲਿਖਿਆ ਇੱਕ ਉਹ ਗੁਰ ਸੱਤੇ। ਪਰ ਇਹਨਾਂ ਉਲਟਾ ਪਾ ਲਫ਼ਜ਼, ਇੱਕ ਉਹ ਗੁਰ ਸੱਤੇ। ਸੱਤੇ ਗੁਰ ਲਫ਼ਜ਼ ਇਕੱਠਾ ਨਹੀਂ ਹੈ, ਇਹਨਾਂ ਨੇ ਜੋੜ ਕੇ ਜਿੱਥੇ ਸੱਤੇ ਆਇਆ ਉੱਥੇ ਗੁਰ ਨਾਲ ਆਇਆ, ਇਹਨਾਂ ਨੇ ਸਤਿਗੁਰ ਲਫ਼ਜ਼ ਬਣਾ ਤਾ ਤੇ ਸਾਰੀ ਸਿੱਖੀ ਦੇ ਮੂੰਹ ਤੇ ਸਤਿਗੁਰ ਚੜ੍ਹ ਗਿਆ, ਜਦ ਕਿ ਸਤਿਗੁਰ ਲਫ਼ਜ਼ ਹੀ ਕੋਈ ਨਹੀਂ। ਲਫ਼ਜ਼ ਹੈ ਸੱਤੇ ਮੈਨੇ ਜਿਹਦੀ ਹੋਂਦ ਹੈ, ਸੱਤੇ ਨੂੰ ਸਿਹਾਰੀ ਬੁਲਾਉਣੀ ਹੈ। ਅਸੀਂ ਸਤਨਾਮ ਕਹਿ ਦਿੰਦੇ ਹਾਂ, ਜਿਹੜਾ ਬਿਲਕੁਲ ਗਲਤ ਹੈ। ਇਹਨੂੰ ਸੱਤੇ ਨਾਮ ਬੁਲਾਉਣਾ ਹੈ। ਸਾਡੀਆਂ ਸਿਹਾਰੀ ਗੂੰਗੀ ਨਹੀਂ ਹੈ। ਇਹ ਸਿਹਾਰੀ ਨਾਮ ਬੁਲਾਉਣਾ ਗੁਰੂ ਮਹਾਰਾਜ ਦੇ ਅੰਗ ਤੋੜਨੇ ਹੈ, ਗਲਤ ਪੜ੍ਹਨਾ ਹੈ। ਕਦੀ ਸਤਨਾਮ ਨਾ ਕਹੀਏ, ਸੱਤੇ ਨਾਮ। ਸੱਤੇ ਨੂੰ ਸਿਹਾਰੀ ਹੈ। ਜਿੱਥੇ ਸੱਤ ਲਿਖਣਾ ਸੀ ਉੱਥੇ ਅਲੱਗ ਲਿਖ ਦਿੱਤਾ ਹੈ। ਥਾਲ ਵਿੱਚ ਤਿੰਨੇ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਸਤ ਉੱਥੇ ਸੱਸਾ ਪੱਪਾ ਹੈ। ਇਸ ਕਰਕੇ ਜਿੱਥੇ ਜਿੱਥੇ ਸੱਤੇ ਹੈ ਉਹਨੂੰ ਸੱਤੇ ਹੀ ਬੁਲਾਉਣਾ ਹੈ। ਇਹ ਸੱਚੇ ਮੈਨੇ ਜਿਹਦੀ ਸਦਾ ਹੀ ਹੋਂਦ ਹੈ। ਸਾਡਾ ਗੁਰ ਕੋਈ ਕਿਤਾਬ ਨਹੀਂ ਹੈ, ਸਾਡਾ ਗੁਰ ਕੋਈ ਬੰਦਾ ਨਹੀਂ ਹੈ ਜਿਹੜਾ ਮਰ ਜਾਣਾ ਹੈ।
ਸਾਡਾ ਗੁਰ ਹੈ ਸਦਾ ਹੀ ਹੋਂਦ ਚ ਰਹਿਣ ਵਾਲਾ। ਇਸੇ ਕਰਕੇ ਸਾਡੇ ਗੁਰ ਨੂੰ ਸੱਤੇ ਗੁਰ ਕਿਹਾ ਹੈ, ਜਿਹਦਾ ਸਦਾ ਹੋਂਦ ਹੈ। ਇਸੇ ਕਰਕੇ ਜਿਹੜਾ ਗੁਰ ਸ਼ਬਦ ਹੈ ਉਹਦੇ ਵੀ ਰਾਰੇ ਨੂੰ ਔਂਕੜ ਆਏਗਾ। ਜਿੱਥੇ ਜਿੱਥੇ ਕਈ ਵਾਰੀ ਨਹੀਂ ਆਏਗਾ ਉਹਦੇ 'ਚ ਵੀ ਭੇਦ ਹੈ, ਪਰ ਅੱਜ ਅਸੀਂ ਪਹਿਲੀ ਤੁਕ ਲੈ ਰਹੇ ਹਾਂ ਉਸ ਸ਼ਬਦ ਦੀ ਕਿ ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ। ਅਸੀਂ ਸਿੱਖ ਕਿਹਦੇ ਹਾਂ? ਅਸੀਂ ਕਿਸੇ ਬੰਦੇ ਦੇ, ਕਿਸੇ ਗੁਰੂ ਨਾਨਕ ਦੇ, ਕਿਸੇ ਗੁਰੂ ਦੇ ਸਿੱਖ ਨਹੀਂ ਆ। ਅਸੀਂ ਸ਼ਬਦ ਦੇ ਸਿੱਖ ਹਾਂ। ਉਹ ਕਿਸ ਤਰ੍ਹਾਂ? ਜਿੱਥੇ ਇੱਥੇ ਹੈ ਗੁਰ, ਰਾਰੇ ਨੂੰ ਔਂਕੜ ਹੈ। ਫਿਰ ਕਿਹੜਾ ਗੁਰ? ਸੱਤੇ ਗੁਰ, ਸਦਾ ਰਹਿਣ ਵਾਲਾ ਗੁਰ। ਜਿਹੜਾ ਗੁਰ ਸ਼ਬਦ ਹੈ ਪਹਿਲੀ ਵਾਰੀ ਬਾਬੇ ਨਾਨਕ ਨੂੰ ਉੱਤੋਂ ਆਇਆ, ਔਰ ਉਹਦਾ ਗੁਰੂ ਵੀ ਇਹੋ ਹੀ ਹੈ, ਗੁਰ ਰਾਰੇ ਨੂੰ ਔਂਕੜ ਵਾਲਾ। ਉਹ ਆਪ ਲਿਖਦੇ ਨੇ, ਅਪ ਨਿਰੰਜਨ ਜੋਤੇ ਸਬਾਈ ਸੋ ਹੰਗ ਭੇਦ ਨ ਕੋਈ ਦਿਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ। ਆਪ ਮਹੱਲਾ ਪਹਿਲਾ ਕਹਿੰਦਾ ਮੇਰਾ ਗੁਰ ਜਿਹੜਾ ਹੈ, ਲਫ਼ਜ਼ ਜਿੱਥੇ ਮੈਂ ਲਿਖਾਂ ਉਹ ਗੁਰ ਉਹੀ ਪਰਮੇਸ਼ਰ ਹੈ, ਉਹੀ ਤੱਤ ਹੈ, ਉਹੀ ਸਾਰੇ ਬੰਨੇ ਜੋਤ ਹੈ, ਉਹੀ ਨਿਰੰਜਨ ਹੈ, ਮਾਇਆ ਤੋਂ ਰਹਿਤ ਹੈ। ਉਹੀ ਜਿਹੜਾ ਵੱਡਾ ਭਾਰਾ ਪੁਰਾਣਾ ਸ਼ਬਦ ਚੱਲਿਆ ਆ ਰਿਹਾ ਸੀ ਵੇਦਾਂ 'ਚ, ਸੋ ਹੰਗ ਮੇਰਾ ਗੁਰ ਹੈ ਸ਼ਬਦ। ਤਤ ਨਿਰੰਜਨ ਜੋਤੇ ਸਬਾਈ, ਜਿਹਦੀ ਸਾਰੀ ਆਰੇ ਬੰਨੇ ਦਸਮ ਪਾਤਸ਼ਾਹ ਨਿਕਲਿਆ, ਜ਼ਮੀਨ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਉਹ ਜੋ ਦਸਮ ਪਾਤਸ਼ਾਹ ਜੋ ਦੇਖ ਰਿਹਾ ਹੈ ਉਹ ਗੁਰ ਹੀ ਹੈ, ਸ਼ਬਦ ਹੀ ਹੈ। ਤਤ ਨਿਰੰਜਨ ਜੋਤੇ ਸਬਾਈ ਸੋ ਹੰਗ ਭੇਦ ਨਾ ਕੋਈ ਜਿਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ। ਪਰਮੇਸ਼ਰ ਵੀ ਸ਼ਬਦ ਰੂਪ ਹੀ ਹੈ। ਸੱਤੇ ਸਾਚੋ ਸਰੀ ਨਵਾਥੋ ਆਦਿ ਪੁਰਖੋ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਓ। ਇਹੋ ਭੱਟਾ ਨਾ ਦੇਖਿਆ। ਇਸ ਕਰਕੇ ਸਾਡੇ ਲਈ ਸਭ ਕੁਛ ਪਰਮੇਸ਼ਰ ਗੁਰੂ, ਸਾਡੀ ਜਿੰਦ ਜਾਨ ਨਾਨਕ ਕਾ ਜੀਓ ਪਿੰਡ ਗੁਰੂ ਹੈ। ਸਾਡਾ ਸਭ ਕੁਛ ਸ਼ਬਦ ਹੈ, ਸ਼ਬਦ ਹੀ ਸ਼ਬਦ ਰਹਿ ਜਾਣਾ ਹੈ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਕਹਿੰਦੇ ਮੇਰੇ ਅੰਦਰ ਕੱਖ ਨਹੀਂ ਰਿਹਾ ਹੋਰ। ਮਹੱਲਾ ਨੌਵਾਂ ਕਹਿੰਦਾ ਮੇਰੇ ਅੰਦਰ ਕੀ ਹੈ? ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਪਰ ਇਹ ਸਾਰੇ ਆਏ ਕਿੱਥੋਂ? ਜਦੋਂ ਮੈਂ ਗੁਰਮੰਤਰ ਦਾ ਜਪ ਕੀਤਾ। ਸਾਡੇ ਕੋਲ ਇੱਕੋ ਹੀ ਗੁਰਮੰਤਰ ਹੈ, ਉਹਨੂੰ ਹੀ ਜਪਣਾ, ਉਹਦੇ 'ਚ ਹੀ ਸਮਾਉਣਾ। ਉਹੀ ਸਾਡੇ ਲਈ ਰੱਬ, ਉਹੀ ਸਾਡੇ ਕੋਲ ਸਭ ਕੁਛ, ਮਾਤ ਪਿਤਾ ਭੈਣ ਭਰਾ ਸਕਾ। ਇਹ ਸ਼ਬਦ ਨਾਲ ਹੀ ਅਸੀਂ ਪਿਆਰ ਕਰਨਾ। ਸ਼ਬਦ ਧਰੋ ਪਿਆਰੋ। ਇਹ ਐਡਾ ਵੱਡੀ ਚੀਜ਼ ਹੈ ਜਿਹੜਾ ਕੋਈ ਵਿਰਲਾ ਸਮਝੇਗਾ। ਤੇ ਨਾ ਸਮਝ ਕੇ ਹੀ ਦੁਨੀਆ ਨਾਮ ਨਹੀਂ ਜਪ ਰਹੀ ਤੇ ਬਾਣੀ ਨੂੰ ਪੜ੍ਹੀ ਜਾ ਰਹੀ ਹੈ। ਇਸ ਕਰਕੇ ਅਸੀਂ ਸਿੱਖ ਕਿਹਦੇ ਹੈ? ਅਸੀਂ ਸ਼ਬਦ ਦੇ ਸਿੱਖ ਹਾਂ। ਅਸੀਂ ਅਕਾਲ ਪੁਰਖ ਦੇ ਸਿੱਖ ਹਾਂ। ਅਸੀਂ ਉਸ ਜੋਤ ਦੇ ਸਿੱਖ ਹਾਂ ਜਿਹੜੀ ਵਰਤ ਰਹੀ। ਇਸ ਕਰਕੇ ਮਹਾਰਾਜ ਨਾ ਸਤਿਗੁਰ ਕਾ ਸਿੱਖ ਨਹੀਂ ਲਿਖਿਆ, ਇੱਥੇ ਲਿਖਿਆ ਗੁਰ ਸੱਤੇ ਗੁਰ ਕਾ ਜੋ ਸਿੱਖ ਅਖਾਏ। ਅਸੀਂ ਸਾਨੂੰ ਦੇਖਿਆ ਹੀ ਇਹ ਸ਼ਬਦ ਮਿਲਦੀ ਹੈ ਤੇ ਸਾਡਾ ਗੁਰ ਪਰਮੇਸ਼ਰ ਹੈ। ਬਾਬਾ ਨਾਨਕ ਵਿੱਚ ਮਿਲਾਉਣ ਵਾਲਾ ਗਿਆਨ ਰੂਪ ਗੁਰੂ ਹੈ। ਉਹ ਦੀਖਿਆ ਦੇਣ ਵਾਲਾ ਗੁਰੂ ਹੈ। ਗੁਰੂ ਦੇ ਦੋ ਫੰਕਸ਼ਨ ਵੀ ਹੁੰਦੇ ਹੈ, ਦੀਖਿਆ ਦੇਣੀ, ਗੁਰਮੰਤਰ ਦੇਣਾ। ਉਹ ਦੇਹ 'ਚ ਦੇ ਸਕਦਾ ਹੈ। ਗਿਆਨ ਦੇਣਾ ਆਪਣੇ ਸਿੱਖ ਨੂੰ, ਗਿਆਨ ਉਹਦਾ ਨਹੀਂ ਹੁੰਦਾ, ਗਿਆਨ ਅਕਾਲ ਪੁਰਖ ਦਾ ਹੁੰਦਾ ਹੈ, ਉਹਦੇ ਵੱਲੋਂ ਆਇਆ ਹੁੰਦਾ। ਉਹ ਗਿਆਨ ਗਾਂ ਟਰਾਂਸਫਰ ਕਰਨਾ ਆਪਣੇ ਸਿੱਖ ਦੇ ਹਿਰਦੇ 'ਚ ਹੌਲੀ ਹੌਲੀ। ਗੁਰੂ ਦੇ ਦੋ ਫੰਕਸ਼ਨ ਹੈ ਸਦਾ ਹੀ। ਦੇ ਤਦੇ 9 ਦੇਹਾਈਆਂ ਆਈਆਂ, ਉਹਨਾਂ ਨਾਲ ਗਾਂ ਗੁਰਮੰਤਰ ਦੇਣਾ ਸੀ ਕੰਨ 'ਚ। ਇਸ ਕਰਕੇ ਦੇਹੀ ਤੋਂ ਬਗੈਰ ਗਾਂ ਦੀਖਿਆ ਨਹੀਂ ਹੋ ਸਕਦੀ। ਤੇ ਇਸੇ ਕਰਕੇ 9ਵੇਂ ਮਹੱਲੇ ਤੋਂ ਬਾਅਦ ਜਦੋਂ ਦੇਹ ਰਹੀ ਨਹੀਂ, ਦੀਖਿਆ ਪੰਜਾਂ ਦੇ ਹਵਾਲੇ ਕਰ ਦਿੱਤੀ ਗਈ। ਉਹਨਾਂ ਪੰਜਾਂ ਜਿਸਮਾਂ ਦੇ ਵਿੱਚ ਆ ਗਿਆ ਸਤਿਗੁਰ। ਇਸ ਕਰਕੇ ਜਿਹੜੀ ਦੀਖਿਆ ਦੇਣ ਦਾ ਕੰਮ ਸੀ ਉਹ ਦੇਹੀਆਂ ਦਿੰਦੀਆਂ ਸੀ, ਤਾਂ ਦੇਹੀ 'ਚ ਸੀ ਗੁਰੂ ਨਾਨਕ ਨੇ। ਤੇ ਅਸਲ 'ਚ ਉਹ
hum, hai, 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 hum। ਗੁਰ ਸੱਤੇ ਗੁਰ ਸਾਜੋ ਸਿੱਖ ਆਖਾਏ ਗੁਰ ਸੱਤੇ ਗੁਰ ਕਾਜੋ ਸਿੱਖ ਆਖਾਏ ਸੋ ਭਲ ਕੇ ਉਠੇ ਹਰੇ ਨਾਮ ਤੇ ਆਵੈ ਉਦਮ ਕਰੇ ਭਲ ਕੇ ਪਰ ਬਾਪੀ ਇਸਨਾਨ ਕਰੇ ਅੰਮ੍ਰਿਤ ਸਰੇ ਨਾਵੈ ਉਪਦੇਸੇ ਗੁਰੂ ਹਰੇ ਹਰੇ ਜਪ ਜਾਪੈ ਸਭੇ ਕੇਵਲ ਵੇਖ ਪਾਪ ਦੋਖ ਲਹਿ ਜਾਵੈ ਫਿਰੇ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰਿ ਨਾਮ ਤੇ ਆਵੈ ਜੋ ਸਾਸੇ ਗੇਰਾਸੇ ਤੇ ਆਏ ਮੇਰਾ ਹਰੇ ਹਰੇ ਸੋ ਗੁਰ ਸਿੱਖ ਗੁਰੂ ਮਨੇ ਭਾਵੈ ਜਿਸ ਨੂੰ ਦਇਆਲ ਹੋਵੈ ਮੇਰਾ ਸੁਆਮੀ ਸੋ ਗੁਰ ਜਿਸ ਨੂੰ ਦਇਆਲ ਹੋਵੈ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ ਸੁਣਾਵੈ ਜਨ ਨਾਨਕ ਧੂੜੇ ਮੰਗੇ ਤਿਸ ਗੁਰ ਸਿੱਖ ਕੀ ਜੋ ਆਪੇ ਜਪੈ ਆਵਰ ਹੈ ਨਾਮ ਜਪਾਵੈ। ਆ ਸ਼ਬਦ ਦੇ ਅਸੀਂ ਇੱਥੇ ਤੱਕ ਪਹੁੰਚ ਚੁੱਕੇ ਹਾਂ ਕਿ ਸਵੇਰੇ ਉੱਠਦਾ ਸਾਰ ਹੀ ਗੁਰਸਿੱਖ ਜਿਹਨੇ ਗੁਰੂ ਕੋਲੋਂ ਦੀਖਿਆ ਲੈ ਕੇ ਸਿੱਖ ਬਣ ਗਿਆ ਹੈ, ਪਹਿਲਾਂ ਸੰਗਤ 'ਚ ਬੰਦਾ ਜਾਂਦਾ ਹੈ, ਫਿਰ ਗੁਰੂ ਕੋਲੋਂ ਗੁਰਮੰਤਰ ਲੈਂਦਾ ਹੈ, ਉਹਦੀ ਪੌਲ ਲੈ ਕੇ ਤੇ ਉੱਥੋਂ ਬਾਅਦ ਉਹ ਫਿਰ ਸਿੱਖ ਬਣ ਜਾਂਦਾ ਹੈ। ਉਹ ਜਿਹੜਾ ਸਿੱਖ ਹੈ ਜਿਹਨੇ ਦੀਖਿਆ ਲੈ ਲਈ ਹੈ, ਗੁਰਮੰਤਰ ਲੈ ਲਿਆ ਹੈ, ਉਪਦੇਸ਼ ਲੈ ਲਿਆ ਹੈ, ਨਾਮ ਲੈ ਲਿਆ ਹੈ, ਬਚਨ ਲੈ ਲਿਆ ਹੈ, ਇਸ ਜਿਹੜਾ ਮੰਤਰ ਗੁਰਮੰਤਰ ਅਸੀਂ ਜਪਣਾ, ਇਹਦੇ ਕਈ ਨਾਮ ਮਹਾਰਾਜ ਨੇ ਬਾਣੀ 'ਚ ਆਉਣਗੇ ਟੂ ਬ੍ਰੇਕ ਦੀ ਮੋਨੋਟੋਨੀ, ਤਾਂ ਕਿ ਲਫ਼ਜ਼ ਭੱਦਾ ਨਾ ਪੈ ਜਾਏ। ਇਹਦੇ ਕਈ ਲਫ਼ਜ਼ ਲਿਖੇ ਨੇ, ਉਪਦੇਸ਼, ਬਚਨ, ਨਾਮ, ਗੁਰਮੰਤਰ, ਮੰਤਰ, ਦੀਖਿਆ। ਇਹ ਜਿਹੜਾ ਸ਼ਬਦ ਹੈ ਕਈ ਲਫ਼ਜ਼ਾਂ 'ਚ ਆਇਆ ਹੈ। ਬਹੁਤਾ ਗੁਰਮੰਤਰ ਤਾਂ ਨਹੀਂ ਬਾਣੀ 'ਚ ਲਿਖਿਆ ਵੀ ਜਿਹੜਾ ਇਹ ਗੁਰਮੰਤਰ ਸੀ ਇਹ ਬਾਹਮਣਾ ਨਾ ਮਖੌਲ ਬਣਾ ਲਿਆ ਸੀ। ਇਹ ਕਰਦੇ ਸੀ ਵੀ ਆਪਣੇ ਜਨੇਊ ਗੜ 'ਚ ਪਾਉਣਾ, ਆਪ ਇਹ ਗੁਰੂ ਬਣ ਬੈਠਦੇ ਸੀ ਤੇ ਗਾਂਹ ਫਿਰ ਖੱਤਰੀਆਂ ਨੂੰ ਵੀ ਹਰ ਕੌਮ ਨੂੰ ਇਹ ਆਪਣਾ ਫਿਰ ਇਹ ਗੁਰਮੰਤਰ ਦਿੰਦੇ ਸੀ ਬਾਹਮਣ। ਉਹ ਕੰਨ 'ਚ ਦਿੰਦੇ ਸੀ, ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਇਹ ਸਦੀਆਂ ਤੂੰ
ਸਾਰੀਆਂ ਕੌਮਾਂ ਨੂੰ ਇਹਨੇ ਗੁਲਾਮ ਬਣਾਇਆ ਸੀ ਬਾਹਮਣ ਨੇ। ਇਹਦੇ ਬਗੈਰ ਕੋਈ ਦੀਖਿਆ ਨਹੀਂ ਸੀ ਦੇ ਸਕਦਾ, ਕਿਉਂਕਿ ਕਹਿੰਦੇ ਅਸੀਂ ਬ੍ਰਾਹਮਣ ਜਿਹੜੇ ਆ, ਅਸੀਂ ਬ੍ਰਹਮਾ ਦੇ ਮੂੰਹ ਚੋਂ ਨਿਕਲੇ ਆ ਤੇ ਅਸੀਂ ਸਭ ਤੋਂ ਉੱਚੇ ਆ। ਇਹ ਜਿਹੜੇ ਖੱਤਰੀ ਹੈ ਬਾਹਾਂ ਚੋਂ ਨਿਕਲੇ ਆ ਬ੍ਰਹਮਾ ਦੇ ਵਿੱਚੋਂ, ਤੇ ਇਹ ਸਦਾ ਹੀ ਲੜਦੇ ਭਿੜਦੇ ਰਹਿਣ। ਤੇ ਇਹਨਾਂ ਨੂੰ ਪਰ ਜਿਹੜੇ ਖੱਤਰੀ ਕੌਮ ਹੈ ਸਾਥੇ ਨਾਲੋਂ ਨੀਵੀਂ ਹੈ, ਤੇ ਅਸੀਂ ਇਹਨਾਂ ਨੂੰ ਵੇਦਾਂ ਸ਼ਾਸਤਰਾਂ ਦਾ ਗਿਆਨ ਅਸੀਂ ਦੇਵਾਂਗੇ, ਇਹ ਨਹੀਂ ਗਿਆਨ ਜਾਣ ਸਕਣਗੇ। ਉਹਨਾਂ ਨੂੰ ਹੱਕ ਨਹੀਂ ਹੈ ਗਿਆਨ ਦੇ ਮਾਲਕ, ਵੇਦਾਂ ਸ਼ਾਸਤਰਾਂ ਦੇ ਮਾਲਕ ਅਸੀਂ ਬਾਹਮਣ ਹੈ, ਕਿਉਂਕਿ ਅਸੀਂ ਬ੍ਰਹਮਾ ਦੇ ਮੂੰਹ ਚੋਂ ਨਿਕਲੇ ਆ। ਕਬੀਰ ਸਾਹਿਬ ਕਹਿੰਦੇ ਜੇ ਤੂੰ ਬ੍ਰਹਮਣੀ ਜਾਇਆ ਆਨ ਵਾਟ ਕਿਉਂ ਨਹੀਂ ਆਇਆ। ਕਬੀਰ ਜੀ ਕਹਿੰਦੇ ਜੇ ਤੂੰ ਬ੍ਰਹਮਾ ਕਹਿਣਾ ਵੀ ਮੈਂ ਬ੍ਰਹਮਾ ਦੇ ਮੂੰਹ ਚੋਂ ਨਿਕਲਿਆ, ਜਿੱਥੋਂ ਮੈਂ ਆਪਣੀ ਮਾਂ ਦੇ ਥਾਂ ਚੋਂ ਨਿਕਲਿਆ ਤੂੰ ਵੀ ਉੱਥੋਂ ਹੀ ਨਿਕਲਿਆ, ਤੂੰ ਹੋਰ ਕਿਸੇ ਰਾਸਤੇ ਕਿਉਂ ਨਹੀਂ ਆ ਗਿਆ ਜੇ ਤੂੰ ਉੱਚਾ ਹੈ। ਤੇ ਕਬੀਰ ਜੀ ਜੁਲਾਹੇ ਸੀ, ਨੀਵੀਂ ਜਾਤ ਦੇ ਗਿਣੇ ਜਾਂਦੇ ਸੀ ਉਸ ਵੇਲੇ, ਤੇ ਸਾਡੇ ਬ੍ਰਹਮ ਗਿਆਨ 'ਚ ਕਬੀਰ ਜੀ ਸਭ ਤੋਂ ਉੱਚੇ ਭਗਤ ਮੰਨੇ ਗਏ, ਤੇ ਮਹੱਲਿਆਂ ਨਾਲ ਆਪਣੇ ਨਾਲ ਬਿਠਾਲੇ ਔਰ ਸ਼੍ਰੋਮਣੀ ਭਗਤ ਗਿਣੇ ਗਏ ਸਾਡੇ ਬ੍ਰਹਮ ਗਿਆਨ। ਉਹ ਸਾਡੇ ਗਿਆਨ 'ਚ ਦਿੰਦੇ ਤੇ ਜੇ ਬਾਹਮਣ ਉੱਚਾ ਹੈ ਤੇ ਮੈਂ ਵੀ ਉਸੇ ਥਾਂ ਮਾਂ ਦੇ ਥਾਂ ਨਿਕਲਿਆ ਜਿੱਥੋਂ ਇਹ ਨਿਕਲਿਆ, ਮੇਰੇ ਨਾਲੋਂ ਕਿੰਨਾ ਉੱਚਾ, ਹੋਰ ਕੋਈ ਰਾਸਤਾ ਇਹਨੇ ਕਿਉਂ ਨਹੀਂ ਲੱਭ ਲਿਆ। ਇਸ ਕਰਕੇ ਬ੍ਰਾਹਮਣਾਂ ਨੂੰ ਇਹਨਾਂ ਨਾਲ ਸਦੀਆਂ ਤੋਂ ਸਾਨੂੰ ਗੁਲਾਮ ਕੀਤਾ, ਅਸੀਂ ਹੁਣ ਵੀ ਕਰਦੇ ਆ ਰਹੇ ਨੇ, ਪਰ ਗੁਰੂ ਨਾਨਕ ਦੇ ਸਿੱਖ ਛੁੱਟ ਗਏ ਇਹਨਾਂ ਤੋਂ। ਬਾਬਾ ਨਾਨਕ ਆਇਆ ਐਸਾ, ਉਹਨੇ ਕਿਹਾ ਵੀ ਜੇ ਉਹ ਬ੍ਰਾਹਮਣ ਜਿਹੜੇ ਸੀ ਇਹ ਜਨੇਊ ਪਾ ਕੇ ਤੇ ਗਾਂ ਫਿਰ ਗੁਰਮੰਤਰ, ਇਹ ਸਾਰੇ ਜਿੰਨੇ ਖੱਤਰੀ ਕੌਮ ਹੁੰਦੇ ਸੀ ਇਹਨਾਂ ਦਾ ਗੁਰੂ ਬ੍ਰਾਹਮਣ ਹੁੰਦਾ ਸੀ, ਗੁਰ ਬ੍ਰਾਹਮਣ ਥਿਆ। ਇਸ ਕਰਕੇ ਜਿਹੜਾ ਗੁਰ ਅਸਲ ਹੋਣਾ ਚਾਹੀਦਾ ਸੀ ਉਹ ਬ੍ਰਾਹਮਣ ਬਣ ਜਾਂਦਾ ਸੀ। ਤੇ ਕੰਨਾ ਮੰਨਾ ਕੋਰ ਤੂੰ ਮੇਰਾ ਚੇਲਾ ਮੈਂ ਤੇਰਾ ਗੁਰ। ਇਹ ਫਿਰ ਗੁਰੂ ਨਾਨਕ ਆਇਆ, ਇਹਨੇ ਫਿਰ ਅਕਾਲ ਪੁਰਖ ਦਾ ਜਿਹੜਾ ਮੰਤਰ ਸੀ ਨਾ ਉਹ ਕੰਨ 'ਚ ਦੇਣਾ ਸ਼ੁਰੂ ਕੀਤਾ ਤੇ ਅਕਾਲ ਪੁਰਖ ਨੂੰ ਹੀ ਗੁਰੂ ਮੰਨਿਆ। ਇਹ ਗੁਰ ਬਾਹਮਣ ਆਪ ਬਣਦਾ ਸੀ। ਉਹਨਾਂ ਨੇ ਕਿਹਾ ਤਤ ਨਿਰੰਜਨ ਜੋ ਤੇ ਸਵਾਈ ਸੋਹੰਗ ਭੇਦ ਨ ਕੋਈ ਜਿਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ। ਮੇਰਾ ਗੁਰ ਇਹ ਬਾਹਮਣ ਨਹੀਂ ਆ, ਮੇਰਾ ਗੁਰ ਅਕਾਲ ਪੁਰਖ ਹੈ। ਇਸ ਕਰਕੇ ਅਸੀਂ ਗੁਰ ਸੱਤੇ ਗੁਰ ਦੇ ਸਿੱਖ ਹਾਂ। ਉਹ ਜਿਹੜਾ ਸਿੱਖ ਹੈ ਉਹ ਮੰਤਰ ਲੈ ਲਏ, ਗੁਰਮੰਤਰ ਲੈ ਲਏ। ਮਹਾਰਾਜ ਨੇ ਵੀ ਫਿਰ ਕੰਨ 'ਚ ਦੇਣਾ ਸ਼ੁਰੂ ਕਰ ਦਿੱਤਾ ਔਰ ਪਰ ਅਕਾਲ ਪੁਰਖ ਨੂੰ ਗੁਰੂ ਬਣਾਇਆ। ਇਹਨੂੰ ਗੁਰਮੰਤਰ ਵੀ ਕਿਹਾ, ਦੀਖਿਆ ਵੀ ਕਿਹਾ, ਉਪਦੇਸ਼ ਵੀ ਕਿਹਾ, ਬਚਨ ਵੀ ਕਿਹਾ, ਨਾਮ ਵੀ ਕਿਹਾ, ਸ਼ਬਦ ਵੀ ਕਿਹਾ। ਕਈ ਨਾਂ ਨੇ ਇਹਦੇ ਬਾਣੀ 'ਚ ਆਉਣਗੇ। ਤੇ ਇਹ ਜਿਹੜਾ ਗੁਰਮੰਤਰ ਹੈ ਬਹੁਤ ਘੱਟ ਵਰਤਿਆ, ਇਸੇ ਕਰਕੇ ਵੀ ਇਹ ਜਿੱਦਾਂ ਕਾਂਗਰਸ ਦੇ ਵਿੱਚ ਕਾਂਗਰਸ ਟੋਪੀ ਬਦਨਾਮ ਹੋ ਗਈ ਹੈ ਵੀ ਜਿਹਦੇ ਸਿਰ ਤੇ ਕਾਂਗਰਸ ਟੋਪੀ ਉਹ ਸਾਲਾ ਜ਼ਰੂਰੀ ਚੋਰ ਚੱਕਾ ਜਾਂ ਠੱਗ ਹੋਊ। ਇਸ ਤਰ੍ਹਾਂ ਇਹ ਗੁਰਮੰਤਰ ਐਡਾ ਬਦਨਾਮ ਹੋ ਚੁੱਕਾ ਸੀ ਲਫ਼ਜ਼ ਬ੍ਰਹਮ ਗਿਆਨ 'ਚ। ਮਹਾਰਾਜ ਨੇ ਇਹਦੇ ਲਈ ਫਿਰ ਸ਼ਬਦ ਕੱਢਿਆ ਵੀ ਸ਼ਬਦ ਜਿੱਥੇ ਦੱਦੇ ਨੂੰ ਔਂਕੜ ਆ ਜਾਏ ਉਹ ਸ਼ਬਦ ਗੁਰਮੰਤਰ ਦਾ ਲਖਾਇਕ ਹੈ। ਸਾਰੇ ਸ਼ਬਦ ਵੀ ਜਿਹੜੇ ਹੈ ਸਾਡੇ ਗਿਆਨ ਦੇ ਬਾਣੀ ਦੇ ਉਹ ਵੀ ਸ਼ਬਦ ਨੇ, ਪਰ ਉਹ ਸਾਰੇ ਸ਼ਬਦ ਇੱਕ ਸ਼ਬਦ ਜਪਣ ਨਾਲ ਲਾਉਣਗੇ। ਉਹ ਜਿਹੜਾ ਸ਼ਬਦ ਹੈ ਫਿਰ ਮਹਾਰਾਜ ਨੇ ਉਹ ਕੰਨ 'ਚ ਦੇਣਾ ਸ਼ੁਰੂ ਕਰਤਾ। ਉਹ ਸਾਡਾ ਚੁਆਖਰਾ ਗੁਰਮੰਤਰ ਹੈ। ਗੁਰਮੰਤਰ ਬਹੁਤ ਘੱਟ ਵਰਤਿਆ ਹੈ, ਸ਼ਬਦ ਬਹੁਤ ਵਰਤਿਆ ਹੈ। ਇਸ ਕਰਕੇ ਅਸੀਂ ਸ਼ਬਦ ਗੁਰਮੰਤਰ ਨੂੰ ਕਹਿੰਦੇ ਹਾਂ। ਜਿਨ੍ਹਾਂ ਨੇ ਉਹ ਲੈ ਲਿਆ ਹੈ ਉਹ ਸਿੱਖ ਬਣ ਜਾਂਦੇ ਹਨ, ਬਾਕੀ ਸੰਗਤ 'ਚ ਰਹਿੰਦੇ ਹਨ। ਕਿਉਂ? ਦੋ ਸ਼੍ਰੇਣੀਆਂ ਐਨ ਪ੍ਰਤੱਖ ਕਰ ਦਿੱਤੀਆਂ। ਪਿੱਛੇ ਵੀ ਬੈਠਕ 'ਚ ਦੱਸਿਆ ਸੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸੰਵਾਰਿਆ, ਪੂਰੀ ਹੋਈ ਕਰਮਾਤ ਆਪ ਸਿਰਜਣਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਗੁਰੂ ਰਾਮਦਾਸ ਸਾਹਿਬ ਵੇਲੇ ਦੋ ਸ਼੍ਰੇਣੀਆਂ ਪ੍ਰਤੱਖ ਬਾਣੀ 'ਚ ਮਿਲਦੀਆਂ, ਫਤਿਹ ਬਲਵੰਡੇ ਦੀ ਵਾਰ 'ਚ। ਕਈ ਗੁਰੂ ਰਾਮਦਾਸ ਸਾਹਿਬ ਵੇਲੇ ਇੱਕ ਸਿੱਖ ਹੁੰਦੇ ਸੀ, ਇੱਕ ਸੰਗਤ ਹੁੰਦੀ ਸੀ। ਸਿੱਖੀ ਅਤੇ ਸੰਗਤੀ, ਸਿੱਖੀ ਐਂਡ ਸੰਗਤੀ। ਸੰਗਤ ਵਿੱਚ ਸਾਰੇ ਬੈਠ ਸਕਦੇ ਸੀ, ਸਾਰੇ ਹਰ ਮਜ਼ਹਬ ਹਰ ਕੋਈ, ਲੇਕਿਨ ਸੰਗਤ ਦੇ ਵਿੱਚੋਂ ਜਿਹੜੇ ਗੁਰੂ ਕੋਲੋਂ ਗੁਰਮੰਤਰ ਲੈ ਜਾਂਦੇ ਸੀ, ਦੀਖਿਆ ਲੈ ਜਾਂਦੇ ਸੀ, ਨਾਮ ਲੈ ਜਾਂਦੇ ਸੀ, ਬਚਨ ਲੈ ਜਾਂਦੇ ਸੀ, ਉਪਦੇਸ਼ ਲੈ ਜਾਂਦੇ ਸੀ,
ਸ਼ਬਦ ਲੈ ਜਾਂਦੇ ਸੀ ਜਪਣ ਨੂੰ, ਸ਼ਬਦ ਉਹ ਸਿੱਖ ਕਹਿਲਾਉਂਦੇ ਸੀ। ਇਸੇ ਕਰਕੇ ਸਾਰਾ ਸ਼ਬਦ ਸਿੱਖ ਦੇ ਪਰਥਾਏ ਹੈ। ਪਹਿਲਾਂ ਤੇ ਗੁਰਮੰਤਰ ਲੈ ਲੈਣਾ ਚਾਹੀਦਾ ਕੰਨਾਂ ਤੋਂ, ਬਾਅਦ ਮਹੱਲੇ 9ਵੇਂ ਤੱਕ ਕੰਨ 'ਚ ਦਿੰਦੇ ਆਏ, ਫਿਰ ਦੇਹ ਰਹਿਣੀ ਨਹੀਂ ਸੀ। ਇਸ ਕਰਕੇ ਉਹ ਪੰਜਾਂ ਦੀ ਦੇਹ ਖੜੀ ਕਰਕੇ ਉਹਨਾਂ ਦੇ ਥਰੂ ਫਿਰ ਇਹ ਗੁਰਮੰਤਰ ਗੋਬਿੰਦ ਰਾਏ ਨਾਲ ਲਿਆ ਤੇ ਆਪਣਾ ਨਾਂ ਸਿੰਘ ਰਖਾਇਆ। ਇਸ ਕਰਕੇ ਗੁਰਮੰਤਰ ਹਰ ਇੱਕ ਨੂੰ ਲੈਣਾ ਪੈਣਾ ਹੈ ਜੇ ਸਿੱਖ ਬਣਨਾ ਹੈ। ਤੇ ਉਹ ਜਿਹੜਾ ਸਿੱਖ ਹੈ ਉਹਦਾ ਹੀ ਉਹਦੇ ਲਈ ਪਰਥਾਏ ਸ਼ਬਦ ਹੈ ਭਾਈ। ਜਿਹੜਾ ਸਿੱਖ ਹੈ ਜੇ ਪਿਛੜ ਰਾਤ ਤੋਂ ਜਾਗਦਾ ਨਹੀਂ ਆ ਤੇ ਉਹ ਜੀਂਦਾ ਹੀ ਮਰੇ ਆ। ਲੋਥ ਪਈ ਹੈ ਮੰਜੇ ਦੇ ਉੱਤੇ, ਗੁਰੂ ਖੁਸ਼ ਨਹੀਂ ਆ ਉਹਦੇ ਤੇ। ਜਿਹੜਾ ਸਿੱਖ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਉਹ ਸਿੱਖ, ਉਹਦੇ ਲਈ ਸ਼ਬਦ ਹੈ ਗੁਰ ਸੱਤੇ ਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰੇ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ। ਬਾਣੀ 'ਚ ਇੱਕ ਹੋਰ ਬੜਾ ਰੂਲ ਚੱਲ ਰਿਹਾ ਹੈ, ਇੱਕੋ ਲਫ਼ਜ਼ ਦੇ ਮਹੀਨੇ ਦੇ ਦੋ ਲਫ਼ਜ਼ ਇਕੱਠੇ ਆ ਜਾਣਗੇ, ਜਿੱਦਾਂ ਭਲਕੇ ਤੇ ਪ੍ਰਭਾਤੀ। ਇਹ ਮਹਾਰਾਜ ਦਾ ਐਸਾ ਤਰੀਕਾ ਹੈ, ਕਈ ਵਾਰੀ ਤਿੰਨ ਲਫ਼ਜ਼ ਇਕੱਠੇ ਇੱਕੋ ਮਹੀਨੇ ਦੇ ਆਉਣਗੇ। ਉੱਥੇ ਘਾਬਰਨਾ ਨਹੀਂ, ਉੱਥੇ ਐਨ ਵਿਵੇਕ ਬੁੱਧੀ ਵਰਤ ਕੇ ਮਹਾਰਾਜ ਨਾਲ ਉਹ ਲਾਈਨ ਕਲੀਅਰ ਕਰਨੀ ਹੁੰਦੀ। ਇਸ ਕਰਕੇ ਕਈ ਥਾਂ ਦੋ ਤਿੰਨ ਲਫ਼ਜ਼ ਇੱਕੋ ਭਾਵ ਵਰਤਦੇ ਆ ਜਾਣਗੇ। ਸਤਿਗੁਰ, ਸੰਤ, ਸਾਧ, ਇਹ ਸਾਰੇ ਇੱਕੋ ਹੀ ਮਤਲਬ ਹੈ, ਲੇਕਿਨ ਉਹ ਆਉਣਗੇ ਇਕੱਠੇ, ਉਹ ਲਹਿਦਾ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਕਈ ਲਫ਼ਜ਼ ਇੱਕ ਮਹੀਨੇ ਦੇ ਕਈ ਥਾਂ ਇਕੱਠੇ ਵੀ ਦਿੱਤੇ ਹੈ। ਇੱਥੇ ਭਲਕੇ ਮਹੀਨੇ ਵੀ ਸਵੇਰ ਵੇਲਾ, ਪ੍ਰਭਾਤੀ ਮਹੀਨੇ ਵੀ ਸਵੇਰ ਵੇਲਾ। ਭਲਕੇ ਪ੍ਰਭਾਤੀ ਦੋ ਲਫ਼ਜ਼ ਇਕੱਠੇ ਦੇ ਦਿੱਤੇ ਸੀ ਤਾਂ ਕਿ ਸਿੱਖ ਇਹਨੂੰ ਅੰਮ੍ਰਿਤ ਵੇਲਾ ਕਦੀ ਨਾ ਕਹਿਣ। ਇਹ ਅੰਮ੍ਰਿਤ ਵੇਲਾ ਨਹੀਂ ਹੈ। ਅੰਮ੍ਰਿਤ ਵੇਲਾ ਉਹ ਹੈ ਜਦੋਂ ਅੰਦਰ ਅੰਮ੍ਰਿਤ ਵਰਦਾ ਹੈ, ਉਹ ਵੇਲਾ ਹੈ। ਉਹ ਜਪ ਬਾਣੀ ਦਾ ਵੇਲਾ ਬਹੁਤ ਉੱਚਾ ਹੈ, ਅੰਮ੍ਰਿਤ ਵੇਲਾ ਸੱਚ ਨਾਉ। ਇੱਥੇ ਮਹਾਰਾਜ ਨਾਲ ਦੋ ਲਫ਼ਜ਼ ਇਕੱਠੇ ਤਦੇ ਵਰਤਦੇ ਕਿ ਅੰਮ੍ਰਿਤ ਵੇਲਾ ਕਦੀ ਨਹੀਂ ਸਿੱਖ ਨਾਲ ਮੂੰਹ 'ਚੋਂ ਲਿਆਉਣਾ। ਉਹ ਬਹੁਤ ਵੱਡੀ ਸਟੇਜ ਹੈ। ਸਵੇਰ ਵੇਲੇ ਨੂੰ ਚਾਲਾਂਗੇ ਪ੍ਰਭਾਤੇ ਭਲਕੇ ਕਿਹਾ, ਇਸ ਕਰਕੇ ਦੋ ਲਫ਼ਜ਼ ਇਕੱਠੇ ਆ ਗਏ। ਉਦਮ ਕਰੇ ਭਲਕੇ ਪ੍ਰਭਾਤੀ। ਤੇ ਇਸ਼ਨਾਨ ਕਿਹੜਾ ਕਰੇ? ਜਿਹੜਾ ਨੰਨੇ ਨੂੰ ਔਂਕੜ ਹੈ। ਇਸ਼ਨਾਨ ਅੰਦਰਲਾ ਹੈ, ਲੇਵ ਦੀ ਅਵਸਥਾ 'ਚ ਇਸ਼ਨਾਨ ਹੁੰਦਾ ਹੈ। ਇਹ ਸਰੀਰ ਸਰਵਰ ਹੈ ਸੰਤੋ, ਇਸ਼ਨਾਨ ਕਰੇ ਲਿਵ ਲਾਈ। ਇਸ ਕਰਕੇ ਜਿਹੜਾ ਗੁਰੂ ਦਾ ਸਿੱਖ ਹੈ, ਜਿਹਨੇ ਗੁਰਮੰਤਰ ਲਿਆ, ਇੰਨਾ ਸਵੇਰੇ ਉੱਠ ਕੇ ਐਨ ਧਿਆਨ 'ਚ ਚਲੇ ਜਾਏ ਵੀ ਉਹਦੀ ਲਿਵ ਲੱਗ ਜਾਏ। ਤੇ ਲਿਵ ਲੱਗੇਗੀ ਹੀ ਆਖ ਰਹੇ ਲਿਵ ਲਾਏ। ਜਿੰਨ ਚਿਕ ਨਾਮ ਨੂੰ ਆਖਦਾ ਨਹੀਂ ਜੀਵ ਨਾ, ਹੋਰ ਕੋਈ ਚੈਨਲ ਨਹੀਂ ਹੈ ਜਿਹਦੇ ਨਾਲ ਕਿ ਅੰਦਰ ਲਿਵ ਲੱਗ ਸਕੇ। ਜਿਹੜਾ ਅੱਖਾਂ ਮੀਚ ਕੇ ਬਹਿ ਜਾਂਦੇ ਆ ਕਿ ਹਾਂ ਧਿਆਨ 'ਚ ਬੈਠੋ ਜੀ, ਉਹ ਬਿਲਕੁਲ ਹੀ ਬਾਣੀ ਦੇ ਅਸੂਲ ਤੋਂ ਗੁਰੂ ਨਾਨਕ ਨੂੰ ਪਿੱਠ ਦੇ ਕੇ ਉਸ ਵੇਲੇ ਬੈਠਦੇ ਆ। ਹਾਲੀ ਉਹ ਪਹਿਲੀ ਜਮਾਤ ਦੇ ਸ਼੍ਰੇਣੀ ਹੁੰਦੇ ਆ ਤੇ ਅੱਖਾਂ ਮੀਚ ਕੇ ਬੱਤੀਆਂ ਬੁਝਾ ਕੇ ਜੀ ਧਿਆਨ ਧਰੋ। ਇਹ ਉੱਕਾ ਹੀ ਮਨ ਮਤ ਹੈ। ਮਹਾਰਾਜ ਕਹਿੰਦੇ ਸੋਚਿਆ ਸੋਚ ਨਾ ਹੋਵੀ, ਜੇ ਲਾਏ ਰਹਾ ਲਿਵ ਤਾਰ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਹ ਸਾਰੇ ਦੇ ਵਿੱਚ ਹੀ ਕਿਵ ਸਚਿਆਰਾ ਹੋਈ ਹੈ। ਉਹ ਇਹ ਸਾਰੇ ਦੇ ਵਿੱਚ ਹੀ ਜਪੇ ਜਪ ਨਾ ਹੋਵੀ, ਜੇ ਜਪੀ ਲੱਖ ਵਾਰ ਇਹ ਨਹੀਂ ਲਿਖਿਆ, ਜਾਣ ਬੁੱਝ ਕੇ ਨਹੀਂ ਲਿਖਿਆ, ਕਿਉਂਕਿ ਤੇ ਬਾਣੀ ਦਾ ਹੈਡਿੰਗ ਜਪ ਹੈ। ਅਸੀਂ ਜਪ ਕਰਕੇ ਲਿਵ ਲਾਉਣੀ ਹੈ, ਚੁੱਪ ਕਰਕੇ ਲਿਵ ਨਹੀਂ ਲਾਉਣੀ। ਚੁੱਪੇ ਚੁੱਪ ਨਾ ਹੋਵੀ। ਤੂੰ ਉੱਤੋਂ ਅੱਖਾਂ ਬੰਦ ਕਰ ਲਏਗਾ, ਬੱਤੀਆਂ ਬੁਝਾ ਲਏਗਾ, ਅੰਦਰ ਤੇਰਾ ਮਨ ਤੇ ਚੁੱਪ ਹੀ ਨਹੀਂ। ਅੰਦਰਲੀ ਚੁੱਪ ਨਹੀਂ ਹੋਣੀ। ਚੁੱਪੇ ਚੁੱਪ ਨਾ ਹੋਵੀ, ਮੂੰਹ 'ਚ ਚੁੱਪ ਨਹੀਂ, ਅੰਦਰਲੀ ਚੁੱਪ ਨਹੀਂ ਹੋਣੀ। ਅੰਦਰਲੀ ਚੁੱਪ ਹੋਏਗੀ ਜਪ ਕੇ। ਜਿੰਨਾ ਰਸਨਾ ਨਾਲ ਨਾਮ ਜਪੇਗਾ ਉਨਾ ਪਾਰਸ ਕਲਾ ਵਰਤ ਕੇ ਇਹ ਮਨ ਚੁੱਪ ਹੋਏਗਾ। ਮਨ ਨਾਲ ਚੁੱਪ ਨਹੀਂ ਹੋਣਾ। ਇਸੇ ਕਰਕੇ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਕਹਿੰਦਾ ਇਹ ਸੋਚਣ ਨਾਮ ਨਹੀਂ ਮਿਲਣਾ। ਕਿਆ ਸੋਚੇ ਬਾਰੰਬਾਰਾ, ਹਰ ਕਾ ਨਾਮ ਨਾ ਜਪਸ ਗੁਆਰਾ। ਬੰਦਿਆ ਸਵੇਰ ਵੇਲੇ ਜਾਗ ਖੁੱਲ੍ਹਦੀ ਹੈ ਤੇ ਉਸ ਵੇਲੇ ਸੋਚਣ 'ਚ ਬੜਾ ਮਜ਼ਾ ਆਉਂਦਾ ਹੈ। ਜੀਵ ਹਿਲਾਉਣ 'ਚ ਵੱਡ ਭਾਗੀਆਂ ਵਾਹੋ ਮੂੰਹੋਂ ਕਢਾਏ। ਉਸ ਵੇਲੇ ਕਰਕੇ ਦੇਖ ਲਓ, ਬੰਦੇ ਨੂੰ ਸੋਚਣ 'ਚ ਬੜਾ ਮਜ਼ਾ ਆਊ। ਜਾਗ ਖੁੱਲ੍ਹ ਜਾਊ, ਭਾਵੇਂ ਪਰਮੇਸ਼ਰ ਨੂੰ ਹੀ ਸੋਚ ਰਿਹਾ ਹੋਵੇ। ਪਰ ਮਹਾਰਾਜ ਕਹਿੰਦੇ ਇਹ ਸੋਚੇ ਸੋਚ ਨਾ ਹੋਵੇ, ਜੇ ਸੋਚੀ ਲਖਵਾਰ।
ਇਹ ਸੋਚੇ ਦਾ ਉਹ ਵੀ ਹੈ ਵੀ ਤੂੰ ਸੁੱਚਾ ਵੀ ਨਹੀਂ ਹੋਣਾ। ਕਿਆ ਭਵੀਏ ਸੱਚੇ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਸਾਰੇ ਸਿੱਧ ਗੋਸ਼ਟ ਦਾ ਨਿਚੋੜ ਹੀ ਇਹ ਹੈ ਵੀ ਸਾਰੇ ਸਿੱਧ ਜਿਹੜੇ ਸੀ ਇਹ ਅੱਖਾਂ ਮੀਚ ਕੇ ਸਮਾਧੀਆਂ ਲਾ ਕੇ ਉਸ ਅਵਸਥਾ 'ਚ ਸੁੰਨ 'ਚ ਪਹੁੰਚਣਾ ਚਾਹੁੰਦੇ ਸੀ, ਸੋਚ ਕੇ ਤੇ ਚੁੱਪ ਕਰਕੇ ਸਮਾਧੀ ਲਾ ਕੇ। ਉਹ ਸਿੱਧ ਗੋਸ਼ਟ ਦੇ ਵਿੱਚ ਰਹਾਉ ਦੀ ਤੁਕ ਹੈ। ਸਾਰੇ ਸਿੱਧਾਂ ਨੂੰ ਉਪਦੇਸ਼ ਹੈ, ਉਹ ਅੱਖਾਂ ਮੀਚ ਕੇ ਨਾਮ ਬੈਠੋ, ਇਹ ਤਰੀਕਾ ਨਹੀਂ ਹੈ। ਰਸਨਾ ਨਾਲ ਸ਼ਬਦ ਨੂੰ ਭਾਖੋ। ਜਿੰਨਾ ਰਸਨਾ ਨਾਲ ਨਾਮ ਰਸਨਾ ਮਿਲੀ ਹੀ ਇਨਸਾਨ ਨੂੰ ਨਾਮ ਜਪਣ ਲਈ ਹੈ। ਇਸ ਕਰਕੇ ਰਸਨਾ ਖਾਣ ਪੀਣ ਸਵਾਦ ਲਈ ਨਹੀਂ ਹੈ, ਇਹ ਤਾਂ ਸੁੱਤੀ ਪਈ ਹੈ ਸਵਾਦਾਂ। ਰਸਨਾ ਸੋਈ ਲੋਭ ਮੀਠੇ ਸਾਧ, ਕੰਨ ਵੀ ਗੁਰਮੰਤਰ ਸੁਣਨ ਨੂੰ ਮਿਲੇ ਹੈ। ਸਰਵਣ ਸੋਏ ਸੁਣ ਨਿੰਦ ਵਿਚਾਰ। ਆ ਜਿਹੜੀਆਂ ਅੱਖਾਂ ਵੈ ਇਹ ਵੀ ਅਕਾਲ ਪੁਰਖ ਦਾ ਰੂਪ ਦੇਖਣ ਨੂੰ ਮਿਲੀਆਂ ਹੈ। ਪਰ ਨੈਣ ਸੋਏ ਪਰ ਦ੍ਰਿਸ਼ਟ ਵਿਕਾਰ। ਅਸੀਂ ਭੈੜੇ ਦ੍ਰਿਸ਼ਟ ਦੇਖ ਕੇ ਸਾਡੀਆਂ ਅੱਖਾਂ ਸੌਂ ਜਾਂਦੀਆਂ ਹੈ ਮਾਇਆ 'ਚ। ਜਿਹੜੇ ਕੰਨ ਹੈ ਸਾਡੇ ਉਧਰ ਆਦਰ ਉਸਤਤ ਨਿੰਦਿਆ ਇਹ ਸਭ ਸੁਣ ਕੇ ਗੁਰਮੰਤਰ ਨਾਮ ਘੱਟ ਸੁਣਦੇ ਹੈ, ਬਾਕੀ 24 ਘੰਟੇ 'ਚ ਬਿੱਖ ਜ਼ਿਆਦਾ ਸੁਣਦੇ ਆ। ਇਹ ਸਾਰੀ ਉਮਰ ਲਈ ਸੌਂ ਜਾਂਦੇ ਆ, ਸੁੰਨ ਹੋ ਜਾਂਦੇ ਆ। ਤੀਸਰਾ ਹੈ ਜੀਵ। ਇਹ ਇੰਨੇ ਅਸੀਂ ਸਵਾਦ ਲੈ ਕੇ ਖਾਣੇ ਖਾਂਦੇ ਹਾਂ, ਕਦੀ ਨਹੀਂ ਦੇਖਦੇ ਕਿ ਇਹ ਖਾਣਾ ਸਾਡੀ ਸਿਹਤ ਲਈ ਠੀਕ ਹੈ। ਅਸੀਂ ਕਹਿੰਦੇ ਸਵਾਦਲਾ ਬੜਾ ਹੈ, ਉਹ ਰਸਨਾ ਸੌਂ ਜਾਂਦੀ ਹੈ ਸਾਰੀ। ਹਾਲਾਂਕਿ ਔਰ ਜਿਹੜਾ ਮਨ ਹੈ ਇਹ ਤੇ ਅੰਦਰ ਬੇਹੋਸ਼ ਪਿਆ, ਜਿੱਦਾਂ ਸ਼ਰਾਬੀ ਲੋਟ ਪੋਟ ਹੋਇਆ ਹੁੰਦਾ ਨਾ, ਉਹ ਮਨ ਮਹਾਰਾਜ ਕਹਿੰਦੇ ਮਨ ਸੋਇਆ ਮਾਇਆ ਵਿਸਮਾਰ। ਇਹ ਮਨ ਐਸਾ ਸੁੱਤਾ ਹੀ ਜਾਗਦਾ ਹੀ ਨਹੀਂ ਹੈ। फिर अगे रहाओ दी तोकाई, इस ग्रह में कोई जागत रहे, साबत वस्त वो अपनी रहे। अपने ना सारे इंद्रियां नूं जगाउणा है नाम जप के। ये जागने ही रसना नाल नाम जप के है, क्योंकि अंदर रसना का कनैक्शन ENT है, ईयर नोज थ्रोट। ਜਿਉਂ ਜਿਉਂ ਰਸਨਾ ਨਾਲ ਨਾਮ ਗੂੰਜ ਪਾ ਕੇ ਅੰਦਰ ਜਪਾਂਗੇ ਮੂੰਹ ਦੇ ਵਿੱਚ, ਇਹ ਇੰਦਰੇ ਉੱਠਣੇ ਸ਼ੁਰੂ ਹੋ ਜਾਣਗੇ, ਕੰਨ ਵੀ ਨਾਮ ਸੁਣਨ ਲੱਪਣਗੇ। ਇਸ ਕਰਕੇ ਜਿਹੜਾ ਜੀਭ ਨਾਲ ਨਾਮ ਜਪਣਾ ਹੈ ਇਹ ਬੜਾ ਜ਼ਰੂਰੀ ਹੈ। ਸਵੇਰ ਵੇਲੇ ਉੱਠ ਕੇ ਨਾ ਬੰਦਾ ਸੋਚਣ ਲੱਗ ਪੈਂਦਾ ਹੈ। ਸਾਰੀ ਦਿਹਾੜੀ ਵੀ ਨਾਮ ਘੱਟ ਜਪਦਾ ਹੈ ਤੇ ਨਾਮ ਬਾਬਤ ਸੋਚਦਾ ਬੜਾ ਹੈ। ਗੁਰੂ ਨਾਨਕ ਕਹਿੰਦਾ ਵੱਖਰ ਨਾਮ ਦੇਖਣ ਕੋਈ ਜਾਏ, ਨਾ ਕੋਈ ਚਾਖੇ ਨਾ ਕੋ ਖਾਏ। ਇਸ ਕਰਕੇ ਨਾਮ ਕੋਈ ਐਸੀ ਵਸਤੂ ਜਿਹੜੀ ਰੱਬ ਨੂੰ ਪਾਉਣਾ ਹੈ ਉਹ ਸੋਚ ਕੇ ਨਹੀਂ ਮਿਲਣਾ। ਨਾ ਤੂੰ ਸੁੱਚੇ ਹੀ ਹੋਣਾ ਬਗੈਰ ਸ਼ਬਦ ਦੇ ਜਪ ਤੋਂ। ਸਿੱਧਾਂ ਨੂੰ ਕਹਿਣ ਲੱਗੇ, ਸਿੱਧ ਕਹਿੰਦੇ ਜੀ ਅਸੀਂ ਤੀਰਥਾਂ 'ਤੇ ਨਹਾ ਕੇ ਸੁੱਚੇ ਹੋ ਜਾਂਦੇ ਹਾਂ। ਉਹ ਕਹਿੰਦੇ ਕਿਆ ਭਾਬੀਏ, ਫਿਰ ਉਹ ਭਾਉਂਦੇ ਰਹਿੰਦੇ ਸੀ। ਮਨ ਉਹਨਾਂ ਦਾ ਅੰਦਰ ਖੜਾ ਨਹੀਂ ਸੀ ਹੁੰਦਾ। ਅਤੇ ਮਹਾਰਾਜ ਕਹਿੰਦੇ ਤੁਸੀਂ ਕੀ ਸਿੱਧ ਚੌਂਕੜੀ ਲਾਈ ਹੈ, ਅੰਦਰ ਮਨ 'ਤੇ ਤੁਹਾਡਾ ਭਾਉਂਦੇ ਆ। ਉਹ ਸਾਰੀ ਉਮਰ ਕਦੀ ਕਿਸੇ ਤੀਰਥ 'ਤੇ ਚੜ੍ਹ ਜਾ ਸੈਲਾਂ ਕਰਦੇ ਸੀ, ਜਿੱਦਾਂ ਅੱਜ ਕੱਲ੍ਹ ਲੋਕ ਨਿਕਲ ਪੈਂਦੇ ਨੇ ਟੂਰਾਂ 'ਤੇ। ਆਹ ਸੜੇ ਸਮਾਗਮ ਆ ਸਾਰੇ, ਜਿੰਨੇ ਅਸੀਂ ਦੂਰ ਦੂਰ ਜਾਂਦੇ ਹਾਂ, ਭਾਵੇਂ ਸੰਗਤ ਦਾ ਨਾਂ ਕਰ ਲੈਂਦੇ ਹਾਂ, ਅੰਦਰੋਂ ਭੋਸ ਉਹੀ ਹੁੰਦਾ ਵੀ ਚਲੋ ਤਾਰਾ ਫਿਰ ਤੁਰੇ ਆਈਏ। ਇਹ ਸਾਰੇ ਮਾਨ ਕਰਾਉਂਦਾ ਸਭ ਕੁਛ। ਉਹ ਜੋ ਉੱਥੇ ਜਾ ਕੇ ਕਰਨਾ ਉਹ ਘਰ ਵੀ ਕਰ ਸਕਦੇ ਹੋ ਤੁਸੀਂ, ਇਹ ਰੋਜ਼ ਕਰ ਸਕਦੇ ਹੋ। ਬੰਦੇ ਨੂੰ ਆਪਣੀ ਰੋਜ਼ ਦੀ ਰੂਟੀਨ ਕਰਨੀ ਚਾਹੀਦੀ ਹੈ। ਮਨ ਨੂੰ ਸੁੱਖ ਮਿਲ ਜਾਂਦਾ, ਸਮਾਗਮਾਂ 'ਤੇ ਚੜ੍ਹੇ ਜਾਂਦਾ, ਸੰਗਤ 'ਚ ਚੜ੍ਹੇ ਜਾਂਦਾ, ਰੌਣਕ ਹੁੰਦੀ, ਸਭ ਕੁਛ ਹੁੰਦੀ। ਮਹਾਰਾਜ ਕਹਿੰਦਾ ਪ੍ਰਥਮੇ ਮਨ ਪਰ ਬੁੱਧੇ ਆਪਣਾ, ਪਹਿਲਾਂ ਆਪਣੇ ਮਨ ਨੂੰ ਫੜੋ। ਇਹਦੀ ਕੀ ਹਾਲਤ ਹੈ। ਰੋਜ਼ ਸਵੇਰੇ ਹੁਣ ਇੱਥੇ ਮਹਾਰਾਜ ਜਿਹੜਾ ਸ਼ਬਦ ਸ਼ੁਰੂ ਕਰਦੇ ਇੱਥੇ ਲਿਖਿਆ ਵੀ ਤੂੰ ਉੱਠ ਕੇ ਤੇ ਆਪਣਾ ਘਰ ਛੱਡ ਕੇ ਤੇ ਭੱਜਾ ਫਿਰ ਨੇਤੀ। ਮਹਾਰਾਜ ਲਿਖਦੇ ਨਹੀਂ, ਗੁਰ ਸਤੇ ਗੁਰ ਕਾ ਜੋ ਸੇਖਾ ਖਾਏ, ਤੂੰ ਭੱਜ ਕੇ ਉੱਠੇ ਹਰ ਨਾਮ ਤੇ ਆਵੇ। ਆਪਣੇ ਘਰ 'ਚ ਹੀ ਬੈਠ ਕੇ ਜਦੋਂ ਜਾਗ ਖੁੱਲ੍ਹ ਜੇ, ਸੋਚੇ ਨਾ, ਰਸਨਾ ਨੂੰ ਜੋੜ ਦਵੇ ਨਾਮ ਜਪਣ ਨਾਲ। ਇਹ ਵਡਭਾਗੀਆਂ ਵਾਹੋ ਵਾਹੋ ਮੂੰਹੋਂ ਕਢਾਏ। ਇਹ ਜਿਹੜਾ ਕੱਢ ਗਿਆ ਮੂੰਹੋਂ ਉਸ ਵੇਲੇ ਸ਼ਬਦ 'ਚੋਂ ਅੱਖਰਾ ਗੁਰਮੰਤਰ ਜਪ ਕਰ ਗਿਆ, ਉਹ ਲੈ ਗਿਆ ਸਭ ਕੁਛ। ਅਤੇ ਜੇ ਜੀਭ ਨਹੀਂ ਹਿਲਦੀ ਉਹ ਸੋਚਾਂ 'ਚ ਪੈ ਜਾਊਗਾ। ਉਸ ਵੇਲੇ ਬੜਾ ਮਜ਼ਾ ਆਉਂਦਾ। ਇਸੇ ਕਰਕੇ ਮਹਾਰਾਜ ਨੇ ਕਿਹਾ ਕਿ ਨਾ ਤੂੰ ਸ਼ਬਦ ਦੇ ਸੋਚਣਾ ਹੀ, ਤੇਰਾ ਕੁਛ ਅੰਦਰ ਸੋਚ ਹੋਣੀ ਹੈ, ਨਾ ਤੂੰ ਉਸ ਵੇਲੇ ਉੱਠ ਕੇ ਨਹਾਉਣਾ, ਨਾ ਹੀ ਸੁੱਚਾ ਹੋਣਾ ਹੈ। ਕਈ ਉੱਠ ਕੇ ਜਾ ਕੇ ਸਿੱਧੇ ਨਹਾਉਂਦੇ ਧੋਂਦੇ ਔਰ ਸਾਰਾ ਟਾਈਮ ਹੀ ਕੱਛਾ ਧੋਣ 'ਚ ਹੀ ਲਾ ਦਿੰਦੇ ਆ। ਸਾਰਾ ਟਾਈਮ ਉਸ ਵੇਲੇ ਮਨ ਹਰਾਮੀ, ਹੁਜਤਾਂ ਢੇਰ
ਉਹ ਮਨ ਨੂੰ ਕਿਸ ਤਰ੍ਹਾਂ ਟਾਲਦੇ ਆ ਵੀ ਅੱਛਾ ਹੁਣ ਨਹਾ ਲਿਆ, ਹੁਣ ਕੇਸ ਛੰਡ ਲਈਏ, ਹੁਣ ਬੈਠਦੇ ਆ। ਫਿਰ ਉਹ ਸਾਰਾ ਟਾਈਮ ਜਿਹੜਾ ਮੁਸ਼ਕਲ ਟਾਈਮ ਹੈ ਉਹ ਕਹਿੰਦੇ ਕਿਸੇ ਤਰ੍ਹਾਂ ਇਹ ਬੜਾ ਟਲ ਜਾਏ ਅਤੇ ਸਵੇਰ ਦਾ ਟਾਈਮ ਸਵੇਲੀ ਦਵਾ ਦਾ ਮੁੱਕ ਜਾਏ ਅਤੇ ਇਸ ਕੰਮੋਂ ਅਸੀਂ ਨਿਕਲੀਏ। ਸਾਰਾ ਨਹਾਉਣਾ ਧੋਣਾ ਉਹ ਟਾਈਮ ਜ਼ਾਇਆ ਕਰਨਾ ਹੈ। ਉਸ ਵੇਲੇ ਮਹਾਰਾਜ ਨੇ ਇਹ ਨਹੀਂ ਲਿਖਿਆ, ਪਹਿਲੀ ਤੁਕ ਹੀ ਇਹੋ ਲਿਖੀ ਹੈ ਵੀ ਜਦੋਂ ਜਾਗ ਖੁੱਲ੍ਹ ਜਾਏ ਉਸ ਵੇਲੇ ਨਾਮ ਦਾ ਧਿਆਉਣਾ ਸ਼ੁਰੂ ਕਰ ਦੇਵੇ, ਜਪਣਾ ਜੀਵਨਾ ਸ਼ੁਰੂ ਕਰ ਦੇ ਅਤੇ ਧਿਆਨ ਅੰਤਰਮੁਖੀ ਰੱਖੇ, ਧਿਆਉਣਾ ਹੈ ਉਸ ਵੇਲੇ। ਬਾਕੀ ਨਾ ਕਿਤੇ ਜਾਏ। ਅਗਲੀ ਤੁਕ ਹੈ ਵੀ ਜੇ ਤੂੰ ਇਸ਼ਨਾਨ ਵੀ ਕਰਨਾ ਹੈ ਅਤੇ ਇਸੇ ਤਰ੍ਹਾਂ ਹੀ ਆਖ ਰਹੇ ਲਿਵ ਲਾਏ, ਤੇਰੀ ਆਖਣ ਨਾਲ ਲਿਵ ਲੱਗ ਜਾਏਗੀ ਔਰ ਤੇਰਾ ਇਸ਼ਨਾਨ ਅੰਦਰ ਹੀ ਹੋ ਜਾਣਾ ਹੈ। ਇਹ ਸਰੀਰ ਸਰਵਰ ਹੈ ਸੰਤੋ, ਇਸ਼ਨਾਨ ਕਰੇ ਲਿਵ ਲਾਏ। ਬੜੀ ਉੱਚੀ ਅਵਸਥਾ ਹੈ, ਪਹਿਲਾਂ ਦੱਸੀ। ਇਹ ਪੌੜੀ ਹੈ। ਇਹ ਕਿਉਂ ਹੈ? ਇਹਦੀ ਜਿਹੜੀ ਅਖੀਰਲੀ ਲਾਈਨ ਹੁੰਦੀ ਹੈ ਉਹ ਪੌੜੀ ਦਾ ਪਹਿਲਾ ਡੰਡਾ ਹੁੰਦਾ। ਇੱਥੋਂ ਬਾਅਦ ਪੌੜੀ ਤਾਂ ਨੂੰ ਚੜ੍ਹੀ ਦੀ ਹੈ। ਇਹ ਜਿੱਥੋਂ ਜਾ ਕੇ ਤਾਂ ਚੜ੍ਹੀਏ ਉਤਲਾ ਪੌੜਾ ਸਭ ਤੋਂ ਟੀਸੀ ਦਾ ਡੰਡਾ ਹੁੰਦਾ ਹੈ। ਉਹਨੂੰ ਨਹੀਂ ਹੱਥ ਪਾਉਣਾ ਪਹਿਲਾਂ ਲਿਵ ਨੂੰ। ਅੱਗੇ ਆਵਾਂਗੇ ਅਖੀਰ ਦੇ ਉੱਤੇ ਜਿਹੜੀ ਪੌੜੀ ਹੁੰਦੀ ਹੈ ਉਹ ਸਭ ਤੋਂ ਜਿਹੜੀ ਛੋਟੀ ਜਿਹੀ ਲਾਈਨ ਅਖੀਰ 'ਤੇ ਹੁੰਦੀ ਹੈ। ਉਸ ਪੌੜੀ ਦਾ ਰਹਾਉ ਹੁੰਦਾ ਹੈ, ਸ਼ਬਦ ਦਾ ਰਹਾਉ ਵਿੱਚ ਹੁੰਦਾ ਹੈ। ਪੌੜੀ ਦਾ ਜਿਹੜੀ ਪੌੜੀ ਹੋਵੇਗੀ, ਜਿੱਦਾਂ ਆਸਾ ਦੀ ਵਾਰ ਦੀਆਂ ਪੌੜੀਆਂ ਹੈ, ਉਹ ਸਾਰੀ ਦਾ ਨਿੱਕੀ ਜਿਹੀ ਤੁਕ ਜਿਹੜੀ ਸਭ ਤੋਂ ਅਖੀਰ 'ਤੇ ਆਏਗੀ ਉਹ ਉਹਦਾ ਰਹਾਉ ਹੋਏਗੀ। ਪੌੜੀ ਸਾਰੀ ਉਸ ਭਾਵ ਅਰਥ ਦੇ ਦੁਆਲੇ ਪਵੇਗੀ। ਸ਼ਲੋਕ ਜਿਹੜਾ ਹੁੰਦਾ ਹੈ ਇਹ ਇੰਡੀਪੈਂਡੈਂਟ ਹੁੰਦਾ ਹੈ। ਸ਼ਲੋਕ ਦਾ ਭਾਵ ਅਰਥ ਸਾਰੇ ਦੇ ਵਿੱਚ ਹੀ ਹੁੰਦਾ ਹੈ। ਇਹ 2-4 ਲਾਈਨਾਂ ਸ਼ਲੋਕ ਦੀਆਂ ਹੁੰਦੀਆਂ ਪਰ ਇਹ ਸਾਰਾ ਹੀ ਰਹਾਉ ਹੁੰਦਾ ਹੈ। ਸ਼ਲੋਕ ਦਾ ਰਹਾਉ ਕਦੀ ਨਹੀਂ ਹੋਏਗਾ। ਮਨ ਸੋਇਆ ਮਾਇਆ ਵਿਸਮਾਦ, ਤੇਰਾ ਮਨ ਸਾਰੀ ਉਮਰ ਮਾਇਆ 'ਚ ਸੁੱਤਾ ਰਹਿੰਦਾ। ਇੱਥੇ ਸਰੀਰ ਦਾ ਜਾਗਣਾ ਨਹੀਂ ਹੈ। ਬੜਾ ਡੂੰਘਾ ਸ਼ਲੋਕ ਹੈ। ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁੱਖ, ਜਾਂਕਾ ਵਾਸਾ ਗੋਰ ਮੇ ਸੋ ਕਿਉਂ ਸੋਵੇ ਸੁਖ। ਆਹਾ, ਇੱਕ ਹੋਰ ਡੂੰਘਾ ਸ਼ਲੋਕ ਲਾਉਂਦੇ ਨੇ। ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁੱਖ, ਉੱਠ ਕੇ ਨਾ ਜਪੇ ਮੁਰਾਰ। ਕਬੀਰ ਸੂਤਾ ਕਿਆ ਕਰੇ ਜਾਂ ਕੇ ਸੰਗ ਤੇ ਵਿਛਰਾ, ਤਾਹੂ ਕੇ ਸੰਗ ਲਾ। ਕਬੀਰ ਸੂਤਾ ਕਿਆ ਕਰੇ ਅਤੇ ਆਉਂਦੀ ਹੈ ਤੁਕ, ਉਹਦੀ ਅਗਲੀ ਆਉਂਦੀ ਹੈ ਵੀ ਉੱਠ ਕੇ ਜਿਹਦੇ ਨਾਲੋਂ ਵਿਛੜਿਆ ਉਹਦੇ ਨਾਲ ਲੱਗ ਜਾ। ਇਹ ਅੰਦਰਲਾ ਜਾਗਣਾ ਹੈ। 3 ਸ਼ਲੋਕ ਇਕੱਠੇ ਆਉਣਗੇ, ਉਸ ਗਿਆਨ ਤਿੰਨਾਂ ਦਾ ਭਾਵ ਅਰਥ ਉੱਠਣ ਦਾ ਲਹਿਦਾ ਹੈ। ਇਸ ਕਰਕੇ ਪਹਿਲਾਂ ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁੱਖ, ਜਾਂਕਾ ਵਾਸਾ ਗੋਰ ਮੇ ਸੋ ਕਿਉਂ ਸੋਵੇ ਸੁਖ। ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਟ ਪਸਾਰ। ਕਬੀਰ ਸੂਤਾ ਕਿਆ ਕਰੇ, ਅੱਗੇ ਤੁਕ ਮੈਨੂੰ ਭੁੱਲ ਗਈ ਆ, ਉਹਦੀ ਅਖੀਰਲੀ ਤੁਕ ਹੈ ਜਾਂ ਕੇ ਸੰਗ ਤੇ ਵਿਛਰਾ, ਤਾਹੂ ਕੇ ਸੰਗ ਲਾਗ। ਇਸ ਕਰਕੇ ਜਿਹੜਾ ਹਰ ਸ਼ਲੋਕ ਦੇ ਹਰ ਥਾਂ ਲਹਿਦਾ ਮਤਲਬ ਹੋਣਗੇ। ਉੱਠਣਾ ਪਹਿਲਾਂ ਇੱਥੇ ਮਹਾਰਾਜ ਨਾਲ ਜਿਹੜਾ ਸਾਡਾ ਸ਼ਬਦ ਹੈ ਇਹਦੇ 'ਚ ਸਰੀਰ ਦਾ ਉਠਾਉਣਾ ਪਹਿਲਾਂ, ਵੀ ਬੰਦਾ ਸੁੱਤਾ ਨਾ ਰਹੇ। ਭਾਵੇਂ ਨਹਾਵੇ ਨਾ, ਨਹਾਉਣਾ ਪ੍ਰਵਾਨ ਨਹੀਂ ਹੈ। ਉਹ ਨਹਾਉਣਾ ਅੰਦਰ ਲਾਗੇ ਆਇਆ। ਅਸੀਂ ਪਿਛਲੀ ਬੈਠਕ 'ਚ ਦੱਸਿਆ ਇੱਥੇ ਪਹਿਲਾਂ ਜਿਸ ਵੇਲੇ ਵੀ ਜਾਗ ਖੁੱਲ੍ਹ ਜਾਏ ਉਸ ਵੇਲੇ ਜ਼ੁਬਾਨ ਨਾਲ ਨਾਮ ਜਪਣਾ ਸ਼ੁਰੂ ਕਰ ਦੇ, ਭਾਵੇਂ ਲੰਮਾ ਹੀ ਪਿਆ ਹੋਵੇ। ਉਸੇ ਤਰ੍ਹਾਂ ਜੇ ਜਾਗ ਖੁੱਲ੍ਹ ਗਈ ਹੈ, ਆਹ ਜਿਹੜੀ ਜੀਵ ਦੀ ਮਧਾਣੀ ਹੈ ਇਹਨੂੰ ਰਸਨਾ ਨੂੰ ਫੇਰਨਾ ਸ਼ੁਰੂ ਕਰ ਦੇ ਅਤੇ ਸੌਂਦੇ ਵਾਹੋ ਵਾਹੋ ਉਚਰੇ, ਇੱਦਾਂ ਹੀ ਸੌਣ ਲੱਗਾ ਕਰੇ। ਨਾਮ ਜਪਦਾ ਸੌਂ ਜੇ ਅਤੇ ਉੱਠਦੇ ਵੀ ਵਾਹੋ ਕਰੇ। ਇਹ ਵਾਹੋ ਉਹ ਸ਼ਬਦ ਹੈ ਜਿਹੜਾ ਕਬੀਰ ਜੀ ਉਹਨਾਂ ਫੜਿਆ। ਉਹਨਾਂ ਨੇ ਰਹਾਉ ਦੀ ਤੁਕ ਦਿੱਤੀ, ਵਾਹੋ ਵਾਹੋ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਇੱਥੋਂ ਜ਼ਾਹਰ ਹੁੰਦਾ ਵੀ ਕਬੀਰ ਜੀ ਉਹ ਗੁਰੂ ਨਾਨਕ ਦੇ ਸਿੱਖ ਅਤੇ ਉਹਨਾਂ ਨੇ ਵੀ ਵਾਹਿਗੁਰੂ ਮੰਤਰ ਹੀ ਜਪਿਆ ਔਰ ਲਿਆ ਸੀ। ਇਹ ਰਹਾਉ ਦੀ ਤੁਕਾਂ ਅਸੀਂ ਤਾਂ ਸਭ ਦੱਸ ਰਹੇ ਹਾਂ ਤਾਂ ਕਿ ਸਿੱਖਾਂ ਨੂੰ ਹੋਸ਼ ਆਏ। ਕਬੀਰ ਜੀ ਉਹ ਪਹਿਲੇ ਵੱਡੇ ਸਿੱਖ ਸੀ ਜਿਹੜੇ ਗੁਰੂ ਨਾਨਕ ਦੇ ਬਣੇ। ਭਾਵੇਂ ਸਾਰੇ ਹਿੰਦੁਸਤਾਨ 'ਚ ਰੌਲਾ ਪਾਇਆ ਇਹਨਾਂ ਨਾਲ, ਔਰ ਜਿਹੜਾ ਅਸੀਂ ਕੱਟੀ ਆ ਰਹੇ ਹਾਂ ਵੀ ਕਬੀਰ ਜੀ ਉਹ ਜੀ ਗੁਰੂ ਨਾਨਕ ਦੇ ਸਿੱਖ ਸੀ ਅਤੇ ਜਿਹੜੀ ਗੁਰੂਆਂ ਨਾਲ ਬਾਣੀ ਸਾਰੀ ਲਈ ਹੈ ਉਹ ਸਾਡੇ ਜਿਹੜੇ ਭਗਤ ਹੋਏ ਨੇ ਹਿੰਦੂ ਭਗਤ, ਉਹਨਾਂ ਦੀ ਬਾਣੀ ਚੁਰਾ ਕੇ ਇਹਨਾਂ ਨੇ ਆਪਣੇ ਗ੍ਰੰਥ 'ਚ ਚਾੜ੍ਹ ਲਈ ਆ ਗੁਰੂਆਂ ਨੇ। ਇਹ ਐਡਾ ਵੱਡਾ
ਦੋਸ਼ ਹੈ ਲਾਇਆ ਜਿਹੜਾ ਕੋਈ ਵਿਵੇਕੀ ਸਿੱਖ ਉੱਠਦਾ ਨਹੀਂ ਆ, ਕੋਈ ਗਿਆਨਵਾਨ, ਕੋਈ ਸਿੱਖ ਇਹਨਾਂ ਨੂੰ ਭੰਨਦਾ ਨਹੀਂ। ਬਾਣੀ ਦੇ ਰਾਹੀਂ ਭਾਈ ਉਹਨਾਂ ਦੇ ਜਿਹੜੇ ਸ਼ਬਦ ਸਾਡੀ ਪੋਥੀ 'ਚ ਆਏ ਹੈ ਉਹ ਗੁਰੂ ਨਾਨਕ ਦੀ ਕਿਰਪਾ ਨਾਲ ਆਏ ਹੈ, ਕਿਉਂਕਿ ਉੱਦਾਂ ਦੀ ਚਾਲ, ਉੱਦਾਂ ਦੀ ਢਾਲ, ਉੱਦਾਂ ਦਾ ਸਾਰੀ ਉਹ ਸਾਰੇ ਸ਼ਬਦ ਦੀ ਚਿਪਸ ਆਫ ਦੀ ਸੇਮ ਬਲੌਕ ਹੈ। ਇਸ ਕਰਕੇ ਉਹ ਸਾਰੇ ਸ਼ਬਦ ਐਸੇ ਜਿਹੜੇ ਗੁਰੂ ਨਾਨਕ ਦੇ ਸਿੱਖ ਬਣਨ ਤੋਂ ਬਾਅਦ ਆ ਸਕਦੇ ਆ। ਇੱਥੇ ਕਬੀਰ ਜੀ ਦਾ ਅਸੀਂ ਉਦਾਹਰਨ ਦੇ ਰਹੇ ਹਾਂ ਕਿ ਉਹਨਾਂ ਦੀ ਰਹਾਉ ਦੀ ਤੁਕ ਹੈ, ਵਾਹੋ ਵਾਹੋ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਇਸ ਕਰਕੇ ਉਹਨਾਂ ਨੇ ਵੀ ਵਾਹੋ ਵਾਹੋ ਜਪਿਆ, ਗੁਰਮੰਤਰ ਜਪਿਆ ਸਾਡਾ ਚੁਅੱਖਰਾ। ਅਤੇ ਇਸ ਕਰਕੇ ਜਿਹੜਾ ਸਾਡਾ ਸ਼ਬਦ ਹੈ ਉਹਨੂੰ, ਇਸ ਗੁਰਮੰਤਰ ਨੂੰ, ਰੱਬ ਨੂੰ, ਪਰਮੇਸ਼ਰ ਨੂੰ ਇੱਕ ਲਫ਼ਜ਼ ਨਾਲ ਜ਼ਾਹਰ ਕੀਤਾ, ਉਹ ਹੈ ਗੁਰ। ਰਾਰੇ ਨੂੰ ਔਂਕੜ ਹੈ। ਇਸੇ ਕਰਕੇ ਤਤ ਨਿਰੰਜਨ ਜੋਤੇ ਸਬਾਈ, ਸੋਹੰਗ ਭੇਦ ਨ ਕੋਈ ਜਿਉ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜਿਉ। ਜਿਹੜਾ ਇਹੋ ਜਿਹੇ ਗੁਰ ਸ਼ਬਦ ਦਾ ਸਿੱਖ ਹੈ ਉਹਦੇ ਲਈ ਮਹਾਰਾਜ ਨੇ ਸ਼ਬਦ ਲਿਖਿਆ, ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠੇ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ। ਇਸ ਕਰਕੇ ਸਵੇਰ ਵੇਲੇ ਉੱਠਣਾ ਪੈਣਾ ਹੈ। ਇਸ਼ਨਾਨ ਅੰਦਰਲਾ ਹੈ, ਕਿਉਂਕਿ ਉਹ ਜਪਣਾ ਕੀ ਹੈ, ਉਹ ਅੱਗੇ ਦੱਸ ਗਏ ਨੇ, ਉਪਦੇਸੇ ਗੁਰੂ ਹਰੇ ਹਰੇ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਰਹਿ ਜਾਵੇ। ਦੇਖੋ ਜਪਣ ਦਾ ਕਿੱਡਾ ਫਾਇਦਾ ਹੈ, ਤੇਰੇ ਸਾਰੇ ਕਿਲ ਵਿਖ ਪਾਪ ਦੋਖ ਰਹਿ ਜਾਣਗੇ। ਪਰ ਜੇ ਤੂੰ ਗੁਰੂ ਕੋਲੋਂ ਉਪਦੇਸ਼ ਲੈ ਕੇ, ਗੁਰਮੰਤਰ ਲੈ ਕੇ, ਦੀਖਿਆ ਲੈ ਕੇ ਜਪੇਗਾ, ਉੱਦਾਂ ਜੇ ਤੂੰ ਪ੍ਰਾਈਵੇਟ ਹੈ, ਨਾਮ ਨਹੀਂ ਲਿਆ ਜਾਂ ਗੁਰਮੰਤਰ ਨਹੀਂ ਲਿਆ, ਅਸੀਂ ਇੱਕ ਲਫ਼ਜ਼ ਕੱਢਿਆ ਹੈ ਵੀ ਜਿਨ੍ਹਾਂ ਨੇ ਦੀਖਿਆ ਨਹੀਂ ਲਈ ਉਹ ਹਾਲੀ ਪ੍ਰਾਈਵੇਟ ਨੇ। ਜਿਹੜੇ ਅਸਲ ਗੌਰਮੈਂਟ ਦੇ ਬੰਦੇ ਆ, ਸਰਕਾਰੀ, ਉਹਨਾਂ 'ਤੇ ਠੱਪਾ ਲੱਗਾ। ਇਸ ਕਰਕੇ ਸਰਕਾਰੀ ਬੰਦਾ ਬਣ ਜਾ ਅਤੇ ਗੁਰੂ ਦਾ ਹੋ ਜਾ, ਪ੍ਰਾਈਵੇਟ ਨਾ ਲੈ, ਕਿਉਂਕਿ ਜਮਾਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਲੈ ਜਾਣੇ ਹੈ। ਅਤੇ ਇਸ ਕਰਕੇ ਪ੍ਰਾਈਵੇਟ ਨਾ ਰਹਿ ਅਤੇ ਗੁਰਮੰਤਰ ਲੈ ਲੈ। ਜਿਹੜਾ ਪ੍ਰਾਈਵੇਟ ਨਹੀਂ ਹੈ ਉਹ ਸਿੱਖ ਹੈ ਅਸਲ 'ਚ। ਇਸ ਕਰਕੇ ਜਿਹੜਾ ਸ਼ਬਦ ਹੈ ਉਹ ਗੁਰੂ ਕੋਲੋਂ ਦੀਖਿਆ ਲੈ ਲੈਣੀ ਚਾਹੀਦੀ, ਉਹਦਾ ਬੋਲਣ ਦਾ ਬੜਾ ਫਾਇਦਾ ਹੈ। ਇਸੇ ਕਰਕੇ ਫਤਿਹ ਵਿੱਚ ਸਾਨੂੰ ਉਹ ਬੁਲਾਉਂਦੇ ਨੇ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਦੇ ਵਿੱਚ ਸਾਨੂੰ ਗੁਰਮੰਤਰ ਮਿਲ ਜਾਂਦਾ ਹੈ, ਉਹਨੂੰ ਬੋਲਣ ਦਾ ਹੁਕਮ ਹੈ। ਉਪਦੇਸੇ ਗੁਰੂ ਹਰੇ ਹਰੇ ਜਪ ਜਾਪੈ, ਉਹਦਾ ਫਾਇਦਾ ਕੀ ਹੋਏਗਾ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ, ਤੇਰੇ ਲੈਣੇ ਸ਼ੁਰੂ ਹੋ ਜਾਣਗੇ। ਇਹ ਐਸਾ ਸਾਬਣ ਹੈ ਜਿਹੜਾ ਗੁਰੂ ਨਾਨਕ ਨੇ ਸਾਨੂੰ ਦਿੱਤਾ। ਉਹਨੂੰ ਆਇਆ ਸੀ ਇਹੋ ਜਿਹੀ ਸਾਬਣ ਦੀ ਚਾਕੀ, ਵੀ ਇਹ ਐਸੀ ਚਾਕੀ ਹੈ ਵੀ ਮਹਾਰਾਜ ਕਹਿੰਦੇ ਜਨਮ ਜਨਮ ਕੇ ਪਾਪ ਕਰਮ ਕੋ ਕਾਟਣ ਹਾਰਾ ਲੀਜਾ ਰਹੇ। ਜਿਉਂ ਜਿਉਂ ਗੁਰੂ ਨਾਨਕ ਦਾ ਇਹ ਗੁਰਮੰਤਰ ਕੋਈ ਜਪੇਗਾ ਦੀਖਿਆ ਲੈ ਕੇ, ਉਪਦੇਸੇ ਗੁਰੂ, ਉੱਦਾਂ ਨਹੀਂ। ਗੁਰੂ ਸਾਡਾ ਗੁਰਮੰਤਰ ਦਾ ਅੱਧਾ ਹਿੱਸਾ ਹੈ। ਜਿਉਂ ਜਿਉਂ ਉਹ ਜਿਹੜਾ ਗੁਰੂ ਉਪਦੇਸ਼ ਤੈਨੂੰ ਮਿਲਿਆ ਹੈ, ਕਿਉਂਕਿ ਗੁਰੂ ਇਕੱਲਾ ਲਫ਼ਜ਼ ਬਹੁਤ ਵਾਰੀ ਆਇਆ ਹੈ, ਔਰ ਗੁਰੂਆਂ ਨੇ ਆਪਣੇ ਮੂੰਹ ਪੂਰਾ ਗੁਰਮੰਤਰ ਨਹੀਂ ਕੱਢਿਆ, ਕਿਤੇ ਗੁਰੂ ਗੁਰੂ ਲਿਖ ਦਿੱਤਾ, ਕਿਤੇ ਵਾਹੋ ਵਾਹੋ। ਇਸੇ ਕਰਕੇ ਹੁਕਮਨਾਮਿਆਂ ਦੇ ਉੱਤੇ ਵੀ ਇਹੋ ਲਿਖਿਆ, ਗੁਰੂ ਗੁਰੂ ਜਪਣਾ ਜਨਮ ਸੰਵਰੇਗਾ। ਪਰ ਇਹ ਉਪਦੇਸ਼ ਲੈ ਕੇ ਜਪਣਾ ਚਾਹੀਦਾ, ਖੰਡੇ ਬਾਟੇ ਦੀ ਪੌਲ ਲੈ ਕੇ ਜਪਣਾ ਚਾਹੀਦਾ। ਉਪਦੇਸੇ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ, ਉਹਦੇ ਪਾਪ ਲੈ ਜਾਣਗੇ। ਇਸ ਕਰਕੇ ਆਓ ਪਹਿਲੀਆਂ ਇੰਨੀ ਲਾਈਨ ਗਿਆਨ ਲਈਏ ਵੀ ਗੁਰ ਸਤਿਗੁਰ ਕੋਈ ਲਫ਼ਜ਼ ਨਹੀਂ ਹੈ। ਅਸੀਂ ਸਿੱਖ ਸ਼ਬਦ ਦੇ ਸਿੱਖ ਹੈ, ਪਰਮੇਸ਼ਰ ਦੇ ਸਿੱਖ ਹੈ, ਕਿਸੇ ਦੇਹ ਦੇ ਸਿੱਖ ਨਹੀਂ ਹੈ। ਇਸ ਕਰਕੇ ਅਸੀਂ ਸ਼ਬਦ ਦੇ ਸਿੱਖ ਹੈ। ਪਹਿਲੀ ਲਾਈਨ ਦਾ ਪਹਿਲਾ ਹੀ ਲਫ਼ਜ਼ ਇਹ ਜ਼ਾਹਰ ਹੋਏ ਵੀ ਗੁਰ ਸਤੇ ਗੁਰ ਕਾ ਜੋ ਸਿੱਖ ਅਖਾਏ, ਉਹਨੂੰ ਸਵੇਰ ਵੇਲੇ ਜ਼ਰੂਰ ਹੀ ਉੱਠਣਾ ਪੈਣਾ ਹੈ। ਗੁਰ ਸਤੇ ਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠੇ ਹਰੇ ਨਾਮ ਤੇ ਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰੇ ਨਾਵੈ, ਉਪਦੇਸੇ ਗੁਰੂ ਹਰੇ ਹਰੇ ਜਪ ਜਾਪੈ, ਸਭੇ ਕਿਲ ਵਿਖ ਪਾਪ ਦੋਖ ਲਹਿ ਜਾਵੈ, ਉਪਦੇਸੇ ਗੁਰੂ
हरे हरे जप जापै, हरे हरे जप जापै। ਇਹ ਜਪਣਾ ਕਿੱਦਾਂ ਹੈ? ਉਹ ਗੁਰੂ ਬਾਬਾ ਨਾਨਕ ਬੜੀ ਕਿਰਪਾ ਕਰਕੇ ਸਾਨੂੰ ਸ਼ਲੋਕ ਦੇ ਗਿਆ ਹੈ। ਇਹਨੂੰ ਇਨਹੇਲ ਐਕਸਹੇਲ ਅਰਧ ਉਰਧ ਦੇ ਅਭਿਆਸ ਨਾਲ ਗੁਰਮੰਤਰ ਦੀ ਤਾਲ ਜੋੜ ਲੈ ਤੇ ਐਦਾਂ ਜਪੀ ਜਿੱਦਾਂ ਗੁਰੂ ਨਾਨਕ, ਗੁਰੂ ਬਾਬਾ ਨਾਨਕ ਲਿਖ ਰਿਹਾ ਸ਼ਲੋਕ 'ਚ, ਇੱਕ ਆਖ ਆਖ ਹੈ ਸਾਬਦ ਭਾਖ ਹੈ, ਆਰਦ ਔਰਦ ਦਿਨ ਰਾਤੇ। ਗੁਰ ਸੱਤੇ ਗੁਰ ਕਾਜ ਸਿੱਖ ਆਖਾਏ, ਸੋ ਪਲ ਕੇ ਉਠੇ ਹਰੇ ਨਾਮ ਤੇ ਆਵੈ। ਗੁਰ ਸੱਤੇ ਗੁਰ ਕਾਜ ਸਿੱਖ ਆਖਾਏ, ਸੋ ਭਲ ਕੇ ਉਠੇ ਹਰੇ ਨਾਮ ਤੇ ਆਵੈ। ਉਦਮ ਕਰੇ ਭਲ ਕੇ ਪਰ ਬਾਤੀ, ਇਸਨਾਨ ਕਰੇ ਅੰਮ੍ਰਿਤ ਸਰੇ ਨਾਵੈ। ਉਪਦੇਸ ਗੁਰੂ ਹਰੇ ਹਰੇ ਜਪ ਜਾਪੈ, ਸਭੇ ਕੇਲ ਵਿਖ ਪਾਪ ਦੋਖ ਰਹਿ ਜਾਵੈ। ਇਸ ਸ਼ਬਦ 'ਚ ਸਿੱਖ ਲਫ਼ਜ਼ ਆਇਆ ਹੈ। ਸ਼ੁਰੂ ਕੀਤੀ ਗੁਰ ਸੱਤੇ ਗੁਰ ਕਾਜੋ ਸਿੱਖ ਆਖਾਏ। ਜਿਹੜਾ ਸਿੱਖ ਲਫ਼ਜ਼ ਹੈ, ਅਸੀਂ ਇਹ ਦੇਖਣਾ ਹੈ ਕਿ ਇਹ ਉਪਦੇਸ਼ ਕਿਹਦੇ ਲਈ ਹੈ। ਸੱਤੇ ਗੁਰ, ਦੋਨਾਂ ਦੇ ਗੁਰਾਂ ਨੂੰ ਔਂਕੜ ਹੈ, ਰਾਰੇ ਨੂੰ। ਗੁਰ ਸੱਤੇ ਗੁਰ ਮਤਲਬ ਸਾਡਾ ਜਿਹੜਾ ਗੁਰੂ ਹੈ ਉਹ ਸ਼ਬਦ ਹੀ ਹੈ। ਤੇ ਸੱਤੇ ਗੁਰ, ਅਸੀਂ ਅਕਾਲ ਪੁਰਖ ਦੇ ਸਿੱਖ ਹਾਂ। ਅਕਾਲ ਪੁਰਖ ਵੀ ਸ਼ਬਦ ਰੂਪ ਹੀ ਹੈ। ਉਹ ਗੁਰ ਹੈ ਤੇ ਸਦਾ ਹੋਂਦ 'ਚ ਰਹਿਣ ਵਾਲਾ। ਉਹ ਐਸਾ ਗੁਰ ਹੈ ਜਿਹਦਾ ਦੇਹ ਹੈ ਨਹੀਂ, ਉਹ ਸ਼ਬਦ ਰੂਪ ਹੈ। ਦੇਹ ਨਹੀਂ ਮੰਨੀ, ਦੇਹ ਸਾਰੀ ਬਾਣੀ 'ਚ ਭੰਨੀ ਪਈ ਹੈ, ਗੁਰੂ ਦੀ ਵੀ ਤੇ ਅਕਾਲ ਪੁਰਖ ਦੀ ਵੀ। ਦੋਨੋਂ ਹੀ ਸ਼ਬਦ ਰੂਪ ਨੇ। ਤੇ ਅਸੀਂ ਸਿੱਖ ਹਾਂ, ਸ਼ਬਦ ਦੇ ਸਿੱਖ ਹਾਂ, ਅਕਾਲ ਪੁਰਖ ਦੇ ਸਿੱਖ ਹਾਂ, ਕਿਸੇ ਦੇਹ ਦੇ ਸਿੱਖ ਨਹੀਂ ਹਾਂ। ਸਿੱਖ ਦੇ ਖੱਖੇ ਨੂੰ ਵੀ ਔਂਕੜ ਹੈ। ਇਹਦਾ ਭੇਦ ਹੈ ਔਂਕੜ ਦਾ, ਵੀ ਜਿੱਥੇ ਔਂਕੜ ਆ ਜਾਏ ਉਹਦਾ ਮਤਲਬ ਹੈ ਸ਼ਬਦ, ਉਹਦਾ ਮਤਲਬ ਹੈ ਅੰਦਰਲਾ, ਉਹਦਾ ਮਤਲਬ ਹੈ ਸੱਚਾ। ਇਹਦੇ ਤਿੰਨ ਮਤਲਬ ਨਿਕਲਦੇ ਤੇ ਬਾਕੀ ਔਂਕੜ ਦੇ ਹੋਰ ਫੰਕਸ਼ਨ ਬਹੁਤ ਹੈ। ਕਿਤੇ ਫੁੱਲ ਸਟਾਪ ਦਾ ਕੰਮ ਕਰਦਾ ਹੈ, ਕਿਤੇ ਹਾਈਲਾਈਟਿੰਗ ਦਾ ਕੰਮ ਕਰਦਾ ਹੈ ਔਂਕੜ। ਇਹ ਔਂਕੜ ਐਡੀ ਵੱਡੀ ਚੀਜ਼ ਹੈ ਇਸ ਬ੍ਰਹਮ ਗਿਆਨ 'ਚ। ਜੇ ਕਿਤੇ ਔਂਕੜ ਨਾ ਸਮਝ ਆਵੇ, ਔਂਕੜ ਹੀ ਐਸੀ ਚੀਜ਼ ਹੈ ਜਿਹੜਾ ਕਿ ਇਹਨਾਂ ਨੇ ਬੀੜ, ਜਿਸ ਵੇਲੇ ਜੁੜਵੇਂ ਅੱਖਰ ਤੋੜੇ ਹੈ, ਇਹਨਾਂ ਨੇ ਅਲੱਗਾ ਅਲੱਗਾ ਕੀਤੇ ਆਪਣੀ ਮਰਜ਼ੀ ਨਾਲ, ਗੁਰੂਆਂ ਨਾਲ। ਇਹ ਬ੍ਰਹਮ ਗਿਆਨ ਜੁੜਵੇਂ ਸਰੂਪ 'ਚ ਲਿਖਿਆ ਸੀ ਤਾਂ ਕਿ ਆਪਣੇ ਭਾਵ ਅਰਥ ਜਿਹੜੇ ਹੋਣਗੇ ਉਹ ਇਹਨਾਂ ਔਂਕੜ ਔਰ ਸਿਹਾਰੀਆਂ 'ਚ ਛੁਪੇ ਪਏ ਨੇ। ਇਹਨਾਂ ਨਾਲ ਹਜ਼ਾਰਾਂ ਦੀ ਗਿਣਤੀ 'ਚ ਔਂਕੜ ਤੇ ਸਿਹਾਰੀਆਂ ਗਾਇਬ ਕਰਦੇ ਆ ਰਹੇ ਨੇ ਜੀ। ਇਹ ਬੇਮਤਲਬੀਆਂ ਹੀ ਲੱਗੀ ਹੋਈਆਂ। ਇਸ ਕਰਕੇ ਸਿੱਖ ਕਿਹੜਾ ਹੈ? ਜਿਹੜਾ ਸ਼ਬਦ ਦਾ ਸਿੱਖ ਹੈ, ਅੰਦਰਲੇ ਮੰਨਿਓ ਸਿੱਖ ਹੈ।
ਔਰ ਸੱਚਾ ਸਿੱਖ ਹੈ ਜਿਹੜਾ। ਇਸ ਕਰਕੇ ਸਿੱਖ ਦੇ ਖੱਖੇ ਨੂੰ ਇਹ ਕੋਈ ਗ੍ਰੈਮਰ ਦੀ ਪਕੜ 'ਚ ਨਹੀਂ ਹੈ, ਵਿਆਕਰਨ ਦੀ ਪਕੜ 'ਚ ਸਾਡੀ ਬਾਣੀ ਨਹੀਂ ਹੈ, ਬੇਅੰਤ ਬ੍ਰਹਮ ਗਿਆਨ ਹੈ। ਇਹਨਾਂ ਨੇ ਜਿਨ੍ਹਾਂ ਪ੍ਰੋਫੈਸਰ ਸਾਹਿਬ ਸਿੰਘ ਨਾਲ ਸਾਰਿਆਂ ਨਾਲ ਜਿਨ੍ਹਾਂ ਨੇ ਇਹਨਾਂ ਨੂੰ ਵਿਆਕਰਨ 'ਚ ਬੰਦ ਕਰਨਾ ਚਾਹਿਆ ਹੈ, ਉਹ ਔਂਕੜ ਨੂੰ ਕਹਿੰਦੇ ਜੀ ਇਹ ਸਿੰਗੂਲਰ ਬਣਾਉਂਦਾ ਹੈ, ਇਹ ਪਲੂਰਲ ਬਣਾਉਂਦਾ ਹੈ, ਫਲਾਂ ਕਰਦਾ ਹੈ। ਉਹ ਸਾਰੇ ਹੀ ਫੇਲ ਹੋ ਜਾਂਦੇ ਨੇ ਵੀ ਕਈ ਥਾਂ ਜਿੱਥੇ ਔਂਕੜ ਆਉਂਦਾ ਉੱਥੇ ਉਹਦਾ ਉਹ ਕਹਿੰਦੇ ਪਤਾ ਨਹੀਂ ਖਰੇ ਫਾਲਤੂ ਲੱਗ ਗਿਆ ਇੱਥੇ। ਇਸ ਕਰਕੇ ਔਂਕੜ ਦਾ ਬੜਾ ਵੱਡਾ ਫੰਕਸ਼ਨ ਹੈ। ਆਮ ਵੱਡਾ ਫੰਕਸ਼ਨ ਇਹਦਾ ਇਹ ਹੈ ਵੀ ਜਿੱਥੇ ਔਂਕੜ ਲੱਗ ਜਾਏ ਉਹਦਾ ਮਤਲਬ ਹੈ ਸੱਚਾ। ਜਿੱਦਾਂ ਹੁਣ 2-3 ਲਫ਼ਜ਼ ਮੈਂ ਲਾਂਗਾ ਜਿਹਦੇ ਨਾਲ ਇਹ ਸਾਰੇ ਫਿਰ ਸਪਸ਼ਟ ਹੋ ਜਾਣਗੇ। ਜਿੰਨ ਚਿਰ ਅਸੀਂ ਗਿਆਨ ਸਮਝਦੇ ਨਹੀਂ ਹਾਂ, ਅਸੀਂ ਉਹ ਸ਼ਬਦ ਦੇ ਭਾਵਾਂ ਦੇ ਦੇਸ਼ 'ਚ ਨਹੀਂ ਖੇਡ ਸਕਾਂਗੇ ਜਿੱਥੇ ਮਹਾਰਾਜ ਨੇ ਸ਼ਬਦ ਲਿਖਿਆ ਹੈ। ਸ਼ਬਦ ਦੀ ਉਡਾਰੀ ਬੇਅੰਤ ਹੈ, ਪਰ ਸਿੱਖ ਨਾਲ ਗੁਰੂ ਦੀ ਕਿਰਪਾ ਨਾਲ ਜਿੰਨੀ ਕੁ ਉਹਦੀ ਨਾਮ ਦੀ ਕਮਾਈ ਹੈ ਉਹਦੇ ਭਾਵਾਂ ਦੇ ਦੇਸ਼ 'ਚ ਖੇਡਣਾ ਚਾਹੁੰਦਾ ਹੈ ਕਿ ਮਹਾਰਾਜ ਕੀ ਕਿੱਡੀ ਵੱਡੀ ਚੀਜ਼ ਕਹਿ ਰਿਹਾ ਹੈ। ਇਸ ਕਰਕੇ ਜਿਹੜਾ ਔਂਕੜ ਹੈ ਉਹਦਾ ਮਤਲਬ ਹੈ ਸੱਚਾ, ਅੰਦਰਲਾ ਤੇ ਸ਼ਬਦ। ਸਿੱਖ ਜਿਹੜੇ ਜਿੱਦਾਂ ਇਸ਼ਨਾਨ ਨੂੰ, ਕੀਰਤਨ ਨੂੰ, ਪੁੰਨ ਨੂੰ, ਦਾਨ ਨੂੰ, ਜਪ ਨੂੰ, ਤਪ ਨੂੰ, ਸੰਜਮ ਨੂੰ, ਜਿੱਥੇ ਔਂਕੜ ਆ ਜਾਏ ਉਹਦਾ ਮਤਲਬ ਹੈ ਸੱਚਾ ਇਸ਼ਨਾਨ, ਅੰਦਰਲਾ ਇਸ਼ਨਾਨ ਤੇ ਸ਼ਬਦ ਦਾ ਇਸ਼ਨਾਨ। ਕੀਰਤਨ ਨੂੰ ਔਂਕੜ ਆ ਜਾਏ ਉਹ ਬਾਹਰਲਾ ਕੋਈ ਗਾਵੇ ਰਾਗੀ ਨਾਦੀ ਵੇਦੀ ਬਹੁ ਭਾਂਤ ਕਰਨੀ ਹਰੇ ਹਰੇ ਭੀਜੈ ਰਾਮ ਰਾਜੇ, ਉਹ ਬਾਹਰਲਾ ਕੀਰਤਨ ਨਹੀਂ, ਉਹ ਹੈ ਅੰਦਰਲਾ ਕੀਰਤਨ, ਸੱਚਾ ਕੀਰਤਨ ਤੇ ਸ਼ਬਦ ਰੂਪ ਕੀਰਤਨ। ਹਰ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਤ। ਇਸ ਕਰਕੇ ਕੀਰਤਨ ਨੂੰ ਸਦਾ ਹੀ ਔਂਕੜ ਹੋਏਗਾ ਤੇ ਉਹ ਅੰਦਰਲਾ ਕੀਰਤਨ ਹੈ, ਉਹੀ ਅਖੰਡ ਕੀਰਤਨ ਹੈ, ਉਹੀ ਸੱਚਾ ਕੀਰਤਨ ਹੈ। ਔਰ ਉਹ ਹੈ ਤੇਰੋ ਸੇਵਕ ਇਹ ਰੰਗੇ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰੇ ਹਰੇ ਕੀਰਤਨੇ ਇਹ ਮਨ ਰਾਤਾ। ਸਾਡਾ ਕੀਰਤਨ ਕੀ ਹੈ? ਸ਼ਬਦ ਦਾ ਜਪ, ਔਰ ਉਹਦੀ ਅੰਦਰ ਧੁਨ ਉੱਠ ਪੈਣੀ ਔਰ ਲਗਾਤਾਰ ਅੰਦਰ ਅਨਹਦ ਸ਼ਬਦ ਦੀ ਵੱਜਣਾ ਸ਼ੁਰੂ ਹੋ ਜਾਣਾ। ਉਹਦੀ ਧੁਨ ਅੰਦਰ ਸਦਾ ਹੀ ਹਿਰਦੇ ਹਰ 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 ਧੁਨ ਉਪਜੀ ਹਰ ਜਪੀਏ ਮਸਤਕ ਭਾਗ ਜੀਓ। ਇਹ ਤੀਜੀ ਨਾਮ 'ਚ ਜਾ ਕੇ ਆਉਂਦਾ ਹੈ। ਇਸ ਕਰਕੇ ਅੰਦਰਲਾ ਅਖੰਡ ਕੀਰਤਨ ਹੈ ਜਿਹੜਾ ਟੁੱਟਦਾ ਹੀ ਕਦੀ ਨਹੀਂ, ਸੱਚਾ ਕੀਰਤਨ ਹੈ ਤੇ ਸ਼ਬਦ ਦਾ ਕੀਰਤਨ ਹੈ। ਇਸ ਕਰਕੇ ਜਿੱਥੇ ਔਂਕੜ ਆ ਜਾਏ ਉਹਦੇ ਬੜੇ ਧਿਆਨ ਨਾਲ ਫੰਕਸ਼ਨ ਦੇਖਣੇ ਪੈਣੇ ਹੈ। ਕਿਤੇ ਫੁੱਲ ਸਟਾਪ ਦਾ ਕੰਮ ਕਰਦਾ ਹੈ, ਕਿਤੇ ਹਾਈਲਾਈਟਿੰਗ ਦਾ ਕੰਮ ਕਰਦਾ ਹੈ। ਜੇ ਛਾਪ ਦੇ ਥੱਲੇ ਆ ਜਾਏ ਨਾਨਕ ਦੇ ਥੱਲੇ, ਇਹਦਾ ਮਤਲਬ ਜਿਹੜਾ ਮਹੱਲੇ ਦਾ ਸ਼ਬਦ ਹੈ ਉਹ ਖਾਸ ਉਹਦੇ ਵੱਲ ਇਸ਼ਾਰਾ ਹੈ, ਛਾਪ ਉੱਥੇ ਨਹੀਂ ਹੋਏਗੀ। ਕਿਤੇ ਇਹਦੇ ਇੰਨੇ ਫੰਕਸ਼ਨ ਹੈ ਵੀ ਗਿਣ ਹੀ ਨਹੀਂ ਸਕਦਾ ਕੋਈ। ਇਸ ਕਰਕੇ ਔਂਕੜ ਬਹੁਤ ਵੱਡੀ ਚੀਜ਼ ਹੈ ਔਰ ਇਸੇ ਕਰਕੇ ਇਹਦਾ ਨਾਂ ਔਂਕੜ ਪੈ ਗਿਆ। ਇਹਨਾਂ ਨੂੰ ਸਮਝ ਨਹੀਂ ਆਈ ਵੀ ਇਹਨੂੰ ਨਾਂ ਕੀ ਦਈਏ, ਕਿਉਂਕਿ ਐਡਾ ਔਂਕੜ ਐਡਾ ਮੁਸ਼ਕਲ ਚੀਜ਼ ਹੈ ਇਹ ਬ੍ਰਹਮ ਗਿਆਨ। ਅਤੇ ਇਸ ਕਰਕੇ ਜਿਹੜਾ ਔਂਕੜ ਹੈ ਇੱਥੇ ਗੁਰ ਦਾ ਪਹਿਲਾ ਸ਼ਬਦ ਦੇ ਰਾਰੇ ਨੂੰ ਵੀ ਔਂਕੜ, ਅੱਗੇ ਸੱਤੇ ਨੂੰ ਸਿਹਾਰੀ ਹੈ। ਉਹ ਸਿਹਾਰੀ ਦਾ ਮਤਲਬ ਹੈ ਜਿਹੜਾ ਸਦਾ ਹੀ ਹੋਂਦ ਵਿੱਚ ਹੈ। ਉਹਦੀ ਬੌਡੀ ਕੋਈ ਨਹੀਂ, ਉਹ ਨਾ ਉਹ ਮਰਦਾ ਨਾ ਉਹ ਜੰਮਦਾ, ਉਹ ਸੱਤੇ ਉਹਨੂੰ ਕਿਹਾ ਹੈ। ਗੁਰ ਸੱਤੇ ਗੁਰ ਦੋ ਵਾਰੀ ਆ ਗਿਆ। ਇਹਦਾ ਮਤਲਬ ਜਿਹੜਾ ਸ਼ਬਦ ਰੂਪ ਹੈ ਸਦਾ ਹੋਂਦ 'ਚ ਹੈ, ਉਹ ਸਾਡਾ ਗੁਰੂ ਹੈ। ਉਹਦਾ ਜਿਹੜਾ ਸਿੱਖ ਹੈ, ਕਿਸੇ ਦੇਹਧਾਰੀ ਗੁਰੂ ਦਾ ਸਿੱਖ ਨਹੀਂ ਹੈ ਅਸੀਂ, ਨਾ ਬਾਬੇ ਨਾਨਕ ਦੀ ਦੇਹ ਦੇ ਸਿੱਖ ਹੈ। ਬਾਬੇ ਨਾਨਕ ਦੇ ਅੰਦਰ ਜਿਹੜਾ ਸਦਾ ਹੋਂਦ ਵਾਲਾ ਫਤਿਹ ਗੁਰ ਅਕਾਲ ਪੁਰਖ ਆਪ ਨਾਰਾਇਣ ਕਲਾ ਧਾਰ ਆਇਆ ਸੀ ਔਰ ਵਰਤਿਆ ਨੌਵਾਂ ਜੋਤਾਂ 'ਚ, ਸਾਡਾ ਫਤਿਹਗੁਰ ਉਹ ਹੈ। ਸਾਡੀ ਫਤਿਹਗੁਰ ਜੋਤ ਸਰੂਪ ਹੈ। ਸਾਡਾ ਸਤਿਗੁਰ ਦਾ ਗੁਰਪੁਰਬ ਮਨਾਉਣਾ ਅਗਿਆਨਤਾ ਹੈ। ਨਾ ਉਹ ਜੰਮਦਾ ਹੈ ਨਾ ਉਹ ਮਰਦਾ ਹੈ। ਮੇਰਾ ਫਤਿਹਗੁਰ ਸਦਾ ਸਦਾ
ਫਤਿਹ ਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੇ ਰਿਹਾ ਸਮਾਏ। ਗੁਰੂਆਂ ਦੇ ਗੁਰਪੁਰਬ ਮਨਾਉਣੇ ਹੁਣੇ ਅੰਗਰੇਜ਼ਾਂ ਦੇ ਆਉਣ 'ਤੇ ਸ਼ੁਰੂ ਹੋਏ ਹੈ। ਪਹਿਲਾਂ ਗੁਰੂ ਕਾਲ ਵੇਲੇ ਕਿਸੇ ਗੁਰਪੁਰਬ ਦਾ ਨਾ ਹੀ ਡੇਟ ਆਫ ਬਰਥ ਲਿਖੀ ਹੈ ਸਾਰੇ ਗ੍ਰੰਥ 'ਚ। ਇਹਨਾਂ ਨਾਲ ਆਪ ਹੀ ਝੂਠੇ ਪੁਜਾਰੀਆਂ ਨਾਲ ਆਪਣੇ ਅੱਡੇ ਗਰਮ ਕਰਨ ਲਈ ਵੀ ਸੰਗਤ ਆ ਜੇ ਉਦਣ ਗੁਰਪੁਰਬ 'ਤੇ ਭਾਈ ਗੁਰਦਾਸ ਦੀ ਝੂਠੀ ਵਾਰ ਦੀ ਲੈ ਕੇ ਤੁਕ ਵੀ ਸਿੱਖ ਜਿਹੜੇ ਸੀ ਉਹ ਗੁਰਪੁਰਬ ਮੰਨਦੇ। ਇਹ ਸਾਰੇ ਹੀ ਨਾ ਕੋਈ ਭਾਈ ਗੁਰਦਾਸ ਹੋਇਆ ਹੈ ਅਤੇ ਨਾ ਉਹਦੀਆਂ ਵਾਰਾਂ ਦੇ ਉੱਤੇ ਕੋਈ ਨਾਂ ਹੈ ਕਿਸੇ ਦਾ, ਉਹ ਅਨੋਨੀਮਸ ਵਾਰਾਂ ਨੇ। ਉਹ ਐਸੀਆਂ ਝੂਠੀਆਂ ਵਾਰਾਂ ਨੇ ਜਿਹੜੀਆਂ ਹੁਣੇ ਜਿਹੇ ਲਿਖੀਆਂ ਗਈਆਂ ਹੈ। ਅਸੀਂ ਉਹ ਫੜ ਰਹੇ ਹਾਂ ਵੀ ਇਹ ਕੋਈ ਐਸੀਆਂ ਵਾਰਾਂ ਨਹੀਂ ਜਿਹੜੀਆਂ 6ਵੀਂ ਪਾਤਸ਼ਾਹੀ ਜਾਂ 5ਵੀਂ ਪਾਤਸ਼ਾਹੀ ਵੇਲੇ ਭਾਈ ਗੁਰਦਾਸ ਕੋਈ ਹੋਇਆ ਹੈ। ਜੇ ਹੋਇਆ ਹੁੰਦਾ ਤਾਂ ਉਹ ਭਾਈ ਗੁਰਦਾਸ ਇੱਕ ਵੀ ਵਾਰ ਨਾ ਲਿਖ ਸਕਦਾ। ਗੁਰੂ ਅਰਜਨ ਪਾਤਸ਼ਾਹ ਦੀ ਐਡੀ ਵੱਡੀ ਸ਼ਹੀਦੀ ਹੋ ਗਈ ਔਰ ਉਹਦੇ 'ਤੇ ਇੱਕ ਵੀ ਵਾਰ ਨਾ ਲਿਖ ਸਕਦਾ। ਐਸਾ ਡਰਪੋਕ ਬੰਦਾ ਵੀ ਉਹ ਮੁਸਲਮਾਨਾਂ ਕੋਲੋਂ ਇੰਨਾ ਡਰ ਗਿਆ ਵੀ ਗੁਰੂ ਅਰਜਨ ਪਾਤਸ਼ਾਹ ਤਤੀ ਤਵੀ 'ਤੇ ਬੈਠੇ ਹੋਣ, ਸਾਰੀ ਦੁਨੀਆ ਔਰ ਤੁਝ ਕੇ ਜਹਾਂਗੀਰੀ 'ਚ ਜਹਾਂਗੀਰ ਲਿਖ ਰਿਹਾ ਹੋਏ ਵੀ ਆਪਣੀ ਉਹਨਾਂ ਦੀ ਸ਼ਹਾਦਤ ਦਾ ਜ਼ਿਕਰ, ਔਰ ਇਹ ਐਸਾ ਭਾਈ ਗੁਰਦਾਸ 6ਵੀਂ ਪਾਤਸ਼ਾਹੀ ਬਾਬਤ ਲਿਖ ਸਕਦਾ ਹੋਏ ਕਿ ਉਹਨੇ ਕੁੱਤੇ ਰੱਖੇ ਸੀ, ਫੜਾਂ ਰੱਖੇ ਸੀ, ਔਰ ਇਹ ਗੁਰੂ ਅਰਜਨ ਪਾਤਸ਼ਾਹ ਦੀ ਐਡੀ ਵੱਡੀ ਸ਼ਹੀਦੀ ਹੋ ਜਾਏ ਔਰ ਉਹ ਇੱਕ ਵੀ ਲਾਈਨ ਨਾ ਲਿਖ ਸਕੇ। ਇਹ ਸਾਰੀ ਹੀ ਬੜੀ ਜਾਲੀ ਚੀਜ਼ ਬਣੀ ਹੈ ਸਿੱਖਾਂ 'ਚ। ਔਰ ਇਸ ਬਾਣੀ ਕੱਚੀ ਨੂੰ ਔਰ ਬਾਹਮਣਵਾਦ ਵਾਲੀ ਬਾਣੀ ਨੂੰ ਅਸੀਂ ਗੁਰਬਾਣੀ ਦੇ ਲੈਵਲ 'ਚ ਪੜ੍ਹਦੇ ਹਾਂ। ਇਸੇ ਕਰਕੇ ਸਾਨੂੰ ਬਾਣੀ ਦੀ ਸਮਝ ਨਹੀਂ ਆ ਰਹੀ ਵੀ ਇਹਨੂੰ ਬਾਣੀ ਦੀ ਕੁੰਜੀ ਬਣਾਤਾ ਭਾਈ ਗੁਰਦਾਸ ਦੀਆਂ ਵਾਰਾਂ ਨੂੰ। ਜਦ ਕਿ ਕਹਿੰਦੇ ਜੀ ਜੰਤਕਰ ਭਾਈ ਗੁਰਦਾਸ ਦੀ ਬਾਣੀ ਆਖ ਵਖਾਣੀ ਇਹ ਕੁੰਜੀ ਹੈ। ਇਹ ਜਿੰਨ ਚਿਕਰ ਤੁਸੀਂ ਇਹ ਨਹੀਂ ਪੜ੍ਹੋਗੇ ਉਨ ਚਿਕਰ ਗੁਰੂ ਗ੍ਰੰਥ ਸਾਹਿਬ ਦੀ ਸਮਝ ਨਹੀਂ ਆਏਗੀ। ਉਹ ਇਹ ਕੁੰਜੀ ਤੇ ਮਹੱਲੇ ਦੂਜੇ ਦੀ ਆ ਦੇਖੋ, ਗੁਰ ਕੁੰਜੀ ਪਾਹੂ ਨਿਮਲ ਮਾਨ ਕੋਠਾ ਪਨ ਛੱਤ, ਨਾਨਕ ਗੁਰਬਿਨ ਮਨ ਕਾ ਪਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਮਹੱਲਾ ਦੂਜਾ ਕਹਿੰਦਾ ਕਿਸੇ ਦੇ ਹੱਥ 'ਚ ਕੁੰਜੀ ਨਹੀਂ ਹੈ। ਗੁਰੂ ਅੰਗਦ ਸਾਹਿਬ ਗੁਰ ਕੁੰਜੀ ਪਾਹੂ ਨਿਮਲ ਮਾਨ ਕੋਠਾ ਪਨ ਛੱਤ, ਨਾਨਕ ਗੁਰਬਿਨ ਮਨ ਕਾ ਪਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਇਸ ਕਰਕੇ ਕੁੰਜੀ ਸ਼ਬਦ ਕੋਲ ਹੈ, ਅਭਿਆਸ ਕੋਲ ਕੁੰਜੀ ਹੈ। ਰਾਮ ਰਾਮ ਬੋਲੇ ਬੋਲੇ ਖੋਜ ਤੇ ਵੱਡ ਭਾਗੀ। ਜਿੰਨ ਚਿਕਰ ਅਸੀਂ ਅਭਿਆਸ ਨਹੀਂ ਕਰਾਂਗੇ ਸ਼ਬਦ ਦਾ, ਇਹ ਬਾਣੀ ਨਹੀਂ ਖੁੱਲ੍ਹ ਸਕਦੀ। ਇਸ ਕਰਕੇ ਜਿਹੜਾ ਸਿੱਖ ਸ਼ਬਦ ਹੈ ਜਾਂ ਸਾਡਾ ਫਤਿਹਗੁਰ ਨੂੰ ਉਹਦਾ ਗੁਰਪੁਰਬ ਮਨਾਉਣਾ ਹੈ, ਇਹ ਭਾਈ ਗੁਰਦਾਸ ਲਿਖ ਸਕਦਾ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਜਾਂ ਸਾਰੇ ਬ੍ਰਹਮ ਗਿਆਨ 'ਚ ਕੋਈ ਗੁਰੂਆਂ ਦਾ ਡੇਟ ਆਫ ਬਰਥ ਨਹੀਂ ਹੈ। ਇੱਥੇ ਤੱਕ ਕਿ ਮਹੱਲਿਆਂ ਦੇ ਉੱਤੇ ਨਾਂ ਤੱਕ ਨਹੀਂ ਲਿਖਿਆ ਕਿਸੇ ਗੁਰੂ ਦਾ। ਮਹੱਲਾ ਚੱਲੇਗਾ, ਇਹਨਾਂ ਨੇ ਫੇਰ ਮਹੱਲਾ ਪੰਜਵਾਂ ਪੜ੍ਹ ਕੇ ਰੀਤ ਤੋੜ ਦਿੱਤੀ ਗਲਤ। ਮਹੱਲਾ ਪੰਜਵਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ। ਕੋਈ ਉੱਤੇ ਕੋਈ ਲਿਖਿਆ ਸਾਰੀ ਚੀਜ਼, ਉਹਨਾਂ 'ਤੇ ਨਾਂ ਨਹੀਂ ਗੁਰੂਆਂ ਦਾ ਲਿਖਿਆ ਕਿ ਉਹਨਾਂ ਦੇ ਜਨਮ ਦਾ ਜਾਂ ਕਿਉਂਕਿ ਉਹ ਸ਼ਬਦ ਰੂਪ ਸੀ, ਮਹੱਲੇ ਸੀ। ਉਹ ਉਸ ਮਹੱਲੇ 'ਚ ਬੈਠੇ ਸੀ ਜਿੱਥੇ ਦੇਹ ਨਹੀਂ ਲੈਂਦੀ। ਇਸ ਕਰਕੇ ਮਹੱਲਿਆਂ ਦੇ ਸ਼ਬਦ ਹੈ, ਉਹਨਾਂ ਦਾ ਗੁਰਪੁਰਬ ਮਨਾਉਣਾ ਅਗਿਆਨਤਾ ਹੈ। ਇਹ ਅੰਗਰੇਜ਼ਾਂ ਨਾਲ ਆਣ ਕੇ ਜਿਸ ਤੇ ਕ੍ਰਿਸਚੀਅਨਿਟੀ 'ਚੋਂ ਵੱਡਾ ਦਿਨ ਹੁੰਦਾ ਸੀ, ਸਿੱਖਾਂ ਨੇ ਵੀ ਕਿਹਾ ਜੀ ਸਾਡੇ ਗੁਰੂ ਦੀ ਵੀ ਛੁੱਟੀ ਹੋਣੀ ਚਾਹੀਦੀ ਹੈ। ਇਹ ਸਾਰੇ ਜਾਏ ਅੰਗਰੇਜ਼ ਜਦੋਂ ਆ ਗਏ ਲਾਹੌਰ 'ਤੇ ਕਬਜ਼ਾ ਹੋ ਗਿਆ ਪੰਜਾਬ 'ਤੇ, ਉਹ ਵੱਡਾ ਦਿਨ ਮਨਾਉਂਦੇ ਸੀ ਕ੍ਰਿਸਚੀਅਨਿਟੀ ਦਾ ਆਪਣਾ ਕ੍ਰਿਸਮਸ। ਔਰ ਉਸ ਦਿਨ ਦੇ ਉੱਤੇ ਫਿਰ ਇਹਨਾਂ ਨਾਲ ਸਿੱਖਾਂ ਨਾਲ ਜਿਹੜੇ ਚੀਫ ਖਾਲਸਾ ਦੀਵਾਨ ਵਾਲੇ ਸੀ, ਭਾਈ ਵੀਰ ਸਿਉਣੀ, ਸਾਰੇ ਇਹਨਾਂ ਨਾਲ ਇਹਦੇ ਵੱਡੇ ਸਿੱਖ, ਉਹਨਾਂ ਨੇ ਕਿਹਾ ਜੀ ਸਾਡੇ ਗੁਰੂ ਦੀ ਵੀ ਛੁੱਟੀ ਕਰੂ। ਫਿਰ ਗੁਰੂ ਨਾਨਕ ਦੇਵ ਦਾ ਬਰਥਡੇ ਮਨਾਉਣ ਲੱਗ ਪਏ। ਇਹ ਅਗਿਆਨਤਾ ਹੈ। ਔਰ ਸਿੱਖੀ 'ਚ ਇਹੋ ਹੀ ਉਸ ਤੁਕ ਦੇ ਅਗੇਂਸਟ ਅਸੀਂ ਮਖੌਲ ਕਰ ਰਹੇ ਹਾਂ ਬਾਣੀ ਨੂੰ ਗੁਰਪੁਰਬ ਮਨਾ ਕੇ, ਜਿੱਥੇ ਲਿਖਿਆ ਫਤਿਹਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੇ ਰਿਹਾ ਸਮਾਏ। ਇਸ ਕਰਕੇ ਫਤਿਹਗੁਰ ਲਫ਼ਜ਼ ਕੋਈ ਨਹੀਂ ਹੈ। ਗੁਰ ਲਫ਼ਜ਼ ਹੈ ਸੱਤੇ ਮਤਲਬ ਹੋਂਦ ਵਾਲਾ, ਸਾਡਾ ਸਦਾ ਹੀ ਰਹਿਣ ਵਾਲਾ ਹੈ। ਨਾ ਉਹ ਜੰਮਦਾ ਹੈ ਨਾ ਉਹ ਮਰਦਾ ਹੈ ਸਾਡਾ ਗੁਰ। ਇਸੇ ਕਰਕੇ ਸਾਡਾ ਗੁਰ ਜੋ ਸਾਬਦ ਅਖੁੱਟ ਬਾਬਾ ਨਾਨਕਾ ਹੈ, ਜਿਹਦਾ ਰੂਪ ਕੀ ਹੈ
ਸ਼ਬਦ ਰੂਪ ਹੈ ਔਰ ਉਹ ਸਦਾ ਹੀ ਸਾਡੇ ਕੋਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਅਸੀਂ ਸਾਡੇ ਨਾਲ ਹੀ ਰਹਿੰਦਾ, ਉਹ ਅੰਦਰ ਹੀ ਆ ਸਾਡੇ, ਪਰ ਉਹਨੂੰ ਪ੍ਰਗਟ ਕਰਨਾ ਪੈਂਦਾ ਹੈ। ਆਖ ਸੁਣਾਇਆ ਕਰ ਪ੍ਰਗਟ, ਆਖ ਸੁਣਾਇਆ, ਉਹਨੂੰ ਨਾਮ ਨੂੰ ਆਖ ਆਖ ਕੇ ਤੇ ਉਹਨੂੰ ਹੀ ਸੁਣ ਸੁਣ ਕੇ ਪ੍ਰਗਟ ਕਰਨਾ ਪੈਂਦਾ ਹੈ। ਇਸ ਕਰਕੇ ਬੜੇ ਧਿਆਨ ਨਾਲ ਇੱਕ ਇੱਕ ਲਫ਼ਜ਼ ਵਾਚੀਏ। ਅਸੀਂ ਇੱਕ ਸ਼ਬਦ ਸਦੇ ਲੈ ਰਹੇ ਹਾਂ ਔਰ ਇੱਕ ਇੱਕ ਸ਼ਬਦ ਵਾਚ ਰਹੇ ਹਾਂ ਕਿ ਐਡਾ ਉੱਚਾ ਬ੍ਰਹਮ ਗਿਆਨ ਔਰ ਜਿਹਦੀ ਐਡੀ ਗਲਤ ਮਤਲਬ ਸਮਝ ਕੇ ਅਸੀਂ ਹਿੰਦੂਇਜ਼ਮ ਬ੍ਰਾਹਮਣਵਾਦ 'ਚ ਪਾ ਰਹੇ ਹਾਂ। ਸਾਡੇ ਕਿਸੇ ਗੁਰੂ ਦੀ ਦੇਹ ਨਹੀਂ ਹੈ। ਦੇਹ ਦੋ ਕਾਰਨਾਂ ਕਰਕੇ ਆਈ ਹੈ। ਸਿਰਫ ਦੇਹ 'ਚ ਤਾਂ ਸੀ ਵੀ ਦੀਖਿਆ ਦੇਣੀ ਹੁੰਦੀ ਸੀ, ਗਿਆਨ ਦੇਣਾ ਹੁੰਦਾ ਸੀ। ਬਾਕੀ ਹੁਣ ਗਿਆਨ ਸਾਡੇ ਕੋਲ ਪੂਰਨ ਹੈ। ਦੀਖਿਆ ਦੇਣ ਲਈ 5 ਸਰੀਰ ਖੜੇ ਕਰ ਦਿੱਤੇ ਆ, ਸਿੱਖ ਖੜੇ ਕਰ ਦਿੱਤੇ ਆ, 5 ਨਾਮ ਜਪਣ ਵਾਲੇ। ਦੇਹ ਦੀ ਕਦੀ ਲੋੜ ਨਹੀਂ ਸੀ ਹੁੰਦੀ, ਨਾ ਹੋਈ ਹੈ। ਸਿਰਫ ਦੋਵਾਂ ਚੀਜ਼ਾਂ ਦੀ ਦੇਹ ਆਈ ਸੀ। ਇਸ ਕਰਕੇ ਸਾਡਾ ਗੁਰ ਸੱਤੇ, ਗੁਰ ਸਦਾ ਹੋਂਦ ਵਾਲਾ ਗੁਰ ਹੈ ਸਾਡਾ। ਉਹ ਹੈ ਅਕਾਲ ਪੁਰਖ, ਉਹ ਹੈ ਉਹਦੀ ਜੋਤ ਆਪ ਨਾਰਾਇਣ ਕੜਾ ਭਾਰ ਜਗ ਮੇ ਪਰਵਰਿਓ। ਉਹ ਹੈ ਜਿਹਨੂੰ ਕਿ ਮਹਾਰਾਜ ਨਾ ਉਸੇ ਸਤੇ ਗੁਰੂ ਨੂੰ ਹੀ ਜਪਣਾ ਹੈ। ਅਸੀਂ ਉਸੇ ਲਈ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿ ਰਹੇ ਨੇ, ਜਾਗਤ ਜੋਤੇ ਜਪੈ ਨਿਸਵਾਸਰ, ਏਕ ਬਿਨਾ ਮਨ ਨਾਇਕ ਨਾਮ ਨੇ। ਉਹ ਜਾਗਤ ਜੋਤ ਨੂੰ ਹੀ ਜਪਣਾ ਹੈ। ਅਸੀਂ ਉਹਦੇ ਸਿੱਖ ਹਾਂ। ਇਸ ਕਰਕੇ ਗੁਰ ਸਤੇ ਗੁਰ ਕਾ ਜੋ ਸਿੱਖ ਆਖਾਏ। ਹੁਣ ਸਿੱਖ ਕੀ ਬੀਬੀ ਨਹੀਂ ਸਿੱਖ ਹੋ ਸਕਦੀ? ਇੱਥੇ ਜਿੰਨਾ ਵੀ ਸਾਡੇ ਬ੍ਰੇਨ ਐਸੇ ਵਾਸ਼ ਆਊਟ ਕਰ ਦਿੱਤੇ ਹੈ ਵੀ ਜਿੱਥੇ ਸਿੱਖ ਹੈ ਉਹ ਸਿੱਖ ਹੀ ਹੈ। ਅਸੀਂ ਵੀ ਸਾਰੇ ਸੰਗਤ ਜਦੋਂ ਸਿੱਖ ਦਾ ਲਫ਼ਜ਼ ਆਇਆ ਤੇ ਜਿਹੜੇ ਸਿੱਖ ਆ ਉਹ ਆਕੜ ਬਹਿਣਗੇ ਵੀ ਹਾਂ ਬੀਬੀਆਂ ਸਿੱਖ। ਉਹ ਸਿੱਖ ਕਾਮਨ ਜੈਂਡਰ ਹੈ। ਜੇ ਇੱਕ ਭੇਦ ਸਮਝ ਗਏ ਨਾ ਬਾਣੀ ਦਾ, ਤੇ ਬਾਣੀ ਦਾ ਉੱਚ ਹੱਦੀ ਲੈਵਲ ਅਸੀਂ ਸਮਝ ਸਕਾਂਗੇ ਵੀ ਕਮਾਲ ਨੇ ਗੁਰੂ ਮਹਾਰਾਜਾਂ ਦੀ ਬਾਣੀ ਕਿ ਜਿਹੜੀ ਦੋਨਾਂ ਨੂੰ ਹੀ ਮੰਨਦੀ ਹੈ। ਕੋਈ ਇਹਦੇ 'ਚ ਸੈਕਸ ਨਹੀਂ ਹੈ, ਕੋਈ ਮੇਲ ਫੀਮੇਲ ਨਹੀਂ ਹੈ, ਕਿਉਂਕਿ ਸਿੱਖਣੀ ਲਫ਼ਜ਼ ਕਿਤੇ ਨਹੀਂ ਹੈ ਸਾਰੀ ਬਾਣੀ। ਇਸ ਕਰਕੇ ਜਦੋਂ ਸਿੱਖ ਲਫ਼ਜ਼ ਆ ਜਾਏ ਉਹਦਾ ਮਤਲਬ ਹੈ ਬੀਬੀ ਵੀ ਅਤੇ ਮੀਆਂ ਬੀਬੀ ਦੋਨੇ। ਹਾਲਾਂਕਿ ਦੋਨੇ ਕੂੜ ਨੇ, ਕੂੜ ਮੀਆਂ ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨੇ ਲੱਗਾ ਵਿਸਰਿਆ ਕਰਤਾਰ। ਉਹ ਕੂੜੇ ਤੂੰ ਸੱਚੇ ਤਦ ਹੋਣਗੇ ਜਦੋਂ ਉਹ ਸ਼ਬਦ ਰੂਪ ਹੋ ਜਾਣਗੇ। ਇਸੇ ਕਰਕੇ ਸਿੱਖ ਦੇ ਖੱਖੇ ਨੂੰ ਔਂਕੜ ਹੈ। ਉਹ ਸੱਚਾ ਸਿੱਖ ਕੌਣ ਹੈ? ਜਿਹੜਾ ਕਿ ਸ਼ਬਦ ਰੂਪ ਹੋ ਜਾਂਦਾ ਹੈ, ਸ਼ਬਦ ਹੀ ਸ਼ਬਦ ਜਪਦਾ ਹੈ। ਗੁਰ ਫਤਿਹ ਗੁਰ ਕਾ ਜੋ ਸਿੱਖ ਜਦੋਂ ਆ ਜਾਏ ਲਫ਼ਜ਼, ਸਿੱਖਣੀ ਕਿਤੇ ਨਹੀਂ ਲਿਖਿਆ। ਇਸ ਕਰਕੇ ਬੀਬੀਆਂ ਲਈ ਵੀ ਉਪਦੇਸ਼ ਸਾਂਝਾ ਹੈ ਅਤੇ ਭਗਤ ਵੀ, ਬੀਬੀ ਵੀ ਭਗਤ ਹੈ, ਜਨ ਵੀ ਭਗਤ ਹੈ, ਕਿਉਂਕਿ ਇਹਨਾਂ ਦੇ ਆਪੋਜ਼ਿਟ ਜੈਂਡਰ ਨਹੀਂ ਆਉਂਦੇ ਬਾਣੀ 'ਚ। ਨਾ ਭਗਤਣੀ ਲਫ਼ਜ਼ ਆਇਆ ਹੈ, ਨਾ ਜਨੀ ਲਫ਼ਜ਼ ਆਇਆ ਹੈ। ਇਸ ਕਰਕੇ ਹਰਜਨ ਜਿੱਥੇ ਹਰਜਨ ਆ ਜਾਏ ਉਹ ਬੀਬੀ ਵੀ ਹਰਜਨ ਬਣ ਸਕਦੀ। ਐਡਾ ਵੱਡਾ ਉਤਸ਼ਾਹ ਦਿੱਤਾ ਸਾਰੀ ਬਾਣੀ ਨਾ, ਤਦੇ ਮੋਸਟ ਮਾਡਰਨ ਔਰ ਇਹੋ ਸਾਰੀ ਦੁਨੀਆ 'ਚ ਫੈਲਣੀ ਹੈ। ਕਿਉਂਕਿ ਸਾਰੀ ਦੁਨੀਆ ਦੇ ਵਿੱਚ ਇੱਕ ਵੇਵ ਚੱਲ ਪਈ ਹੈ ਹੁਣ, ਔਰ ਜਿਹਦੇ ਵਿੱਚ ਹੈ ਵੀ ਇਹ ਮੁਸਲਮਾਨਾਂ 'ਚ ਇੰਨੀ ਗੁਲਾਮ ਬਣਾਤੀ, ਹਿੰਦੂਆਂ 'ਚ ਪੈਰ ਦੀ ਜੁੱਤੀ ਬਣਾਤੀ। ਇਸ ਬੀਬੀ ਨੂੰ ਕੋਈ ਮਾਣ ਨਹੀਂ ਦਿੱਤਾ। ਇਹ ਧੰਨ ਗੁਰੂ ਨਾਨਕ ਉੱਠਿਆ ਜਿਹਨੇ ਲਿਖਿਆ ਵੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਸ ਕਰਕੇ ਬਾਬਾ ਨਾਨਕ ਦੇ ਸਾਡੇ ਬ੍ਰਹਮ ਗਿਆਨ ਦੀ ਮੈਜਰਿੰਗ ਸਟਿਕ ਨਾਲ ਕੋਈ ਮੀਆਂ ਨਹੀਂ ਹੈ, ਕੋਈ ਬੀਬੀ ਨਹੀਂ ਹੈ, ਕੋਈ ਸੈਕਸ ਨਹੀਂ ਹੈ, ਸਾਰਿਆਂ ਨੂੰ ਇੱਕੋ ਜਿਹਾ ਸਟੂਡੈਂਟ ਸਮਝਿਆ। ਸਿੱਖ ਦਾ ਮਤਲਬ ਵਿਦਿਆਰਥੀ ਹੈ। ਸਾਰੀ ਬੀਬੀ ਵੀ, ਬੱਚਾ ਵੀ, ਅਤੇ ਲੜਕੀ ਵੀ, ਲੜਕਾ ਵੀ, ਬੁੱਢਾ ਵੀ, ਬਿਰਧ ਵੀ। ਇਸ ਕਰਕੇ ਸਿੱਖ ਦਾ ਬਹੁਤ ਵੱਡਾ ਮਤਲਬ ਹੈ। ਕਦੀ ਇਹਨੂੰ ਇੱਕ ਬੰਨੇ ਨਹੀਂ ਲਾਉਣਾ ਚਾਹੀਦਾ, ਭਗਤ ਨੂੰ ਇੱਕ ਬੰਨੇ ਨਹੀਂ ਲਾਉਣਾ ਚਾਹੀਦਾ। ਹਰ ਇੱਕ ਨੂੰ ਹੱਕ ਆ, ਹਰ ਇੱਕ ਨੂੰ ਰੱਬ ਨੂੰ ਮਿਲ ਸਕਦਾ, ਕਿਉਂਕਿ ਜਦੋਂ ਸ਼ਬਦ ਰੂਪ ਹੋ ਜਾਂਦਾ ਹੈ ਸ਼ਬਦ ਦਾ ਕੋਈ ਮੇਲ ਫੀਮੇਲ ਨਹੀਂ ਹੁੰਦਾ। ਇਸ ਕਰਕੇ ਸਾਰੇ ਹੀ ਬੀਬੀ ਨਾਲ ਵੀ ਜਪ ਕੇ, ਮੀਏ ਨਾਲ ਵੀ ਜਪ ਕੇ, ਬੱਚੇ ਨਾਲ ਵੀ ਜਪ ਕੇ, ਬੁੱਢੇ ਨਾਲ ਵੀ ਜਪ ਕੇ ਸਾਰੇ ਸ਼ਬਦ ਸਰੂਪ ਹੋ ਜਾਣੇ ਹੈ। ਇਸ ਕਰਕੇ ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ ਸੋ ਭਰ ਕੇ ਉਠੇ ਹਰੇ ਨਾਮ ਧਿਆਵਾ। ਇੱਥੇ ਧਿਆਉਣਾ ਹੈ, ਉੱਚੀ ਅਵਸਥਾ ਹੈ, ਪਰ ਕਿੱਦਾਂ ਧਿਆਈਏ?
ਪਹਿਲਾਂ ਉਦਮ ਕਰੇ। ਸਵੇਰ ਵੇਲੇ ਜਿਹੜਾ ਉਦਮ ਕਰਨਾ ਹੈ ਉਹ ਨਹੀਂ ਹੈ ਵੀ ਤੁਸੀਂ ਉੱਠ ਕੇ ਬੈਠਣਾ ਹੈ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੂ ਜੀ ਸਦਾ। ਇੱਥੇ ਉਦਮ ਦੇ ਮੰਮੇ ਨੂੰ ਵੀ ਔਂਕੜ ਹੈ। ਉਹਦਾ ਮਤਲਬ ਅੰਦਰਲਾ ਉਦਮ, ਸੱਚਾ ਉਦਮ ਤੇ ਸ਼ਬਦ ਵਾਲਾ ਉਦਮ। ਉਦਮ ਜੋ ਹੈ ਸਾਰੀ ਬਾਣੀ 'ਚ ਇਹ ਬਾਹਰਲਾ ਉਦਮ ਨਹੀਂ ਵੀ ਤੁਸੀਂ ਉੱਠ ਕੇ ਤੇ ਪਹਿਲਾਂ ਨਹਾਉਣਾ ਹੈ, ਕੇਸੀ ਇਸ਼ਨਾਨ ਕਰਨੇ ਆ ਤੇ ਬਾਲਟੀਆਂ ਜਾਂ ਨਲਕਾ ਜਾਂ ਖੜਾਕ ਕਰਕੇ ਤੜਕੇ 2 ਵਜੇ ਬਾਕੀਆਂ ਦੀ ਨੀਂਦ ਵੀ ਹਰਾਮ ਕਰਨੀ ਹੈ ਤੁਸੀਂ। ਮਹਾਰਾਜ ਕਹਿੰਦੇ ਨਹੀਂ, ਇੱਥੇ ਮਤਲਬ ਹੈ ਵੀ ਜਿਸ ਵੇਲੇ ਵੀ ਜਾਗ ਖੁੱਲ੍ਹ ਜਾਏ, ਜਿਹੜੀ ਆਪਣੀ ਤੁਹਾਡੀ ਜੀਭ ਹੈ ਮਧਾਣੀ ਵਾਂਗੂ ਬਣ ਜਾਏ, ਤੁਹਾਡਾ ਸਰੀਰ ਚਾਟੀ ਬਣ ਜਾਏ ਤੇ ਜਿਹੜੀ ਜੀਭ ਹੈ ਇਹ ਗੁਰਮੰਤਰ ਦਾ ਜਪ ਸ਼ੁਰੂ ਕਰ ਦੇਵੇ। ਉਦਮ ਕਰੇ ਭਲਕੇ ਪ੍ਰਭਾਤੀ। ਸਵੇਰ ਵੇਲੇ ਜਿਸ ਵੇਲੇ ਤੁਸੀਂ ਉੱਠੋਗੇ, ਹੁਣ ਅਸੀਂ ਉਹ ਚੀਜ਼ ਡਿਸਕਸ ਕਰਨ ਲੱਗੇ ਹਾਂ ਜਿਹਦੇ 'ਚ ਅਸੀਂ ਸਾਰੇ ਹੀ ਫਸੇ ਪਏ ਹਾਂ। ਜਿਸ ਵੇਲੇ ਜਾਗ ਖੁੱਲ੍ਹਦੀ ਹੈ, ਕਿਸੇ ਵਡਭਾਗੀਆਂ ਵਾਹੋ ਵਾਹੋ ਮੂੰਹੋਂ ਕਢਾਏ, ਨਹੀਂ ਤੇ ਮੂੰਹ 'ਚੋਂ ਨਿਕਲਦਾ ਨਹੀਂ ਹੈ ਸਵੇਰ ਵੇਲੇ। ਪਤਾ ਕੀ ਹੁੰਦਾ ਹੈ, ਬੰਦੇ ਦੀ ਐਸੀ ਸਾਰੀ ਉਮਰ ਦੀ ਆਦਤ ਪੱਕੀ ਹੁੰਦੀ ਹੈ, ਇਹਨੂੰ ਉਸ ਵੇਲੇ ਜਾਗ ਖੁੱਲ੍ਹ ਜਾਏ ਨਾ, ਇਹਨੂੰ ਸੋਚਣ 'ਚ ਬੜਾ ਮਜ਼ਾ ਆਉਂਦਾ ਹੈ। ਨਾਮ ਨਹੀਂ ਜਪ ਹੁੰਦਾ, ਜੀਭ ਨਾਲ ਜ਼ੋਰ ਵੀ ਲਾਊਗਾ, ਜੀਭ ਤੋਂ ਨਾਮ ਨਹੀਂ ਜਪੋਏਗਾ, ਪਰ ਉਹਨੂੰ ਬੜਾ ਸਵਾਦ ਆਏਗਾ ਵੀ ਖਿਆਲਾਂ 'ਚ ਚਲੇ ਜਾ। ਉਹਨੂੰ ਕਹਿੰਦੇ ਹੈ ਕਿਆ ਸੋਚੇ ਬਾਰੰਬਾਰਾ, ਹਰ ਕਾ ਨਾਮ ਨਾ ਜਪ ਸਗਵਾਰਾ। ਉਸ ਵੇਲੇ ਹਰ ਇੱਕ ਦੀ ਜਿਹਦੀ ਪ੍ਰੈਕਟਿਸ ਹੋਈ ਹੋਵੇ ਉਹੀ ਉੱਠ ਕੇ ਉਹਦੀ ਜੀਭ ਆਪਣੇ ਆਪ ਚੱਲਣ ਆਪੂ ਜਾਗ ਖੁੱਲ੍ਹਣ ਲੱਗੇ। ਲੇਕਿਨ ਜਿਹੜੇ ਹਲੀ ਕੱਚੇ ਅਭਿਆਸੀ ਹੁੰਦੇ ਆ ਮੇਰੇ ਵਰਗੇ, ਉਹਨਾਂ ਨੂੰ ਸੋਚਣ 'ਚ ਬੜਾ ਮਜ਼ਾ ਆਉਂਦਾ। ਮਹਾਰਾਜ ਕਹਿੰਦੇ ਹੈ ਕਿਆ ਸੋਚੇ, ਕਬੀਰ ਜੀਓ ਕਿਆ ਸੋਚੇ ਬਾਰੰਬਾਰਾ, ਹਰ ਕਾ ਨਾਮ ਨਾ ਜਪ ਸਗਵਾਰਾ। ਕਹਿੰਦੇ ਤੈਨੂੰ ਜਪਣਾ ਪੈਣਾ। ਇਸ ਕਰਕੇ ਉੱਠਦੇ ਸਾਰ ਹੀ, ਜੇ ਸੁੱਤੇ ਪਏ ਹੋ ਸਿਰਹਾਣੇ 'ਤੇ, ਸਿਰਹਾਣਾ ਕੋਲ ਹੈ, ਲੰਮੇ ਪਏ ਹੋ, ਸਿੱਧੇ ਪਏ ਹੋ, ਪਰ ਜੀਭ ਤੁਹਾਡੀ ਹਿੱਲ ਸਕਦੀ ਹੈ। ਅੱਖਾਂ ਖੋਲ੍ਹੋ ਨਾ ਖੋਲ੍ਹੋ, ਪਰ ਜੀਭ ਦੇ ਨਾਲ ਸੁਰਤ ਦੇ ਨਾਲ ਨਾਮ ਜਪਣਾ ਸ਼ੁਰੂ ਕਰ ਦਿਓ, ਧਿਆਉਣਾ ਹੋ ਜਾਂਦਾ ਉਸ ਵੇਲੇ। ਇਸ ਕਰਕੇ ਗੁਰ ਸੱਤੇ ਗੁਰ ਕਾ ਜੋ ਸਿੱਖ ਅਖਾਏ, ਕਿਉਂਕਿ ਮਹਾਰਾਜ ਦਾ ਹੁਕਮ ਹੈ ਉੱਠ ਕੇ ਹੋਰ ਕੋਈ ਕੰਮ ਨਾ ਕਰੋ, ਨਾ ਨਹਾਉਣ ਜਾਓ ਨਾ ਕੁਛ ਜਾਓ। ਟਾਈਮ ਬੜਾ ਕੀਮਤੀ ਹੈ। ਉਹ ਟਾਈਮ ਕੀ ਹੈ, ਜਿੱਥੇ ਪਏ ਹੋ ਉੱਥੇ ਜੀਭ ਹਿਲਾਉਣੀ ਸ਼ੁਰੂ ਕਰ ਦਿਓ ਅਤੇ ਸੁਰਤ ਜੋੜ ਲਓ ਸ਼ਬਦ ਦੇ ਨਾਲ। ਇਸੇ ਕਰਕੇ ਮਹਾਰਾਜ ਨੇ ਕਿਹਾ ਸੌਣ ਵੇਲੇ ਵੀ ਇੱਦਾਂ ਹੀ ਸੌਂ ਜਾਓ। ਸੌਂਦੇ ਵਾਹੋ ਵਾਹੋ ਉਚਰੇ, ਉੱਠਦੇ ਵੀ ਵਾਹੋ ਕਰੇਨ। ਇਸ ਕਰਕੇ ਹੁਕਮ ਹੈ, ਇਹ ਨਹੀਂ ਕਿ ਉਸ ਵੇਲੇ ਸੌਣ ਵੇਲੇ ਤੁਸੀਂ ਕੀਰਤਨ ਸੋਹਲੇ ਦਾ ਪਾਠ ਸ਼ੁਰੂ ਕਰ ਦਿਓ। ਇਹ ਕਿਤੇ ਨਹੀਂ ਲਿਖਿਆ, ਇਹਨਾਂ ਨੇ ਆਪ ਹੀ ਬਣਾਏ ਆ। ਮਹਾਰਾਜ ਦਾ ਹੁਕਮ ਹੈ, ਡਰੀਏ ਗੁਰੂਆਂ ਦੇ ਹੁਕਮ ਤੋਂ। ਅਸੀਂ ਉਹਨਾਂ ਨੂੰ ਹੁਕਮ ਨੂੰ ਪਿੱਠ ਦੇ ਕੇ ਪਾਠ ਕਰਦੇ ਹਾਂ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਦਾ ਮਹੱਲੇ ਤੀਜੇ ਦਾ ਹੁਕਮ ਹੋਵੇ, ਸੌਂਦੇ ਵਾਹੋ ਵਾਹੋ ਉਚਰੇ, ਅਤੇ ਅਸੀਂ ਉਸ ਵੇਲੇ ਪਾਠ ਕਰਨਾ ਪਈ। ਕਿੱਡੀ ਵੱਡੀ ਅਸੀਂ ਪਿੱਠ ਦੇ ਕੇ ਗੁਰੂਆਂ ਨੂੰ ਇਹ ਪਾਠਾਂ ਦੀਆਂ ਚੀਜ਼ਾਂ ਕਰਦੇ ਹਾਂ। ਮਹਾਰਾਜ ਇਸੇ ਕਰਕੇ ਵੀ ਅਸੀਂ ਬਾਣੀ ਤੋਂ ਅਗਿਆਨ, ਸਾਡਾ ਕੋਲ ਬਾਣੀ ਦਾ ਕੋਈ ਗਿਆਨ ਨਹੀਂ ਹੈ। ਜੋ ਭੇਡ ਚਾਲ ਚੱਲੀ ਆ ਰਹੀ ਹੈ, ਜੋ ਇਹਨਾਂ ਪੁਜਾਰੀਆਂ ਨੇ ਸਾਨੂੰ ਸਿਖਾਲਤਾ, ਜੋ ਕਹਿਤਾ, ਜੋ ਲਿਖ ਦਿੱਤਾ, ਉਹ ਅਸੀਂ ਕਰੀ ਜਾਂਦੇ ਹਾਂ। ਸਾਡੀ ਬਾਣੀ 'ਚ ਲਿਖਿਆ ਖਬਰਦਾਰ ਕੋਈ ਹੋਰ ਦੁਨੀਆ ਦਾ ਕੰਮ ਜਾਂ ਸ਼ਬਦ ਜਾਂ ਕੋਈ ਚੀਜ਼ ਬੋਲੀ, ਸੌਂਦੇ ਵਾਹੋ ਵਾਹੋ ਉਚਰੇ, ਉਹ ਵਾਹ ਵਾਹ ਕਰਦਾ ਸੌਂ ਜਾ, ਕਿਉਂਕਿ ਤੈਨੂੰ ਉੱਠਦੇ ਸਾਰ ਵੀ ਤੈਨੂੰ ਉਸੇ 'ਚ ਨੀਂਦ ਜਾਗ ਆ ਕੇ ਤੇਰੀ ਜੀਭ ਚੱਲ ਪਊਗੀ। ਲੇਕਿਨ ਕਾਰਾ ਕੋਈ ਹੋਰ ਵਰਤ ਰਿਹਾ, ਜਿਸ ਤੋਂ ਸਾਨੂੰ ਅਟੈਂਸ਼ਨ ਹੋਣਾ ਪੈਣਾ ਹੈ। ਬੜੀਆਂ ਗਲਤ ਰੀਤਾਂ ਜਿਸ ਕਰਕੇ ਕੋਈ ਨਾਮ ਨਹੀਂ ਜਪ ਸਕਦਾ। ਇਹਨਾਂ ਦੇ ਪਾਠਾਂ ਦੀਆਂ ਉਹ ਸਭ ਕੁਛ ਇਹਨਾਂ ਨਾਲ ਪੁਜਾਰੀ ਟੋਲੇ ਦਾ ਹੀ ਲੱਲੂ ਲੱਗ ਰਹੇ ਨੇ। ਸਾਰੀ ਸਿੱਖੀ ਦੇ ਕੇਸ ਇਹਨਾਂ ਭਾਈਆਂ, ਇਹਨਾਂ ਪੁਜਾਰੀਆਂ ਨਾਲ ਫੜੇ ਆ ਵੀ ਆਹ ਨਿਤਨੇਮ ਹੈ ਜੀ, ਆਹ ਨਿਤਨੇਮ ਹੈ। ਜਦ ਕਿ ਨਿਤਨੇਮ ਦੀ ਬਾਣੀ ਕੋਈ ਨਹੀਂ ਹੁੰਦੀ। ਉਹ ਅੰਦਰੋਂ ਚੋਰੀ ਕੱਢ ਕੇ ਸ਼ਬਦ ਪਹਿਲਾਂ ਜਪ ਤੋਂ ਪਿੱਛੋਂ ਅਤੇ ਸ੍ਰੀ ਰਾਗ ਤੋਂ ਪਹਿਲਾਂ ਉਹ ਬਾਣੀ ਇਹਨਾਂ ਨੇ ਆਪ ਪਾਈ ਹੈ, ਜਿਹਦੇ 'ਚ ਸੈਂਕੜੇ ਹੀ ਗਲਤੀਆਂ ਹਨ। ਇਹ ਅੰਦਰੋਂ ਕੱਢ ਕੇ ਸਹੀ ਨਹੀਂ ਲਿਖ ਸਕੇ ਉਸ ਬਾਣੀ ਨੂੰ, ਔਰ ਇਹਨਾਂ ਨੇ ਨਿਤਨੇਮ ਵਧਾਉਂਦੇ ਤੁਰੇ ਗਏ ਹੈ। ਇਸ ਕਰਕੇ ਉਹ ਨਿਤਨੇਮ ਨਹੀਂ ਹੈ। ਨਿਤਨੇਮ ਹੈ ਹਰ ਹਰ ਨਿਤ ਜਪਿਓ ਜੀ ਹੋ, ਲਾਹਾ ਖਟਿਓ ਦਿਹਾੜੀ। ਗੁਰੂ ਅਮਰਦਾਸ ਸਾਹਿਬ ਹਰ ਹਰ ਨਿਤ ਜਪਿਓ ਜੀ ਹੋ। ਅਸੀਂ ਜਿਹੜਾ ਨਿਤ ਚੀਜ਼ ਕਰਨੀ ਉਹ ਜਪਣਾ ਹੈ।
ਨਿਤ ਬਾਣੀ ਨਹੀਂ ਪੜ੍ਹਨੀ, ਬਾਣੀ ਮਦਦ ਲਈ ਪੜ੍ਹੀ ਦੀ ਹੈ। ਬਾਣੀ ਨਾਮ ਜਪਣ ਨੂੰ ਮਦਦ ਦਿੰਦੀ ਹੈ, ਤਾਂ ਪੜ੍ਹੀ ਦੀ ਹੈ ਬਾਣੀ। ਇਸ ਕਰਕੇ ਅਸੀਂ ਸਾਰੀ ਬਾਣੀ ਡਿਸਕਸ ਕਰ ਰਹੇ ਹਾਂ। ਇਸ ਕਰਕੇ ਜਿਹੜਾ ਉੱਠ ਕੇ ਉਸ ਵੇਲੇ ਪਾਠ ਕਰਨਾ, ਨਹਾਉਣਾ ਧੋਣਾ, ਹੋਰ ਸਾਰੇ ਕੰਮ ਕਰਨੇ, ਉਹ ਟਾਈਮ ਜ਼ਾਇਆ ਕਰਨਾ ਹੈ। ਇਹ ਸਵੇਰ ਦਾ ਵੇਲਾ ਬੜਾ ਕੀਮਤੀ ਹੁੰਦਾ ਹੈ। ਇਸ ਕਰਕੇ ਉੱਠਦੇ ਸਾਰ ਹੀ ਲੰਮੇ ਪਏ ਹੋ, ਕਿਸ ਤਰ੍ਹਾਂ ਪਏ ਹੋ ਉਸੇ ਤਰ੍ਹਾਂ ਹੀ ਜੀਭ ਹੌਲੀ ਹੌਲੀ ਹਿਲਾਉਣੀ ਸ਼ੁਰੂ ਕਰ ਦਿਓ। ਤੁਹਾਡੇ ਸਵਾਸਾਂ ਨਾਲ ਐਸਾ ਤੁਹਾਨੂੰ ਆਨੰਦ ਆਊ, ਤੁਹਾਨੂੰ ਧਿਆਉਣਾ ਹੋ ਜਾਂਦਾ ਉਸ ਵੇਲੇ, ਕਿਉਂਕਿ ਮਨ ਸਵੇਰ ਵੇਲੇ ਟਿਕਿਆ ਹੁੰਦਾ, ਉਹ ਡਿਸਟਰਬ ਨਹੀਂ ਹੁੰਦਾ। ਇਸ ਕਰਕੇ ਚੁੱਪ ਕਰਕੇ ਅਭਿਆਸ ਸ਼ੁਰੂ ਕਰ ਦਿਓ। ਇਸੇ ਕਰਕੇ ਪਹਿਲੀ ਤੁਕ 'ਚ ਲਿਖਿਆ ਕਿ ਜਿਹੜਾ ਅਸਲ ਸਿੱਖ ਹੈ, ਅੰਦਰਲਾ ਸਿੱਖ ਹੈ, ਸੱਚਾ ਸਿੱਖ ਹੈ, ਉਹ ਉਸ ਵੇਲੇ ਧਿਆਉਣਾ ਕਰਦਾ ਨਾਮ ਦਾ। ਧਿਆਉਣਾ ਬਹੁਤ ਉੱਚੀ ਸਟੇਜ ਹੈ, ਜਿਹੜੀ ਕਿ ਜਨ ਨਾਨਕ ਨਾਮ ਧਿਆਇਆ, ਗੁਰ ਬਚਨੇ ਜਪਿਓ ਮਨੇ ਚੀਤੇ। ਮਨ 'ਚ ਕੋਈ ਲਹਿਰ ਨਹੀਂ ਉਸ ਵੇਲੇ ਉੱਠੇਗੀ, ਮਨ ਚਿੱਤ ਇੱਕ ਹੁੰਦੇ ਹੋਏ ਹੁੰਦੇ ਉਸ ਵੇਲੇ ਦਾ ਧਿਆਉਣਾ। ਤਾਂ ਲਫ਼ਜ਼ ਲਿਖਿਆ, ਗਾਂ ਜਪਣਾ ਆਏਗਾ। ਹਰ ਇੱਕ ਦਾ ਆਪਣਾ ਆਪਣਾ ਫਲ ਹੈ। ਇਸ ਕਰਕੇ ਪਹਿਲੀ ਤੁਕ ਨਿਖਰ ਗਈ, ਸਾਫ਼ ਹੋ ਗਈ। ਭਈ ਅਸੀਂ ਕਿਸੇ ਦੇਹ ਦੇ ਸਿੱਖ ਨਹੀਂ ਹੈ, ਅਸੀਂ ਸ਼ਬਦ ਦੇ ਸਿੱਖ ਹੈ। ਅਤੇ ਸਿੱਖ ਦੇ ਵਿੱਚ ਬੀਬੀ ਅਤੇ ਮੀਆਂ ਦੋਨੋਂ ਆ ਜਾਂਦੇ ਨੇ, ਦੋਨਾਂ ਲਈ ਉਪਦੇਸ਼ ਸਾਂਝਾ ਹੈ। ਸਿੱਖ ਹਰ ਕੋਈ ਬਣ ਸਕਦਾ ਹੈ, ਜਾਨ ਹਰ ਕੋਈ ਬਣ ਸਕਦਾ ਹੈ। ਬੀਬੀ ਵੀ ਭਗਤ ਹੋ ਸਕਦੀ ਆ, ਉਹਦੀ ਵੀ ਸਿਫਤ ਕੀਤੀ ਆ ਜਿੱਥੇ ਭਗਤ ਆ ਜੇ। ਇਸ ਕਰਕੇ ਪਹਿਲੀ ਤੁਕ ਨਿਖਰ ਗਈ ਵੀ ਹਰ ਇੱਕ ਲਈ ਹੁਕਮ ਹੈ ਪੁਰਾਣੀ ਮਾਤਰ ਲਈ, ਵੀ ਜਿਹੜਾ ਗੁਰੂ ਦਾ ਸਿੱਖ ਹੈ ਉਹ ਉਸ ਵੇਲੇ ਧਿਆਉਣਾ ਕਰੇ, ਜੀਵਨਾ ਅਭਿਆਸ ਸ਼ੁਰੂ ਕਰ ਦੇਵੇ, ਔਰ ਹਲਕੇ ਹਲਕੇ ਸਵਾਸ ਲੈ ਕੇ ਲੰਮਾ ਪਿਆ ਹੀ ਉਹਦੀ ਸੁਰਤ ਜੁੜ ਜਾਂਦੀ ਹੈ। ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠੇ ਹਰੇ ਨਾਮ ਧਿਆਵਾ। ਉਹ ਨਾਮ ਦਾ ਧਿਆਉਣਾ ਸਿੱਖ ਤਾਂ ਲਫ਼ਜ਼ ਲਿਖਿਆ ਵੀ ਸਿੱਖ ਉਹ ਹੈ ਜਿਹੜਾ ਗੁਰਮੰਤਰ ਲੈ ਜਾਂਦਾ ਹੈ ਗੁਰੂ ਕੋਲੋਂ। ਜਪੇਗਾ ਕਿ ਘੁੱਗੂ ਜਪੇਗਾ, ਜੇ ਉਹਨੇ ਗੁਰਮੰਤਰ ਹੀ ਨਾ ਲਿਆ ਹੋ, ਸਿੱਖ ਹੀ ਨਾ ਬਣਿਆ ਹੋ ਗੁਰੂ ਦਾ। ਉਹ ਸੰਗਤ 'ਚ ਹੈ ਹਲੀ। ਸੰਗਤ ਜਿਹੜਾ ਹੈ ਬੰਦਾ, ਉਹ ਵੇਟਿੰਗ ਲਿਸਟ 'ਚ ਹੈ। ਜਿਹੜਾ ਸੰਗਤ ਦੇ ਵਿੱਚੋਂ ਖੰਡੇ ਬਾਟੇ ਦੀ ਪਹੁਲ ਲੈ ਜਾਏ ਔਰ ਫਤਿਹ ਵਿੱਚ ਗੁਰਮੰਤਰ ਲੈ ਲਏ ਪੰਜਾਂ ਕੋਲੋਂ, ਉਹ ਸਿੱਖ ਬਣ ਜਾਂਦਾ ਹੈ। ਸਿੱਖ ਲਈ ਇਹ ਸਾਰਾ ਸ਼ਬਦ ਹੈ, ਪ੍ਰਾਈਵੇਟ ਬੰਦੇ ਲਈ ਨਹੀਂ ਹੈ। ਅਸੀਂ ਕੱਲ੍ਹ ਵੀ ਦੱਸਿਆ ਸੀ। ਇਸ ਕਰਕੇ ਸਿੱਖ ਬਹੁ ਉਹ ਹੈ ਜਿਹੜਾ ਕਿ ਗੁਰੂ ਮਹਾਰਾਜ ਕੋਲੋਂ ਖੰਡੇ ਬਾਟੇ, ਪੰਜਾਂ ਕੋਲੋਂ ਖੰਡੇ ਬਾਟੇ ਦੀ ਪਹੁਲ ਠਾਣੀ ਫਤਿਹ ਬੁਲਵਾ ਲੈਂਦਾ ਹੈ, ਉਹਦੇ 'ਚ ਉਹਨੂੰ ਗੁਰਮੰਤਰ ਮਿਲ ਜਾਂਦਾ ਹੈ। ਇਸ ਕਰਕੇ ਉਸ ਗੁਰਮੰਤਰ ਦਾ ਜਪ ਫਿਰ ਉਹ ਧਿਆਉਣਾ ਕਰੇ ਉਸ ਵੇਲੇ, ਔਰ ਧਿਆਉਣਾ ਬੜਾ ਸੌਖਾ ਉਸ ਵੇਲੇ ਹੋ ਜਾਂਦਾ ਹੈ, ਕਿਉਂਕਿ ਉੱਥੋਂ ਬਾਅਦ ਮਨ ਬੜੀ ਜ਼ੋਰ ਦੀ ਬਾਹਰ ਭੱਜਣਾ ਸ਼ੁਰੂ ਹੋ ਜਾਣਾ ਹੈ। ਤੋ ਪਹਿਲੀ ਤੁਕ ਕਮਾਈ ਹੋ ਗਈ ਉਹਦੀ, ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠੇ ਹਰੇ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰੇ ਨਹਾਵੈ। ਉੱਤੇ ਧਿਆਉਣ ਦਾ ਲਫ਼ਜ਼ ਹੈ। ਇਹੋ ਹੀ ਗਾਂ ਅਗਲੀ ਤੁਕ 'ਤੇ ਚੀਜ਼ ਵਰਤਣੀ ਹੈ ਵੀ ਜਿਹੜਾ ਧਿਆਉਂਦਾ ਹੈ, ਉਹਦੀ ਜਿਹੜੇ ਵੱਡੇ ਅਭਿਆਸੀ ਤਕੜੇ ਹੁੰਦੇ ਹੈ, ਉਹਨਾਂ ਦੀ ਸਵੇਰ ਵੇਲੇ ਲਿਵ ਲੱਗ ਜਾਂਦੀ ਹੈ। ਉਹ ਹੈ ਇਸ਼ਨਾਨ। ਇਹ ਸਰੀਰ ਸਰਵਰ ਹੈ ਸੰਤੋ, ਇਸ਼ਨਾਨ ਕਰੇ ਲਿਵ ਲਾਏ। ਉਹ ਲਿਵ ਦੇ ਵਿੱਚ ਜਾ ਕੇ ਇਸ਼ਨਾਨ ਹੁੰਦਾ ਹੋ ਜਾਂਦਾ। ਉਹਨਾਂ ਨੇ ਲਿਖੀ ਹੈ, ਬਾਹਰਲਾ ਅੰਮ੍ਰਿਤਸਰ ਨਹੀਂ ਹੈ। ਮਹੱਲਾ ਤੀਜਾ ਕਹਿੰਦਾ, ਇਸ ਕਾਇਆ ਅੰਦਰੇ ਅੰਮ੍ਰਿਤਸਰ ਸਾਚਾ, ਅੰਮ੍ਰਿਤ ਸਰੇ ਸਤਿਗੁਰ ਸਤਵਾਦੀ, ਜਿਤ ਨਾਤੇ ਕਊਆ ਹੰਸ ਹੋਏ। ਇਹ ਜਿਹੜਾ ਮਨ ਹੈ, ਜਿਹੜੇ ਅੱਛੇ ਅਭਿਆਸੀ ਹੈ, ਜਿਹਨਾਂ 'ਤੇ ਗੁਰੂ ਦੀ ਕਿਰਪਾ ਹੈ, ਉਹ ਸਵੇਰ ਵੇਲੇ ਐਸੀ ਲਿਵ ਉਹਨਾਂ ਦੀ ਜੁੜ ਜਾਂਦੀ ਹੈ, ਭਾਵੇਂ ਉਹ ਲੰਮੇ ਪਏ ਹੋਣ, ਉਹਨਾਂ ਦਾ ਜਿਹੜਾ ਮਨ ਕਊਆ ਨਾ, ਗੰਦਗੀ 'ਤੇ ਡਿੱਗਣ ਵਾਲਾ ਮਨ, ਉਸ ਵੇਲੇ ਉਹ ਹੰਸ ਬਣ ਜਾਂਦਾ ਹੈ। ਅਤੇ ਅੰਦਰ ਹੀ ਛੋਟਾ ਸਰੋਵਰ ਕਾਇਮ ਹੋ ਜਾਂਦਾ ਹੈ, ਸਰੀਰ ਦੇ ਅੰਦਰ ਹੀ। ਤਾਂ ਸਰਵਰ ਲਿਖਿਆ ਹੈ। ਸਰੋਵਰ ਵੱਡਾ ਹੁੰਦਾ, ਸਰਵਰ ਛੋਟਾ ਹੁੰਦਾ ਤਲਾਅ। ਉਹਨਾਂ ਦੇ ਅੰਦਰ ਹੀ ਤਲਾਅ ਅੰਤਰਗਤ ਤੀਰਥ ਮਲ ਨਾ। ਉਹ ਜਿਹੜੇ ਅਭਿਆਸੀ ਜਨ ਨੇ, ਉਹਨਾਂ ਦੀ ਐਸੀ ਲਿਵ ਜੁੜ ਜਾਂਦੀ ਹੈ, ਉਹਨਾਂ ਦਾ ਅੰਦਰ ਹੀ ਫਿਰ ਇਸ਼ਨਾਨ ਹੋ ਜਾਂਦਾ। ਤਾਂ ਉਹਨੂੰ ਅੰਮ੍ਰਿਤਸਰ ਲਿਖਿਆ ਹੈ।
ਤੇ ਉਹਦੇ ਅੰਦਰ ਫਿਰ ਉਹ ਨਹਾਉਂਦਾ ਹੈ। ਨਾਲੇ ਉਹਨੂੰ ਇੰਨਾ ਗਿਆਨ ਉਸ ਵੇਲੇ ਆ ਜਾਂਦਾ ਹੈ, ਗਿਆਨ ਅੰਜਨੇ ਮੇਰਾ ਮਨ ਇਸ਼ਨਾਨੇ। ਇਹ ਜਿਹੜਾ ਕਊਆ ਪਹਿਲਾਂ ਗੰਦਾ ਸੀ ਮਨ ਸਾਰਾ ਦਿਨ, ਇਹ ਉਸ ਵੇਲੇ ਲਿਵ ਦੀ ਅਵਸਥਾ ਜਾ ਕੇ ਹੰਸ ਬਣ ਜਾਂਦਾ ਹੈ। ਇਸ ਕਰਕੇ ਸਰਵਰ ਹੰਸ ਧੁਰੇ ਹੀ ਮੇਲਾ, ਖਸਮੇ ਇਵੇਂ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਇਸ ਕਰਕੇ ਬਗਲਾ ਕਾਗ ਨਾ ਰਹੀ, ਸਰਵਰ ਜੇ ਹੋਵੇ ਅਤ ਸਿਆਣਾ। ਕਿਉਂਕਿ ਉਹਨਾਂ ਦਾ ਹੋਰ ਖਾਣਾ ਹੁੰਦਾ, ਉਹਨਾਂ ਦੇ ਮੂੰਹ 'ਚ ਅੱਬਲ ਤੇ ਵਾਹੋ ਵਾਹੋ ਨਹੀਂ ਨਿਕਲਣੀ, ਪਰ ਜਿਨ੍ਹਾਂ ਦੇ ਨਿਕਲ ਗਈ, ਲਿਵ ਲੱਗ ਗਈ, ਧਿਆਉਣਾ ਹੋ ਗਿਆ ਸਵੇਰ ਵੇਲੇ ਦਾ, ਉਹਨਾਂ ਦਾ ਜਿਹੜਾ ਮਨ ਉਹ ਹੰਸ ਬਣ ਜਾਂਦਾ ਉਸ ਵੇਲੇ। ਤਾਂ ਉਸ ਹੰਸ ਨੂੰ ਮਨ ਨੂੰ ਲਿਖਿਆ ਅੰਮ੍ਰਿਤ ਸਰ, ਅੰਦਰਲਾ ਜਿਹੜਾ ਸਤੇ ਗੁਰ ਸਤ ਵਾਬੀ ਜਿਤ ਨਾਤੇ ਕਊਆ ਹੰਸ ਹੋਏ। ਇਹਨਾਂ ਨਾਲ ਬਾਹਰ ਦੁੱਖ ਭੰਜਣੀ ਮੇਰੀ ਝੂਠੀ ਕਹਾਣੀ ਬਣਾ ਲਈ ਵੀ ਉੱਥੇ ਜੀ ਉਹ ਲੂਲੇ ਲੰਗੜੇ ਨੂੰ ਖਿੱਚ ਕੇ ਆਪਣੇ ਪਤੀ ਨੂੰ ਲਿਆਈ ਸੀ, ਅਤੇ ਉੱਥੇ ਜਿਹੜੇ ਕਾਂ ਸੀ ਉਹ ਡੁਬਕੀ ਮਾਰ ਕੇ ਚਿੱਟੇ ਹੋ ਜਾਂਦੇ ਸੀ। ਅਸੀਂ ਤਾਂ ਕਦੀ ਚਿੱਟਾ ਕਾਂ ਦੇਖਿਆ ਨਹੀਂ, ਅਤੇ ਜੇ ਕਿਸੇ ਨੇ ਦੇਖਿਆ ਹੋਏ ਤਾਂ ਮੇਰੇ ਨੂੰ ਦੱਸ ਦੇਵੇ। ਇਸ ਕਰਕੇ ਕਾਂ ਕਦੀ ਨਹੀਂ ਚਿੱਟੇ ਹੁੰਦੇ, ਉਹ ਮਾਂ ਨਾਲ ਇਸ਼ਾਰਾ ਹੈ। ਇਹਨਾਂ ਨੇ ਬਾਹਰ ਕਹਾਣੀ ਘੜ ਕੇ ਪੁਜਾਰੀਆਂ ਨੂੰ ਅੱਡਾ ਗਰਮ ਕਰ ਲਿਆ ਵੀ ਇੱਥੇ ਨਾ ਆਓ ਜੀ ਜ਼ਰੂਰ, ਉਹ ਇੱਥੇ ਕਾਂ ਚਿੱਟੇ ਹੋ ਜਾਂਦੇ ਹੈ। ਪਹਿਲਾਂ ਤਾਂ ਇਹਨਾਂ ਨੂੰ ਪੁੱਛੋ ਵੀ ਉਹ ਕਹਾਣੀ ਸਾਰੀ, ਮੈਂ ਅੰਮ੍ਰਿਤਸਰ ਦਾ ਇੰਜੀਨੀਅਰ ਰਿਹਾ ਉੱਥੇ ਇੰਨੇ ਸਾਲ, ਉਹ ਮੈਂ ਸਾਰੀ ਕਹਾਣੀ ਪਤਾ ਕੀਤੀ, ਉਹਦਾ ਸਭ ਪਤਾ ਕੋਈ ਨਹੀਂ। ਕੋਈ ਰੜਾ ਰਾਜਾ ਨਹੀਂ ਹੋਇਆ ਵੀ ਜਿਹਦੀਆਂ 7 ਬੇਟੀਆਂ ਸੀ। ਕਿਹੜਾ ਐਡਾ ਪਾਗਲ ਰਾਜਾ ਜਿਹੜਾ ਆਪਣੀ ਲੜਕੀ ਨੂੰ ਕੋਹੜੇ ਨਾਲ ਵਿਆਹ ਦਊਗਾ। ਇੱਕ ਐਸੀਆਂ ਝੂਠੀਆਂ ਕਹਾਣੀਆਂ ਹੈ। ਔਰ ਉੱਥੇ ਉਹ ਜੀ ਉਹ ਲੂਲਾ ਲੰਗੜਾ ਸੀ ਜੀ, ਉਹਨੇ ਫਿਰ ਇੱਕ ਉਹ ਐਸੀ ਵਾਹੀਆਤ ਕਹਾਣੀ ਬਣਾਈ ਹੈ ਇਹਨਾਂ ਨਾਲ, ਔਰ ਦੁੱਖ ਭੰਜਣੀ ਉਹਦੇ ਥੱਲੇ ਫਿਰ ਦੁਨੀਆ ਬਾਕੀ ਕਿਤੇ ਨਹਾਵੇ ਨਾ ਨਹਾਵੇ, ਉੱਥੇ ਨਹਾਉਂਦੀ ਹੈ। ਔਰ ਸਭ ਤੋਂ ਜ਼ਿਆਦਾ ਗਠੜੀ ਕੱਪੜੇ ਚੁੱਕਣ ਵਾਲੇ ਚੋਰ ਉੱਥੇ ਤਿਆਰ ਰਹਿੰਦੇ ਆ ਵੀ ਇਹਨਾਂ ਨਾਲ ਅੰਦਰ ਜਾਣਾ, ਦੁੱਖ ਭੰਜਣੀ ਜਾਂ ਕਿਤੇ ਨਹਾਉਣਾ, ਅਸੀਂ ਬਾਹਰ ਕੱਪੜੇ ਚੱਕ ਕੇ ਉੱਥੇ ਖਾਸ ਫਟਾ ਲੱਗਾ ਵੀ ਚੋਰਾਂ ਤੋਂ ਬਚੋ। ਉਹ ਇਹ ਤੁਹਾਡੇ ਕੀ ਪੁਜਾਰੀਆਂ ਦੇ ਇਹ ਐਸੀ ਹਾਸੋ ਹੀ ਨਹੀਂ ਬਣਾਈ ਆ ਸਿੱਖੀ ਨਾਲ ਗੱਲ। ਤੁਸੀਂ ਉੱਥੇ ਘਰ ਤੁਹਾਡੇ ਘਰ ਟੂਟੀਆਂ ਲੱਗੀਆਂ, ਟੂਟੀ ਥੱਲੇ ਨਹੀਂ ਤੁਸੀਂ ਨਹਾ ਸਕਦੇ, ਤੁਸੀਂ ਉੱਥੇ ਦੁੱਖ ਭੰਜਣੀ ਜਾ ਕੇ ਉਹ ਨਹਾਉਣਾ ਭਾਈ। ਇਸ ਤੁਕ ਦਾ ਮਤਲਬ ਲੈ ਕੇ ਇਹਨਾਂ ਨਾਲ ਉਹ ਤੂਫਾਨ ਚੱਕਿਆ ਪੁਜਾਰੀਆਂ ਨਾਲ, ਕਿਉਂਕਿ ਇਹ ਸਾਰੀ ਸਿੱਖੀ ਕਦੀ ਵੀ ਇਹਨਾਂ ਨਾਲ ਵਿਵੇਕ ਨਹੀਂ ਕਰਨ ਦਿੱਤਾ, ਸਿੱਖਾਂ ਨੂੰ ਸਮਝਣ ਨਹੀਂ ਦਿੱਤੀ ਸਾਡੀ ਬਾਣੀ ਵਿੱਚ। ਗੱਭੇ ਜੇ ਸਿਰਫ ਬਾਣੀ ਰੱਖੀ ਆ, ਉਹਨੂੰ ਭੰਨ ਜਿੱਥੇ ਪਏ ਹੁੰਦੇ ਖੋਲ ਕੇ ਜੀ ਇਹ ਹੁਕਮਨਾਮਾ ਤੁਹਾਡੇ ਲਈ। ਉਹ ਬਾਕੀ ਪੱਤਰਿਆਂ ਨੇ ਕੀ ਪਾਪ ਕੀਤੇ ਆ ਤਾਂ ਉਹਨਾਂ ਦੇ ਦਰਸ਼ਨ ਹੀ ਨਹੀਂ ਕਰਾਉਂਦੇ ਤੁਸੀਂ, ਕਿਉਂਕਿ ਉਹ ਬਲਾਵਲ ਰਾਗ ਦੇ ਹੁੰਦੇ ਵਿੱਚ ਗੱਭੇ ਜੇ ਸੋਹਣਾ ਹੁਕਮਨਾਮਾ ਹੁੰਦਾ, ਉਹ ਸਾਰਿਆਂ ਨੂੰ ਸੁਣਾ ਕੇ ਆਪਣਾ ਪਾਠ ਪੂਰਾ ਕਰ ਲੈਂਦੇ। ਬਾਕੀ ਕਦੀ ਸਿੱਖੀ ਨੂੰ 300 ਸਾਲ 'ਚ ਸਾਨੂੰ ਬਾਕੀ ਪੱਤਰਿਆਂ ਦੇ ਦਰਸ਼ਨ ਹੀ ਨਹੀਂ ਕਰਾਏ ਇਹਨਾਂ ਨੇ। ਤੋ ਇਸ ਕਰਕੇ ਉਹ ਜਿਹੜਾ ਅੰਮ੍ਰਿਤਸਰ ਹੈ ਉਹ ਅੰਦਰ ਹੈ, ਅਤੇ ਬੜੇ ਧਿਆਨ ਨੇ ਤੁਕ ਦੇਖੀਏ। ਮਨ ਕਊਆ ਹੈ ਜਿਹਨੇ ਅੰਦਰ ਨਹਾ ਕੇ ਹੰਸ ਬਣਨਾ ਹੈ, ਔਰ ਲਿਵ ਦੀ ਅਵਸਥਾ ਦੀ ਉਹ ਤੁਕ ਹੈ। ਆਓ ਪਹਿਲਾਂ ਇਹ ਤੁਕ ਇੱਕ ਵਾਰੀ ਦੁਹਰਾ ਲਈਏ, ਫਿਰ ਇੱਕ ਤੁਕ ਹੋਰ ਅੱਜ ਅਸੀਂ ਵਾਚਾਂਗੇ, ਉਸ ਤੋਂ ਬਾਅਦ ਫਿਰ ਅਗਲੀ ਬੈਠਕ ਲਾਂਗੇ। ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠੇ ਹਰੇ ਨਾਮ ਤੇ ਆਵੈ, ਉਦਮ ਕਰੇ ਭਲ ਕੇ ਪਰਬਾਤੀ, ਇਸਨਾਨ ਕਰੇ ਅੰਮ੍ਰਿਤ ਸਰੇ ਨਾਵੈ, ਉਪਦੇਸੇ ਗੁਰੂ ਹਰੇ ਹਰੇ। ਜਪ ਜਾਪੈ ਸਭੇ ਕੀਲ ਵਿਖ ਪਾਪ, ਦੋਖ ਲਹਿ ਜਾਵੈ, ਉਪਦੇਸੇ ਗੁਰੂ ਹਰੇ ਹਰੇ। ਜਪ ਜਾਪੈ ਸਭੇ ਕੀਲ ਵਿਖ ਪਾਪ, ਦੋਖ ਲਹਿ ਜਾਵੈ। ਇਹ ਤੁਕ 'ਚ ਐਡੀ ਸਪੈਲਿੰਗ ਮੁਸ਼ਕਲ ਨੇ, ਇੱਕ ਤੇ ਸਭ ਨਹੀਂ ਪੜ੍ਹਨਾ, ਭੱਬੇ ਨੂੰ ਸਿਹਾਰੀ ਹੈ, ਇਹਦੀ ਐਸੀ ਪ੍ਰੋਨਾਂਸੀਏਸ਼ਨ ਕਰਨੀ ਹੈ ਜਿਹਦਾ ਸਭੇ ਪੜ੍ਹਿਆ ਜਾਏ। ਸਭ ਲਫ਼ਜ਼ ਨਹੀਂ ਹੈ, ਸਭ ਵੀ ਕਈ ਥਾਂ ਲਿਖੇ ਆ, ਪਰ ਕਈ ਥਾਂ ਸਭੇ ਲਿਖੇ ਆ, ਉਹਦਾ ਵੀ ਭੇਦ ਹੈ। ਇਸ ਤੁਕ ਦੇ ਵਿੱਚ
ਉਪਦੇਸ਼ ਨਹੀਂ ਲਿਖਿਆ, ਉਪਦੇਸੇ। ਫਿਰ ਗੁਰੂ ਸ਼ਬਦ ਦਾ ਦੇ ਇਸ਼ਾਰਾ ਨਹੀਂ ਹੈ, ਗੁਰਮੰਤਰ ਦਾ ਸਾਡੇ ਦਾ ਅੱਧਾ ਹਿੱਸਾ ਹੈ। ਸਾਡਾ ਚਵੱਖਰਾ ਸ਼ਬਦ ਦਾ ਅੱਧਾ ਹਿੱਸਾ ਹੈ ਗੁਰੂ ਸ਼ਬਦ। ਇਸ ਕਰਕੇ ਜਿਹੜਾ ਗੁਰੂ ਸ਼ਬਦ ਦਾ ਅੱਧਾ ਹਿੱਸਾ ਉਹ ਗੁਰਮੰਤਰ ਪੂਰੇ ਦਾ ਲਖਾਇਕ ਹੈ। ਜਿਹੜਾ ਤੁਹਾਨੂੰ ਉਪਦੇਸ਼ ਕਹਿੰਦੇ ਹੈ ਦੀਖਿਆ ਨੂੰ, ਉਪਦੇਸ਼ ਕਹਿੰਦੇ ਹੈ ਬਚਨ ਨੂੰ, ਉਪਦੇਸ਼ ਕਹਿੰਦੇ ਹੈ ਜਿਹੜਾ ਤੁਹਾਨੂੰ ਉਹ ਦੀਖਿਆ ਦੀ ਰਸਮ 'ਚ ਸ਼ਬਦ ਮਿਲਦਾ ਹੈ, ਉਹਦੇ ਨਾਲ ਤੁਸੀਂ ਜਪ ਕਰਨਾ ਹੈ। ਤੁਹਾਡਾ ਆਪਣੇ ਗੁਰਮੰਤਰ ਨਾਲ ਜਪ ਕਰਨਾ ਹੈ। ਪਰ ਜਪਣ ਲਈ ਜਿੱਥੇ ਪਰਮੇਸ਼ਰ ਦਾ ਨਾਮ 2 ਵਾਰੀ ਆ ਜਾਵੇ ਉਹ ਜਪਣ ਨਾਲ ਇਸ਼ਾਰਾ ਹੈ। ਇੱਥੇ ਹਰੇ ਹਰੇ 2 ਵਾਰੀ ਆ ਗਿਆ। ਜਿੱਥੇ ਪਰਮੇਸ਼ਰ ਦਾ ਨਾਮ ਇੱਕ ਤੋਂ ਵੱਧ ਵਾਰੀ ਰਿਪੀਟ ਹੋ ਜਾਏ ਉਹ ਜਪਣ ਨਾਲ ਇਸ਼ਾਰਾ ਹੈ। ਜਿੱਦਾਂ ਗੁਰੂ ਗੁਰੂ ਜਪੇ ਮੀਤ ਹਮਾਰੇ, ਮੁਖ ਊਜਲ ਹੋਵੇ ਦਰਬਾਰੇ। ਇਸ ਤਰ੍ਹਾਂ ਜਿੱਥੇ ਵੀ ਇੱਕ ਤੋਂ ਵੱਧ ਵਾਰੀ ਜਾਂ 3 4 5 6 7 ਵਾਰੀ ਪਰਮੇਸ਼ਰ ਦਾ ਨਾਮ ਇਕੱਠਾ ਆ ਜਾਏ, ਜਿੱਦਾਂ ਹਾਰ 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 ਹੇਤ, ਉਹਦਾ ਮਤਲਬ ਹੈ ਜਪਣ ਨਾਲ ਹੀ ਤੁਹਾਨੂੰ ਪਿਆਰ ਕਰਨਾ ਚਾਹੀਦਾ ਹੈ। ਹਰ 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 ਹਰੇ, ਹਰ 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 ਹੇਤ, ਊਠਤ ਬੈਠਤ ਸੋਵਤੇ, ਹਰ 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 ਚੇਤ। ਇਹ ਜਿਹੜਾ ਹਰ ਹਰ ਨਹੀਂ ਜਪਣ ਲੱਗ ਪੈਣਾ, ਅਸੀਂ ਆਪਣੇ ਗੁਰੂ ਦਾ ਗੁਰਮੰਤਰ ਜਪਣਾ ਜਿਹੜਾ ਸਾਨੂੰ ਖੰਡੇ ਬਾਟੇ ਦੀ ਪੌਲ ਥਾਣੀ ਫਤਿਹ ਵਿੱਚ ਮਿਲਦਾ ਹੈ। ਅਸੀਂ ਚਵੱਖਰਾ ਸ਼ਬਦ ਜਪਣਾ ਹੈ, ਲੇਕਿਨ ਉਹਦਾ ਲਖਾਇਕ ਐਡਾ ਵੱਡਾ ਉਹ ਸ਼ਬਦ ਸਾਡਾ ਬਾਰ-ਬਾਰ ਨਹੀਂ ਲਿਖ ਸਕਦੇ। ਇਸ ਕਰਕੇ ਉਹਨੂੰ ਲਿਖਣ ਦੀ ਵਿਧੀ ਜਿਹੜੀ ਸਾਰਿਆਂ ਨਾਲ ਇਸ ਬ੍ਰਹਮ ਗਿਆਨ 'ਚ ਹੈ ਉਹ ਰਾਮ 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 ਰਾਮ, ਗੋਬਿੰਦ ਗੋਬਿੰਦ ਗੋਬਿੰਦ, ਇਹ ਜਿੰਨੇ ਵੀ ਮਹਾਰਾਜ ਦੇ ਨਾਂ ਹੈ ਅਕਾਲ ਪੁਰਖ ਦੇ, ਜੇ ਇੱਕ ਤੋਂ ਵੱਧ ਵਾਰੀ ਰਿਪੀਟ ਹੋ ਜਾਣ ਤਾਂ ਉਹ ਜਪਣਾ ਇਸ਼ਾਰਾ ਹੈ। ਹਰ ਇੱਕ ਨੇ ਆਪਣੇ ਆਪਣੇ ਗੁਰੂ ਦਾ ਗੁਰਮੰਤਰ ਜਪਣਾ ਹੈ। ਅਸੀਂ ਆਪਣਾ ਗੁਰਮੰਤਰ ਜਪਣਾ ਹੈ। ਇਸ ਕਰਕੇ ਜਿੱਥੇ ਪਰਮੇਸ਼ਰ ਦਾ ਨਾਮ ਹਰ 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 ਰਾਮ 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 ਗੋਬਿੰਦ ਗੋਬਿੰਦ ਰਿਪੀਟ ਹੋ ਜਾਣ ਉਹ ਜਪਣ ਨਾਲ ਇਸ਼ਾਰਾ ਹੈ। ਇੱਥੇ ਮਹਾਰਾਜ ਨੇ ਕਮਾਲ ਕਰ ਦਿੱਤੀ, ਨਾਲ ਜਪਣ ਦਾ ਲਫ਼ਜ਼ ਵੀ ਲਿਖ ਦਿੱਤਾ, ਗੁਰੂ ਸ਼ਬਦ ਵੀ ਦੇ ਦਿੱਤਾ, ਉਪਦੇਸੇ ਵੀ ਨਾ ਵੀ ਤੂੰ ਦੀਖਿਆ ਲੈ ਕੇ ਖੰਡੇ ਬਾਟੇ ਦੀ ਪਹੁਲ ਲੈ ਕੇ ਫਿਰ ਜਪੀ। ਉਪਦੇਸੇ ਗੁਰੂ ਹਰੇ ਹਰੇ ਜਪ ਜਪੈ। ਫਿਰ ਇਹਦੇ ਨਾਲ ਕੀ ਹੋਏਗਾ? ਜਪਣ ਨਾਲ ਵੀ ਤੇਰਾ ਇੰਨਾ ਫਾਇਦਾ ਹੋ ਜੂ, ਤੇਰੇ ਪਾਪ ਤੇ ਕਲੇਸ਼ ਦੂਰ ਹੋ। ਜੇ ਕਿਤੇ ਇੱਕ ਲਾਈਨ 'ਤੇ ਵੀ ਈਮਾਨ ਲਿਆਈਏ ਨਾ, ਅਸੀਂ ਫੇਠ ਲਿਆਈਏ, ਅਸੀਂ ਕੁੱਦ ਕੇ ਜਪਾਂਗੇ ਕਿ ਹੈ ਜਪਣ ਨਾਲ ਵੀ ਪਾਪ ਲੱਥ ਜਾਂਦੇ। ਉਹ ਬਾਕੀ ਉਹਨਾਂ ਦੇ ਬਹੁਤ ਵੱਡੀ ਚੀਜ਼ਾਂ ਤੇ ਆਉਣਾ ਸਾਰੀਆਂ, ਪਰ ਇੱਥੇ ਮਹਾਰਾਜ ਫੜੇ ਗਏ। ਇੱਥੇ ਸਿੱਖਣਾ ਨਾ ਵਿਵੇਕ ਬੁੱਧੀ ਨਾਲ ਗੁਰੂ ਮਹਾਰਾਜ ਦੀ ਦਿਆਲਤਾ ਦੇਖਣੀ ਹੈ। ਇੰਨੇ ਦਿਆਲ ਹੋ ਗਏ। ਗੁਰੂ ਮਹੱਲਾ ਚੌਥਾ ਕਹਿੰਦਾ ਜਪਣ ਨਾਲ ਵੀ ਚੱਲ ਤੇਰੇ ਮੈਂ ਪਾਪ ਕਰ ਲੈਂਦਾ ਹੈ। ਐਨ ਸਾਫ ਲਿਖ ਰਿਹਾ, ਮਨ ਲੱਗੇ ਨਾ ਲੱਗੇ, ਕੁਛ ਉੱਤੇ ਹੋਣਾ ਹੋਵੇ ਨਾ ਹੋਵੇ, ਪਰ ਤੂੰ ਜਪੇਂਗਾ ਨਾ ਸਵੇਰ ਵੇਲੇ ਤੇਰੇ ਮੈਂ ਪਾਪ ਲਾ ਦੇਣਾ। ਉਪਦੇਸੇ ਗੁਰੂ, ਪਰ ਗੁਰੂ ਸ਼ਬਦ ਜਪੀ, ਉਪਦੇਸ਼ ਲੈ ਕੇ। ਜਿਹੜਾ ਉਪਦੇਸ਼ ਨਹੀਂ ਲੈਂਦਾ ਉਹਦੇ ਪਾਪ ਨਹੀਂ ਲੱਥਣੇ, ਹਾਲੇ ਉਹ ਵੇਟਿੰਗ ਲਿਸਟ 'ਚ ਹੈ। ਉਹਦਾ ਵੀ ਬੜਾ ਭਲਾ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ, ਉਹ ਵੀ ਜਪ ਸਕਦਾ ਹੈ। ਕਿਉਂਕਿ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈਣੀ। ਸਾਡਾ ਮੰਤਰ ਬਲੈਕ ਦਾ ਮਾਲ ਨਹੀਂ ਹੈ ਵੀ ਕੋਈ ਨਹੀਂ ਹੋਰ ਦੇਖ ਸਕਦਾ। ਸਾਡਾ ਮੰਤਰ ਕੋਈ ਸ਼ੂਦਰ ਵੀ ਹੈ ਉਹ ਵੀ ਜਪ ਸਕਦਾ। ਬਾਹਮਣ ਵਾਂਗੂ ਨਹੀਂ ਕਿ ਉਹਦੀ ਜੀਭ ਪਾੜ ਸਿੱਟੋ, ਜਾਂ ਜੀ ਜਾਂ ਅਸੀਂ ਜਪ ਰਹੇ ਹਾਂ ਤੁਸੀਂ ਲਾਗੇ ਨਹੀਂ ਬੈਠ ਸਕਦੇ ਕਿਉਂਕਿ ਤੁਸੀਂ ਸ਼ੂਦਰ ਹੋ। ਇਹ ਜਿਨ੍ਹਾਂ ਨਾਲ ਪੌਲ ਪਾਲ ਨਾਂ ਲਈ ਹੋਏ ਬੜਾ ਰਿਵਾਜ ਤੁਰਿਆ ਜੀ, ਤੁਸੀਂ ਗੁਰਮੰਤਰ ਨਹੀਂ ਜਪ ਸਕਦੇ। ਉਹ ਤੁਸੀਂ ਬਾਹਮਣ, ਤੁਸੀਂ ਕਿਉਂ ਰੋਕਦੇ ਹੋ ਕਿਸੇ ਨੂੰ ਜਪਣ ਨੂੰ? ਪਰਮੇਸ਼ਰ ਦਾ ਨਾਮ ਕੋਈ ਵੀ ਜਪ ਸਕਦਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਕੋ